ਸਾਹਿਬ ਜੀ ਧੰਨ ਵਾਹਿਗੁਰੂ ਸਾਹਿਬ ਜੀ। ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮਿਲੈ ਪ੍ਰਭੂ ਹਰ ਦਰਗਹ ਕਾ ਬਸੀਠ। ਗੁਰੂ ਬਾਰੇ ਸੁਣਨਾ ਤੇ ਗੁਰੂ ਸਾਹਿਬ ਜੀ ਨੂੰ ਵੇਖਣਾ, ਗੁਰੂ ਸਾਹਿਬ ਜੀ ਨੂੰ ਜਾਣਨਾ ਔਰ ਜੋ ਗੁਰੂ ਸਾਹਿਬ ਬਾਰੇ ਜਾਣੀਏ ਉਹਦੇ ਤੇ ਅਮਲ ਕਰਕੇ ਉਸ ਬੰਨੇ ਨੂੰ ਕਦਮ ਪੁੱਟਣਾ, ਇਹ ਸਾਡਾ ਸਾਰਿਆਂ ਦਾ ਗੁਰੂ ਦੀ ਗੋਦ ਵਿੱਚ ਆ ਕੇ ਬੈਠਣ ਦਾ ਮਨੋਰਥ ਹੈ। ਅਸੀਂ ਇਸ ਮਕਸਦ ਲਈ ਗੁਰਾਂ ਦੀ ਗੋਦ ਵਿੱਚ ਸੱਜ ਕੇ ਬੈਠਦੇ ਹਾਂ। ਇਸ ਲਈ ਜਦੋਂ ਸਾਹਿਬਾਂ ਦੀ ਗੋਦ ਵਿੱਚ ਸਜੀਏ ਤੇ ਬਾਣੀ ਦੇ ਰਾਹੀਂ ਜੋ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਉਹਦੇ ਤੇ ਅਸੀਂ ਗੌਰ ਕਰ ਸਕੀਏ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਬਾਣੀ ਦੇ ਰਾਹੀਂ ਕਹਿੰਦੇ ਹਨ ਉਹਨਾਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ ਕਰੋ। ਸੁਣਨ ਤੋਂ ਬਾਅਦ ਉਹਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੀਏ ਵੀ ਮਹਾਰਾਜ ਕੀ ਕਹਿ ਰਹੇ ਨੇ ਸਾਨੂੰ। ਜੋ ਸਮਝ ਵਿੱਚ ਆਉਂਦਾ ਹੈ ਉਹਦੇ ਤੇ ਚੱਲਣ ਦਾ ਯਤਨ ਕਰੀਏ। ਵੇਖੋ ਅੱਜ ਸਮਾਜ ਬਾਹਰੀ ਤੌਰ ਤੇ ਜਦੋਂ ਐਡਵਾਂਸ ਹੋਣ ਦੀਆਂ ਗੱਲਾਂ ਕਰਦਾ ਹੈ, ਅਵੇਅਰਨੈਸ ਦੀ ਗੱਲ ਅਸੀਂ ਕਰਦੇ ਹਾਂ, ਜਾਗਰੂਕ ਹੋਣ ਦੀ ਗੱਲ ਅਸੀਂ ਕਰਦੇ ਹਾਂ, ਅਗਾਂਹ ਵਧੂ ਹੋਣ ਦੀ ਅਸੀਂ ਗੱਲ ਜਦੋਂ ਕਰਦੇ ਹਾਂ ਤਾਂ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਾਪਦੇ ਹਾਂ ਸੰਸਾਰਿਕ ਪਦਾਰਥਾਂ ਦੇ ਨਾਲ। ਇੱਕ ਗੱਲ ਬੜੀ ਸੰਜੀਦਗੀ ਨਾਲ ਸਮਝ ਲਈਏ, ਪਦਾਰਥਾਂ ਨਾਲ ਧਰਮ ਨੂੰ ਮਾਪੋਗੇ ਤੇ ਕਦੇ ਵੀ ਧਰਮ ਦੀ ਵਿਆਖਿਆ ਠੀਕ ਨਹੀਂ ਹੋਣੀ। ਪਦਾਰਥਾਂ ਤੋਂ ਉੱਪਰ ਉੱਠ ਕੇ ਧਰਮ ਸਮਝ ਆਉਂਦਾ। ਤਾਂ ਹੀ ਸ਼ਾਇਦ ਬਾਬੇ ਨੇ ਬਾਣੀ 'ਚ ਸ਼ਬਦ ਦੁਹਰਾਏ ਨੇ, ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਭਗਤ ਤੇ ਸੰਸਾਰੀ ਦਾ ਜੋੜ ਨਹੀਂ ਆ ਸਕਦਾ ਕਦੇ ਵੀ। ਸੰਸਾਰੀ ਨੇ ਸੰਸਾਰ ਦੇ ਹਿਸਾਬ ਨਾਲ ਸੋਚਣਾ ਤੇ ਨਿਰੰਕਾਰੀ ਨੇ ਨਿਰੰਕਾਰ ਦੇ ਹਿਸਾਬ ਨਾਲ ਸੋਚਣਾ। ਇਸ ਲਈ ਗੌਰ ਕਰਕੇ ਇਹਨਾਂ ਸਾਰੇ ਸ਼ਬਦਾਂ ਨੂੰ ਸੁਣਿਆ ਕਰੀਏ। ਮਹਾਰਾਜ ਕੀ ਕਹਿੰਦੇ ਨੇ? ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮਿਲੈ ਪ੍ਰਭੂ ਹਰ ਦਰਗਹ ਕਾ ਬਸੀਠ। ਹਰ ਨਾਮੋ ਮੰਤਰ ਦਿਰੜਾਇਂਦਾ ਕੱਟੇ ਹੋ ਮੈਂ ਰੋਗ। ਨਾਨਕ ਸਤਿਗੁਰ ਤਿਨਹ ਮਿਲਾਇਆ
ਪਹਿਲਾ ਸ਼ਲੋਕ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੈ ਕੋਇ। ਜੇ ਜੀਵੈ ਪਤ ਲਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਰਾਜ ਰੰਗ ਮਾਲ ਰੰਗ ਰੰਗ ਰਤਾ, ਨਚੈ ਨੰਗ। ਨਾਨਕ ਇਹ ਗੱਲ ਬਹੁਤ ਧਿਆਨ ਮੰਗਦੀ, ਚਿੱਤੇ 'ਚ ਰੱਖਿਓ ਗੱਲ। ਜਦੋਂ ਤੁਸੀਂ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦੇ ਹੋ ਤੇ ਮੈਨੂੰ ਜੋ ਹੁਕਮ ਹੋਇਆ ਹੈ ਕਿ ਤੁਸੀਂ ਜੂਨ 84 ਔਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਜ਼ਿਕਰ ਕਰਨਾ ਹੈ। ਇਹ ਦੋ ਪਹਿਲੂ ਇਹੋ ਜਿਹੇ ਨੇ ਜਿਨ੍ਹਾਂ ਤੇ ਅਜੇ ਤੱਕ ਅਸੀਂ ਬਹੁਤ ਵਿਸਥਾਰ ਵਿੱਚ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਹਦਾ ਕਾਰਨ ਹੈ ਕਿਉਂਕਿ ਜਦੋਂ ਤੁਸੀਂ ਇਹਨਾਂ ਦੀ ਵਿਸਥਾਰਕ ਕੜੀ 'ਚ ਜਾਣਾ ਨਾ, ਤੇ ਬਹੁਤ ਚੀਜ਼ਾਂ ਤੁਹਾਨੂੰ ਸਾਹਮਣੇ ਲਿਆਉਣੀਆਂ ਪੈਣੀਆਂ, ਬੜੇ ਫੇਸ ਸਾਹਮਣੇ ਲਿਆਉਣੇ ਪੈਣੇ, ਬੜੇ ਵਿਅਕਤੀਆਂ ਤੇ ਚਰਚਾ ਹੋਣੀ ਹੈ। ਤੇ ਅਸੀਂ ਸਾਰੇ ਇਹਨਾਂ ਸਾਰੀਆਂ ਚੀਜ਼ਾਂ ਤੇ ਗੌਰ ਕਰਨ ਲਈ ਤਿਆਰ ਬਹੁਤ ਘੱਟ ਹੁੰਦੇ ਹਾਂ। ਸੋ ਇਹ ਵੀ ਧਿਆਨ ਨਾਲ ਸਮਝਿਓ। ਨਾਨਕ ਠੱਗਿਆ ਮੁੱਠਾ ਜਾਏ, ਵਿਣ ਨਾਵੈ ਪਤ ਗਿਆ ਗਵਾਏ। ਸਾਰੇ ਕਰਿਓ ਕਿਰਪਾ ਇੱਕ ਵਾਰ। ਵਿਣ ਨਾਵੈ ਪਤ ਗਿਆ ਗਵਾਏ। ਸਾਰੇ ਵਿਣ ਨਾਵੈ ਪਤ ਗਿਆ ਗਵਾਏ। ਦੀਨ ਦੁਨੀ ਦੇ ਮਾਲਕ ਹਲਤ ਪਲਤ ਸਵਾਰ ਦੇਣਹਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਅੰਦਰ ਸੁਭਾਇਮਾਨ ਗੁਰੂ ਕੇ ਪਿਆਰਿਓ, ਬੜੇ ਅਦਬ ਸਤਿਕਾਰ ਸਹਿਤ ਮਹੀਨਾਵਾਰੀ ਇਸ ਉਚੇਚੇ ਦੀਵਾਨ ਦੀਆਂ ਹਾਜ਼ਰੀਆਂ ਆਪ ਜੀ ਗੁਰੂ ਸਾਹਿਬਾਂ ਦੀ ਗੋਦ ਵਿੱਚ ਬੈਠ ਕੇ ਭਰ ਰਹੇ ਹੋ। ਮੇਰੇ ਤੋਂ ਪਹਿਲਾਂ ਸਤਿਕਾਰਯੋਗ ਵੀਰ ਨਰਿੰਦਰ ਸਿੰਘ ਜੀ, ਜੋ ਆਪ ਜੀ ਦੇ ਇਲਾਕੇ ਵਿੱਚ ਗੁਰਮਤਿ ਪ੍ਰਚਾਰ ਕੇਂਦਰ ਅਪਰਾ ਵਿਖੇ ਗੁਰਮਤਿ ਪ੍ਰਚਾਰ ਦੀ ਸੇਵਾ ਨਿਭਾ ਰਹੇ ਹਨ, ਤੇ ਇਹਨਾਂ ਨੇ ਆਪ ਜੀ ਦੇ ਨਾਲ ਸ਼ਹੀਦਾਂ ਦੇ ਸਰਤਾਜ ਪਿਤਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਬਾਬਤ ਕੁਝ ਬਾਤਾਂ ਤੁਹਾਡੇ ਨਾਲ ਕੀਤੀਆਂ ਹਨ, ਜਿਹੜੀਆਂ ਕਿ ਬਹੁਤ ਅਹਿਮ ਹਨ ਔਰ ਉਹਨਾਂ ਨੂੰ ਬੜੇ ਧਿਆਨ ਨਾਲ, ਬੜੀ ਸਿੱਦਤ ਨਾਲ ਸਾਨੂੰ ਸਮਝਣਾ ਚਾਹੀਦਾ ਹੈ। ਆਓ ਕੁਝ ਘੜੀਆਂ ਸਾਹਿਬਾਂ ਦੀ ਵਿਚਾਰ ਨਾਲ ਜੁੜਦੇ ਹਾਂ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ਿਸ਼ ਦੁਹਰਾ ਲਈਏ, ਕੋਈ ਵੀ ਰਸਨਾ ਫਤਿਹ ਤੋਂ ਵਾਂਝੀ ਨਾ ਰਹੇ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਪਿਤਾ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਜਦੋਂ ਜ਼ਿਕਰ ਚੱਲਦਾ ਹੈ, ਤੇ ਜਿਵੇਂ ਮੇਰੇ ਵੀਰ ਨੇ ਕਿਹਾ ਵੀ ਕਈ ਕਾਰਨ ਨੇ ਉਹਦੇ, ਉਹਨਾਂ ਕਾਰਨਾਂ 'ਚੋਂ ਇੱਕ ਅਹਿਮ ਕਾਰਨ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋਣਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ। ਕਿਉਂਕਿ ਜਦੋਂ ਤੁਸੀਂ ਤਰੀਕਾਂ ਨੂੰ ਵੇਖੋਗੇ ਧਿਆਨ ਨਾਲ ਤੇ ਤੁਹਾਡੇ ਗੱਲ ਸੌਖੀ ਸਮਝ ਆਏਗੀ। 1 ਸਤੰਬਰ 1604 ਨੂੰ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਜਿਹਨੂੰ ਅਸੀਂ ਪੋਥੀ ਪਰਮੇਸ਼ਰ ਦਾ ਥਾਮ ਵੀ ਕਹਿੰਦੇ ਹਾਂ। ਔਰ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਣ ਦੇ ਨਾਲ ਹੀ ਲਾਹੌਰ ਦਰਬਾਰ ਵਿੱਚ ਚਰਚਾਵਾਂ ਛਿੜ ਜਾਂਦੀਆਂ ਨੇ ਵੀ ਜਿਹੜੀ ਗੱਲ ਬਾਬੇ ਨਾਨਕ ਜੀ ਨੇ 1 2 4 10 ਬੰਦਿਆਂ ਤੱਕ ਕੀਤੀ ਸੀ, ਉਹ ਹੁਣ ਕੰਪਲੀਟ ਗ੍ਰੰਥ ਰੂਪ ਵਿੱਚ ਪ੍ਰਕਾਸ਼ ਹੋ ਗਈ ਹੈ। ਇਹ ਧਿਆਨ ਨਾਲ ਤਾਂ ਸਮਝਣ ਵਾਲੀ ਗੱਲ ਹੈ, ਕਿਉਂਕਿ
दुनिया दे अंदर पहला एक ऐसा ग्रंथ है जिहड़ा सारे संसार दा साझा ग्रंथ है। ਜਿਹੜਾ ਮਜ਼ਹਬ ਤੇ ਧਰਮ ਸ਼ਬਦ ਸਾਡੇ ਜੇਲ੍ਹ ਵਿੱਚ ਪਾਇਆ ਗਿਆ ਉਹ ਅਜੇ ਤੱਕ ਸਾਨੂੰ ਉਹਦੀ ਵਿਆਖਿਆ ਹੀ ਨਹੀਂ ਪਤਾ ਵੀ ਧਰਮ ਅਸਲ ਵਿੱਚ ਕਿਹਨੂੰ ਕਹਿੰਦੇ ਨੇ। ਅਸੀਂ ਚਿੰਨ੍ਹਾਂ ਨੂੰ ਧਰਮ ਮੰਨਦੇ ਹਾਂ, ਕਈ ਵਾਰ ਅਸੀਂ ਲਿਬਾਸ ਨੂੰ ਕਈ ਵਾਰ ਧਰਮ ਕਹਿੰਦੇ ਹਾਂ। ਬਾਬੇ ਨਾਨਕ ਜੀ ਨੇ ਵਿਚਾਰਧਾਰਾ ਨੂੰ ਧਰਮ ਮੰਨਿਆ ਔਰ ਵਿਚਾਰਧਾਰਾ ਤੋਂ ਬਾਅਦ ਅਗਲੀਆਂ ਸਾਰੀਆਂ ਚੀਜ਼ਾਂ ਉਹਦੇ ਨਾਲ ਜੁੜਦੀਆਂ ਹੁੰਦੀਆਂ ਨੇ। ਪਹਿਲੇ ਰੂਪ 'ਚ ਹੁੰਦੀ ਹੈ ਵਿਚਾਰਧਾਰਾ। ਹੁਣ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਪੋਥੀ ਦਾ ਪ੍ਰਕਾਸ਼ ਹੋਇਆ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦਾ ਅੰਮ੍ਰਿਤਸਰ ਤੇ ਪ੍ਰਕਾਸ਼ ਕਰਦਿਆਂ ਔਰ ਦੋ ਗੱਲਾਂ ਐਲਾਨੀਆਂ ਹੋਈਆਂ। ਪਹਿਲੀ ਗੱਲ ਇਹ ਹੋਈ ਵੀ ਇਸ ਦਰਬਾਰ ਵਿੱਚ ਦੁਨੀਆ ਦਾ ਕੋਈ ਵੀ ਵਿਅਕਤੀ ਆਣ ਕੇ ਨਮਸਕਾਰ ਕਰ ਸਕਦਾ। ਇਹਦੇ ਤੋਂ ਪਹਿਲਾਂ ਧਰਮ ਅਸਥਾਨਾਂ ਔਰ ਧਰਮ ਗ੍ਰੰਥਾਂ ਵਿੱਚ ਇਹ ਛੂਟ ਨਹੀਂ ਸੀ। ਤੁਸੀਂ ਇਤਿਹਾਸ ਦੇ ਪੰਨੇ ਫਰੋਲ ਕੇ ਵੇਖੋ, ਅੱਜ ਵੀ ਨਹੀਂ ਹੈ। ਕਿਸੇ ਇੱਕ ਫਿਰਕੇ ਦਾ ਧਰਮ ਅਸਥਾਨ ਹੋਵੇ ਤੇ ਦੂਜੇ ਫਿਰਕੇ ਨਾਲ ਸੰਬੰਧਿਤ ਬੰਦੇ ਉਸ ਧਰਮ ਅਸਥਾਨ ਤੇ ਜਾ ਨਹੀਂ ਸਕਦੇ। ਇੱਕੋ ਇੱਕ ਦੁਨੀਆ 'ਚ ਗੁਰੂ ਗ੍ਰੰਥ ਸਾਹਿਬ ਤੇ ਗੁਰਦੁਆਰਾ ਹੈ ਜਿੱਥੇ ਮੱਥਾ ਟੇਕਣ ਵਾਲੇ ਨੂੰ ਇਹ ਸੋਚਣ ਦੀ ਲੋੜ ਨਹੀਂ ਵੀ ਮੈਂ ਮੱਥਾ ਟੇਕਾਂਗਾ ਤੇ ਕੋਈ ਮੈਨੂੰ ਇਹ ਪੁੱਛ ਲਏਗਾ ਵੀ ਤੇਰੀ ਬਿਰਾਦਰੀ ਕੀ ਹੈ, ਤੇਰਾ ਮਜ਼ਹਬ ਕੀ ਹੈ, ਤੇਰੀ ਜਾਤ ਕੀ ਹੈ, ਤੂੰ ਕਿਹੜੇ ਫਿਰਕੇ ਨਾਲ ਸੰਬੰਧ ਰੱਖਦਾ। ਇੱਕੋ ਹੀ ਇੱਕ ਦੁਨੀਆ 'ਚ ਦਰ ਅੱਜ ਵੀ ਹੈ, 21ਵੀਂ ਸਦੀ 'ਚ ਵੀ ਅੱਜ ਵੀ ਇਦਾਂ ਹੀ ਹੈ। ਭਾਵੇਂ ਦੁਨੀਆ ਚੰਦਰਮਾ ਤੇ ਪਹੁੰਚ ਗਈ ਹੋਵੇ, ਭਾਵੇਂ ਦੁਨੀਆ ਨੇ ਮੰਗਲ ਗ੍ਰਹਿ ਤੱਕ ਖੋਜਾਂ ਕਰ ਲਈਆਂ ਹੋਣ, ਸਾਇੰਸ ਬਹੁਤ ਤਰੱਕੀ ਕਰ ਗਈ ਹੋਵੇ, ਪਰ ਅੱਜ ਵੀ ਸਮਾਜ ਇੱਥੇ ਹੀ ਖੜਾ ਹੈ। ਜੇ ਇੱਕ ਕਿਸੇ ਬੰਦੇ ਦਾ ਧਰਮ ਅਸਥਾਨ ਹੈ ਤੇ ਦੂਜੇ ਧਰਮ ਨਾਲ ਸੰਬੰਧਿਤ ਬੰਦੇ ਉਸ ਜਗ੍ਹਾ ਤੇ ਨਮਸਕਾਰ ਨਹੀਂ ਕਰ ਸਕਦੇ ਔਰ ਜੇ ਰੱਬ ਨਾ ਕਰੇ ਕਿਸੇ ਦੂਜੇ ਧਰਮ ਨਾਲ ਸੰਬੰਧਿਤ ਬੰਦਾ ਉਸ ਧਰਮ ਅਸਥਾਨ ਤੇ ਨਜ਼ਰੀ ਆ ਜਾਏ ਤੇ ਹੰਗਾਮਾ ਖੜਾ ਹੋ ਸਕਦਾ, ਪਰਲੋ ਆ ਜਾਂਦੀ ਹੈ। ਬਹੁਤ ਵੱਡੀਆਂ ਸਮੱਸਿਆਵਾਂ ਨੂੰ ਜਨਮ ਦਿੱਤਾ ਜਾਂਦਾ ਇਹਨਾਂ ਸਾਰੀਆਂ ਗੱਲਾਂ ਨਾਲ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਪ੍ਰਕਾਸ਼ ਕੀਤਾ ਔਰ ਦੋ ਤਿੰਨ ਬੇਨਤੀਆਂ ਕਰਕੇ ਫਿਰ ਮੈਂ ਆਪਣੇ ਵਿਸ਼ੇ ਤੇ ਅਗਲੇਰੇ ਤੇ ਆਉਣਾ। ਇਸ ਗੁਰੂ ਗ੍ਰੰਥ ਸਾਹਿਬ ਅੰਦਰ ਸ਼ਬਦ ਦਰਜ ਕਰਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਜਿਹੜੇ ਬੰਦਿਆਂ ਨੂੰ ਅਜੇ ਤੱਕ ਧਰਮ ਸਥਾਨ ਤੇ ਆਉਣ ਦੀ ਆਗਿਆ ਹੀ ਨਹੀਂ ਸੀ ਦਿੱਤੀ ਗਈ, ਉਹਨਾਂ ਬੰਦਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਰ ਦੇਣਾ ਅੱਜ ਤੋਂ 400 ਸਾਲ ਪਹਿਲਾਂ ਬਹੁਤ ਵੱਡੀ ਕ੍ਰਾਂਤੀ ਸੀ। ਅਜੇ ਤੱਕ ਵੀ ਇਦਾਂ ਹੀ ਹੈ। ਅੱਜ ਠੀਕ ਹੈ ਅਸੀਂ ਗੁਰਾਂ ਦੇ ਪੰਜਾਬ ਵਿੱਚ ਰਹਿੰਦੇ ਹਾਂ, ਕੁਝ ਚੀਜ਼ਾਂ ਦਾ ਇੱਥੇ ਬਾਕੀਆਂ ਸਟੇਟਾਂ ਨਾਲੋਂ ਜਾਂ ਬਾਕੀ ਕੰਟਰੀ ਨਾਲੋਂ ਫਰਕ ਹੋ ਸਕਦਾ ਪਰ ਬਹੁਤਾ ਫਰਕ ਨਹੀਂ ਹੈ। ਮੈਨੂੰ ਵੀਰਾਂ ਨੇ ਦੱਸਿਆ ਵੀ ਇਸ ਨਗਰ 'ਚ ਇੱਕੋ ਹੀ ਗੁਰਦੁਆਰਾ ਹੈ। ਸੱਚੀ ਤੁਸੀਂ ਵਧਾਈ ਦੇ ਪਾਤਰ ਹੋ। ਤੁਹਾਡੇ ਪੁਰਖਿਆਂ ਨੇ, ਤੁਹਾਡੇ ਵਡੇਰਿਆਂ ਨੇ ਇਹ ਘਾਲਣਾ ਘਾਲੀ ਵੀ ਘੱਟੋ ਘੱਟ ਤੁਹਾਨੂੰ ਗੁਰਦੁਆਰਿਆਂ ਦੇ ਰਾਹੀਂ ਨਹੀਂ ਵੰਡਣ ਦਿੱਤਾ, ਨਹੀਂ ਤੇ ਸਾਨੂੰ ਪਿੰਡਾਂ ਵਿੱਚ ਹਰ ਬਿਰਾਦਰੀ ਦਾ ਗੁਰਦੁਆਰਾ ਬਣਾ ਕੇ ਅਲੱਗ ਕਰ ਦਿੱਤਾ ਵੀ ਤੇਰੀ ਬਿਰਾਦਰੀ ਦਾ ਆਹ ਗੁਰਦੁਆਰਾ ਹੈ, ਤੇਰੀ ਦਾ ਆਹ ਗੁਰਦੁਆਰਾ ਹੈ। ਘੱਟੋ ਘੱਟ ਤੂੰ ਗੁਰਦੁਆਰੇ ਜਾ ਕੇ ਵੀ ਕਿਤੇ ਸਾਂਝੀ ਗੱਲ ਨਾ ਕਰ ਲੈ। ਔਰ ਜੇ ਇਸ ਜਗ੍ਹਾ ਇਹ ਗੱਲ ਹੈ ਤਾਂ ਇਹਦਾ ਮਤਲਬ ਸਾਡੇ ਬਜ਼ੁਰਗਾਂ ਨੇ ਲੰਮੇ ਸਮੇਂ ਤੋਂ ਇਸ ਘਾਲਣਾ ਨੂੰ ਘਾਲਿਆ ਤੇ ਅਜੇ ਤੱਕ ਵੀ ਇਹ ਗੱਲਾਂ ਜਿਉਂਦੀਆਂ ਨੇ ਔਰ ਇਹਨਾਂ ਨੂੰ ਸਦਾ ਜਿਉਂਦੀਆਂ ਰੱਖਿਓ। ਇਹ ਪੰਜਾਬ ਵਿੱਚ ਐਗਜ਼ਾਮਪਲਾਂ ਦੇਣ ਵਾਸਤੇ ਮੈਨੂੰ ਲੱਗਦਾ ਬਹੁਤ ਘੱਟ ਨਗਰ ਹੋਣੇ ਨੇ ਜਿਹੜੇ ਇੱਕ ਨਗਰ ਵਿੱਚ ਇੱਕ ਗੁਰਦੁਆਰਾ ਹੋਵੇ, ਨਹੀਂ ਤਾਂ ਗੁਰਦੁਆਰੇ ਇੱਕ ਨਗਰ ਵਿੱਚ ਇੱਕ ਜਾਤ ਦੇ ਵੀ ਦੋ ਦੋ ਹੈਗੇ ਨੇ। ਹਰ ਜਾਤ ਦਾ ਤੇ ਆਪਣਾ ਹੈਗਾ ਹੀ ਹੈ, ਇੱਕ ਜਾਤ ਦੇ ਵੀ ਦੋ ਹੈਗੇ ਨੇ। ਹੁਣ ਇਹ ਗੱਲਾਂ ਅਸੀਂ ਜਦੋਂ ਧਿਆਨ ਨਾਲ ਵੇਖਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਔਰ ਸ਼ਬਦ ਵਰਤ ਲੈ ਮਹਾਰਾਜ ਨੇ ਬਾਣੀ ਦੇ ਅੰਦਰ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ। ਜਿਹੜੇ ਬੰਦੇ ਵਰਨ ਵੰਡ ਪੈਦਾ ਕਰਕੇ ਆਪਣੀ ਚੌਧਰ ਬਚਾ ਕੇ ਬੈਠੇ ਸਨ ਉਹਨਾਂ ਵਾਸਤੇ ਬਹੁਤ ਖਤਰਾ ਸੀ। ਸਮਾਜ ਧਰਮ ਰਾਹੀਂ ਇੱਕ ਹੁੰਦਾ ਹੈ ਤੇ ਜਦੋਂ ਸਮਾਜ ਇੱਕ ਹੁੰਦਾ ਹੈ ਤੇ ਬਹੁਤ ਸਾਰੀਆਂ ਸਮੱਸਿਆਵਾਂ ਜਨ ਸਧਾਰਨ ਬੰਦਿਆਂ ਨੂੰ ਆਉਂਦੀਆਂ ਨੇ। ਇਸ ਕਰਕੇ ਉਹਨਾਂ ਦੀ ਕੋਸ਼ਿਸ਼ ਇਹ ਰਹਿੰਦੀ ਹੈ ਵੀ ਸਮਾਜ ਇੱਕ ਨਹੀਂ ਹੋਣਾ ਚਾਹੀਦਾ। ਅੱਜ ਤੁਸੀਂ ਵੇਖੋ, ਅਸੀਂ ਪਰਿਵਾਰਕ ਰੂਪ ਵਿੱਚ, ਅਸੀਂ ਪਿੰਡਾਂ ਵਿੱਚ, ਅਸੀਂ ਸਟੇਟ ਦੇ ਲੈਵਲ ਤੇ ਸਾਰੀਆਂ ਕਹਾਣੀਆਂ ਅੱਡ ਹੋਣ ਦੀਆਂ ਪੜ੍ਹ ਰਹੇ ਹਾਂ, ਇੱਕ ਹੋਣ ਦੀ ਕਹਾਣੀ ਨਹੀਂ ਪੜ੍ਹ ਰਹੇ। ਸਾਨੂੰ ਇੱਕ ਹੋਣ ਦਾ ਪਾਠ ਨਹੀਂ ਪੜ੍ਹਾਇਆ ਜਾ ਰਿਹਾ, ਸਾਨੂੰ ਇਕੱਠਿਆਂ ਹੋਣ ਦੀ ਜਾਂਚ ਨਹੀਂ ਦੱਸੀ ਜਾ ਰਹੀ, ਸਾਨੂੰ ਅੱਡ ਹੋਣ ਦੀਆਂ ਜਾਂਚਾਂ ਦੱਸੀਆਂ ਜਾ ਰਹੀਆਂ ਨੇ। ਸਾਨੂੰ
ਸੈਪਰੇਟ ਹੋਣ ਦੀਆਂ ਜਾਚਾਂ ਦੱਸੀਆਂ ਜਾ ਰਹੀਆਂ ਨੇ, ਸਾਨੂੰ ਆਪਣੇ ਆਪ ਵਿੱਚ ਆਪਣੀਆਂ ਗੱਲਾਂ ਕਰਨ ਦੀਆਂ ਜਾਚਾਂ ਦੱਸੀਆਂ ਜਾ ਰਹੀਆਂ ਨੇ। ਪਰ ਗੁਰੂ ਨਾਨਕ ਸਾਹਿਬ ਜੀ ਦਾ ਘਰ ਜਿਹੜਾ ਹੈ, ਤੁਸੀਂ ਦਿਨ 'ਚ 2 ਵਾਰ ਕਹਿੰਦੇ ਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਹੁਣ ਇਹ ਨਿੱਕੀ ਮੋਟੀ ਗੱਲ ਨਹੀਂ ਹੈ, ਇਹ ਬਹੁਤ ਵੱਡੀ ਗੱਲ ਹੈ। ਸਰਬੱਤ ਦੇ ਵਿੱਚ ਇਕੱਲਾ ਪੰਜਾਬ ਨਹੀਂ ਆਉਂਦਾ, ਇਕੱਲਾ ਭਾਰਤ ਨਹੀਂ ਆਉਂਦਾ, ਸਰਬੱਤ ਮੀਨਿੰਗ ਪੂਰੀ ਦੁਨੀਆ ਹੁੰਦਾ ਹੈ। ਇਹਦਾ ਮਤਲਬ ਹੈ ਸਿੱਖ ਦਿਨ 'ਚ 2 ਵਾਰ ਇਹ ਗੁਜ਼ਾਰਿਸ਼ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਕਰਦਾ ਹੈ ਵੀ ਮਹਾਰਾਜ ਮੈਨੂੰ ਇਸ ਕਾਬਲ ਬਣਾਏ ਵੀ ਮੈਂ ਸਰਬੱਤ ਦਾ ਭਲਾ ਕਰ ਸਕਾਂ। ਔਰ ਹਕੀਕਤ ਇਹਦੇ ਉਲਟ ਹੈ, ਗੱਲ ਇਹ ਕਹਿ ਰਿਹਾ ਹੈ ਵੀ ਮੈਨੂੰ ਇਸ ਕਾਬਲ ਬਣਾ ਮੈਂ ਸਰਬੱਤ ਦਾ ਭਲਾ ਕਰ ਸਕਾਂ। ਪਰ ਸਹੀ ਅਰਥਾਂ ਸੱਚਾਈ ਇਹ ਹੈ ਵੀ ਬੰਦਾ ਅੱਜ ਇੰਨਾ ਸੰਕੂਰਨ ਹੋ ਗਿਆ ਹੈ, ਇੰਨਾ ਤੰਗ ਦਿਲ ਹੋ ਗਿਆ ਹੈ, ਇਹ ਲੱਗਦੇ ਵਾ ਕਿਸੇ ਦਾ ਭਲਾ ਹੋਣ ਨਹੀਂ ਦਿੰਦਾ। ਜੇ ਇਹਨੂੰ ਪਤਾ ਲੱਗ ਜਾਏ ਨਾ ਭਲਾ ਹੋ ਰਿਹਾ ਤੇ ਡਿੱਕਾ ਬਣਦਾ ਉਹਦੇ। ਅਸੀਂ ਰਿਸ਼ਤੇਦਾਰੀ 'ਚ ਕਿਸੇ ਦਾ ਭਲਾ ਨਹੀਂ ਹੋਣ ਦਿੰਦੇ, ਅਸੀਂ ਗਲੀ ਗਵਾਂਢ ਕਿਸੇ ਦਾ ਭਲਾ ਨਹੀਂ ਹੋਣ ਦਿੰਦੇ। ਇਸੇ ਕਰਕੇ ਕਿਸੇ ਦੇ ਕਾਮਯਾਬ ਹੋਣ ਦੀ ਖਬਰ ਸਾਨੂੰ ਦੁਖੀ ਕਰਦੀ ਹੈ ਤੇ ਕਿਸੇ ਦੇ ਫੇਲੀਅਰ ਹੋਣ ਦੀ ਖਬਰ ਸਾਨੂੰ ਬੜਾ ਸਕੂਨ ਦਿੰਦੀ ਹੈ। ਮੈਂ ਕੀ ਕਿਹਾ ਸੀ, ਗੁਰੂ ਨਾਨਕ ਦਾ ਘਰ ਇਹਦੇ ਤੋਂ ਉੱਪਰ ਉੱਠ ਕੇ ਤੁਹਾਨੂੰ ਇਸ ਲੈਵਲ ਤੇ ਲਿਆਣ ਕੇ ਖੜਿਆ ਕਰਦਾ ਕਿ ਤੂੰ ਸਰਬੱਤ ਦਾ ਭਲਾ ਮੰਗਣਾ ਹੈ। ਮੰਗਣਾ ਹੀ ਨਹੀਂ ਇਕੱਲਾ, ਸਰਬੱਤ ਦੇ ਭਲੇ ਲਈ ਤੂੰ ਯਤਨਸ਼ੀਲ ਵੀ ਹੋਣਾ ਹੈ। ਬਾਬੇ ਨਾਨਕ ਜੀ ਦੇ ਵੇਲੇ ਤੋਂ ਇਹ ਵਿਚਾਰ ਆਰੰਭ ਹੋ ਗਏ। ਮਹਾਰਾਜ ਨੇ ਸਰਬੱਤ ਦੇ ਭਲੇ ਲਈ ਪਹਿਲਾ ਨਗਰ ਕਰਤਾਰਪੁਰ ਵਸਾਇਆ। ਪਤਾ ਨਹੀਂ ਅਸੀਂ ਇਤਿਹਾਸ ਨੂੰ ਕਦੀ ਵੇਖਦੇ ਹਾਂ ਕਿ ਨਹੀਂ, ਜਿਹੜਾ ਕਰਤਾਰਪੁਰ ਹੈ ਇਸ ਵੇਲੇ ਕਾਗਜ਼ਾਂ 'ਤੇ ਹੈਗਾ ਪਰ ਧਰਤੀ ਤੇ ਉਹ ਕਰਤਾਰਪੁਰ ਨਹੀਂ ਹੈ। ਤੁਹਾਡੇ 'ਚ ਸੂਝਵਾਨ ਸੱਜਣ ਪੜ੍ਹੇ ਲਿਖੇ ਬੈਠੇ ਨੇ, ਗੁਰਦੁਆਰਾ ਜ਼ਰੂਰ ਹੈਗਾ ਉੱਥੇ ਪਰ ਕਰਤਾਰਪੁਰ ਨਗਰ ਨਹੀਂ ਹੈ ਉਹ। ਔਰ ਉਸ ਕਰਤਾਰਪੁਰ ਬਾਰੇ ਇਤਿਹਾਸ ਨੇ ਲਿਖਿਆ ਵੀ ਪਹਿਲਾ ਦੁਨੀਆ ਦਾ ਐਸਾ ਨਗਰ ਸੀ ਜਿਸ ਨਗਰ ਵਿੱਚ ਇੰਜ ਫੀਲ ਹੁੰਦਾ ਸੀ ਵੀ ਕਰਤਾਰ ਆਪ ਵਸਦਾ ਹੈ, ਰੱਬ ਆਪ ਉਸ ਧਰਤੀ ਤੇ ਰਹਿੰਦਾ ਹੈ। ਦੂਜਾ ਨਗਰ ਹੈ ਜਿਹਦੇ ਬਾਰੇ ਤੁਸੀਂ 10ਵੇਂ ਪਾਤਸ਼ਾਹ ਜੀ ਦੇ ਇਤਿਹਾਸ ਵਿੱਚੋਂ ਸੁਣਦੇ ਹੋ, ਆਨੰਦਪੁਰ, ਆਨੰਦਾਂ ਦੀ ਪੁਰੀ। ਹਾਲਾਂਕਿ ਬਹੁਤ ਸਾਰੇ ਨਗਰ ਗੁਰੂ ਸਾਹਿਬ ਜੀ ਨੇ ਵਸਾਏ, ਪਹਿਲਾ ਨਗਰ ਵਸਾਇਆ ਕਰਤਾਰਪੁਰ, ਉਹਦੇ ਬਾਰੇ ਫੀਲ ਕਰਾਇਆ ਗਿਆ ਵੀ ਇਹ ਕਰਤੇ ਦਾ ਸ਼ਹਿਰ ਹੈ, ਕਰਤੇ ਦਾ ਨਗਰ ਹੈ। ਤੇ ਉੱਥੇ ਹਰ ਰਹਿਣ ਵਾਲੇ ਨੂੰ ਇੰਜ ਲੱਗਦਾ ਸੀ ਸਾਡੇ ਨਗਰ ਦਾ ਕੋਈ ਐਸਾ ਕੋਨਾ ਨਹੀਂ ਹੈ ਜਿੱਥੇ ਕਰਤਾ ਨਾ ਵਸਦਾ ਹੋਵੇ। ਗੱਲ ਫਿਰ ਲੰਬੀ ਨਾ ਹੋਵੇ, ਇਹ ਕਰਤਾਰਪੁਰ ਮੇਰੇ ਦਾਤੇ ਨੇ ਉਦਾਸੀਆਂ ਤੋਂ ਬਾਅਦ ਵਸਾਇਆ ਸੀ ਆਣ ਕੇ। ਜੇ ਤੁਸੀਂ ਇਤਿਹਾਸ ਨੂੰ ਪੜ੍ਹੋਗੇ ਨਾ ਕਦੀ ਧਿਆਨ ਨਾਲ, ਮਹਾਰਾਜ ਨੇ ਉਦਾਸੀਆਂ ਕੀਤੀਆਂ, ਪ੍ਰਚਾਰ ਫੇਰੀਆਂ ਕੀਤੀਆਂ, ਉਹਦੇ ਤੋਂ ਬਾਅਦ ਆਣ ਕੇ ਕਰਤਾਰਪੁਰ ਨਗਰ ਵਸਾਇਆ। ਮਹਾਰਾਜ ਨੇ ਕੀ ਵੇਖਿਆ, ਇਸ ਧਰਤੀ ਤੇ ਧਰਮ ਸਥਾਨ ਵੀ ਬਹੁਤ ਨੇ ਤੇ ਧਰਮ ਦੀਆਂ ਗੱਲਾਂ ਕਰਨ ਵਾਲੇ ਵੀ ਬਹੁਤ ਨੇ, ਪਰ ਜ਼ਮੀਨ ਤੇ ਧਰਮ ਕਿਸੇ ਵੀ ਕੋਨੇ 'ਚ ਨਜ਼ਰੀ ਨਹੀਂ ਆਉਂਦਾ। ਈਵਨ ਇੱਥੋਂ ਤੱਕ ਧਰਮ ਅਸਥਾਨ ਵੀ ਧਰਮ ਨਹੀਂ ਕਮਾ ਰਹੇ। ਇਸੇ ਕਰਕੇ ਇੱਕ ਧਰਮ ਅਸਥਾਨ ਤੇ ਦੂਜੇ ਧਰਮ ਅਸਥਾਨਾਂ ਦੀਆਂ ਆਲੋਚਨਾਵਾਂ ਹੋ ਰਹੀਆਂ ਨੇ, ਉਹਦੇ ਵਿਰੋਧ 'ਚ ਚਰਚਾ ਹੋ ਰਹੀ ਹੈ। ਹਾਲਾਂਕਿ ਇਹ ਗੱਲਾਂ ਵੀ ਬੜੀ ਗੰਭੀਰਤਾ ਨਾਲ ਸਮਝਣ ਵਾਲੀਆਂ ਨੇ ਵੀ ਧਰਮ ਦੀ ਵਿਆਖਿਆ ਕਿਹੜੇ ਬੰਦਿਆਂ ਨੇ ਇਸ ਤਰ੍ਹਾਂ ਦੀ ਕਰ ਦਿੱਤੀ, ਜਾਂ ਕਿਵੇਂ ਕੋਈ ਬੰਦਾ ਕਿਸੇ ਦਾ ਦੁਸ਼ਮਣ ਹੋ ਸਕਦਾ ਹੈ। ਔਰ ਤੁਸੀਂ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਣਾ ਤੇ ਫਿਰ ਸਮਝ ਆਉਣੀ ਹੈ ਬਾਬੇ ਨੇ ਉਹਨਾਂ ਉਦਾਸੀਆਂ ਤੋਂ ਆਉਣ ਤੋਂ ਬਾਅਦ ਇੱਕ ਨਗਰ ਵਸਾਇਆ ਜਿਹੜਾ ਸੱਚੀ ਮੁੱਚੀ ਉਸ ਵੇਲੇ ਇੱਕ ਰੋਲ ਮਾਡਲ ਨਗਰ ਦੇ ਵਾਂਗ ਸੀ ਵੀ ਜੇ ਰੱਬ ਰਹਿੰਦਾ ਹੋਏਗਾ ਜਿਸ ਜਗ੍ਹਾ ਤੇ ਉਹ ਕਰਤਾਰਪੁਰ ਵਰਗਾ ਨਗਰ ਹੋਏਗਾ। ਹੋਣਾ ਤੇ ਇਹ ਚਾਹੀਦਾ ਸੀ। ਉਸ ਕਰਤਾਰਪੁਰ ਨੂੰ ਰੋਲ ਮਾਡਲ ਬਣਾ ਕੇ ਅੱਜ ਦੀ ਇਸ ਸਪੀਡ ਵਾਲੀ ਜਿਹੜੀ ਬੜੀ ਫਾਸਟ ਦੁਨੀਆ ਚੱਲਦੀ ਹੈ, ਇਹਦੇ 'ਚ ਪੂਰੀ ਦੁਨੀਆ 'ਚ ਕਰਤਾਰਪੁਰ ਵਰਗੇ ਨਗਰ ਚਾਹੀਦੇ ਸੀ। ਪਰ ਅਗਲਿਆਂ ਨੇ ਉਹ ਕਰਤਾਰਪੁਰ ਵੀ ਨਹੀਂ ਰਹਿਣ ਤੱਕ, ਕਿਉਂਕਿ ਕਿਤੇ ਰੋਲ ਮਾਡਲ ਨਾ ਬਣ ਜਾਏ। ਇਹ ਬਾਬੇ ਨਾਨਕ ਦੇ ਵੇਲੇ ਦੀ ਗੱਲ ਹੈ। ਬਾਣੀ ਦੇ ਰਾਹੀਂ ਸਿਲਸਿਲਾ ਅੱਗੇ ਚੱਲਦਾ ਰਿਹਾ, ਸਤਿਗੁਰੂ ਜੀ ਦੀ ਬਾਣੀ ਦਾ ਪ੍ਰਕਾਸ਼ ਹੋ ਗਿਆ, ਸ਼ਬਦਾਂ ਦੇ ਰਾਹੀਂ ਬਹੁਤ ਕੁਝ ਮਹਾਰਾਜ ਨੇ ਬਾਣੀ 'ਚ ਕਿਹਾ। ਇੱਥੋਂ ਤੱਕ ਸ਼ਬਦ ਬਾਬੇ ਨੇ ਬਾਣੀ 'ਚ ਵਰਤੇ, ਰਾਜੇ ਸ਼ੀ ਮੁਕੱਦਮ ਕੁੱਤੇ, ਬੜੀ ਨਿੱਕੀ ਜਿਹੀ ਗੱਲ ਨਹੀਂ ਸੀ। ਇਹਦੇ ਤੋਂ ਪਹਿਲਾਂ ਕਿਸੇ ਧਰਮ ਗ੍ਰੰਥ 'ਚ ਸ਼ਬਦ ਨਹੀਂ ਵਰਤੇ ਗਏ। ਬਾਬੇ ਨੇ ਬਾਣੀ ਦੇ ਅੰਦਰ ਸ਼ਬਦ ਵਰਤਿਆ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ਿਸ਼। ਦੁਨੀਆ ਦਾ ਹਰ ਬੰਦਾ ਪੁੱਛਦਾ ਵੀ ਰੱਬ ਦੀ ਰਹਿਮਤ ਕਿਵੇਂ ਹੁੰਦੀ ਹੈ। ਤੁਹਾਡੇ ਸਾਰਿਆਂ ਦੇ ਮਨਾਂ ਵਿੱਚ ਵੀ ਇਹ ਸਵਾਲ ਆਉਂਦਾ ਹੈ, ਇਸ ਤਰ੍ਹਾਂ ਦੇ ਖਿਆਲਾਤ ਆਉਂਦੇ ਨੇ ਵੀ ਰੱਬ ਖੁਸ਼ ਕਿਵੇਂ ਹੁੰਦਾ ਹੈ, ਰੱਬ ਰਹਿਮਤ ਕਦੋਂ ਕਰਦਾ ਹੈ। ਤੇ ਗੁਰੂ ਨਾਨਕ ਜੀ ਦੇ ਘਰ ਨੇ ਤੁਹਾਨੂੰ ਦੱਸਿਆ ਵੀ ਰੱਬ ਉਦੋਂ ਖੁਸ਼ ਹੁੰਦਾ ਹੈ, ਰੱਬ ਉਦੋਂ ਦਿਆਲੂ ਹੁੰਦਾ ਹੈ ਜਦੋਂ ਤੁਸੀਂ ਆਪਣੇ ਤੋਂ ਨੀਵੇਂ ਨੂੰ ਚੁੱਕ ਕੇ ਗਲ ਲਾ ਲੈਂਦੇ ਹੋ।
कोई लम्मी चौड़ी व्याख्या नहीं है ਇਹਦੀ। शब्द बड़ा सिंपल जिहा वरतिया और तुहानूं सारिਆਂ ਨੂੰ शब्द याद है। महाराज ने बाणी ਦੇ अंदर शब्द वरत लिया, जिथे नीच संभालीए तिथे नदर तेरी बख्शीश। थोड़ा जिहा गौर करियो कि पंजाब दे लोग आपां सारे अज ਇਹਦੇ ਤੇ अमल कर रहे हैं भी ਅਸੀਂ ਆਪਣੇ ਤੋਂ ਨੀਵੇਂ ਨੂੰ गल लाइए ना, सवाल ही पैदा नहीं ਹੁੰਦਾ। ਜਿਹੜਾ ਬੰਦਾ ਸਟੇਟਸ 'ਚ ਤੁਹਾਡੇ ਨਾਲੋਂ ਨੀਵਾਂ ਹੈ ਨਾ, ਤੁਹਾਨੂੰ ਚੰਗਾ ਹੀ ਨਹੀਂ ਲੱਗਦਾ, ਤੁਸੀਂ ਲਾਈਕ ਨਹੀਂ ਕਰਦੇ ਉਹਨੂੰ। ਜਿਹੜਾ ਬੰਦਾ ਸਟੇਟਸ ਵਿੱਚ ਤੁਹਾਡੇ ਨਾਲੋਂ ਅੱਪ ਹੈ, ਤੁਹਾਡੇ ਨਾਲੋਂ ਉੱਚਾ ਹੈ, ਤੁਸੀਂ ਲਾਈਕ ਉਹਨੂੰ ਕਰਦੇ ਹੋ। ਇਹਦਾ ਮਤਲਬ ਪਹਿਲਾ ਬੇਸਿਕ ਸਿਧਾਂਤ ਤੁਸੀਂ ਗੁਰੂ ਨਾਨਕ ਸਾਹਿਬ ਜੀ ਦਾ ਖਤਮ ਕਰ ਦਿੱਤਾ ਹੈ। ਔਰ ਪੰਜਾਬ ਨੇ ਗੁਰੂ ਨਾਨਕ ਦੇ ਘਰ ਨੇ ਇੱਥੇ ਤੋਂ ਅੱਗੇ ਤੁਰਨਾ ਸੀ। ਜਿਹੜੀਆਂ ਤਾਕਤਾਂ ਹੁੰਦੀਆਂ ਨੇ ਉਹ ਨੀਵਿਆਂ ਨੂੰ ਸੌਖਾ ਦਬਾ ਲੈਂਦੀਆਂ ਨੇ, ਤਾਕਤਵਰ ਬੰਦੇ ਦਬਾਉਣੇ ਔਖੇ ਹੁੰਦੇ ਨੇ ਉਹਨਾਂ ਵਾਸਤੇ। ਇਸ ਕਰਕੇ ਨੀਵਿਆਂ ਦੇ ਦਿਮਾਗ ਵਿੱਚ ਛਾਂ ਵੀ ਛੇਤੀ ਜਾਂਦੇ ਨੇ, ਉਹਨਾਂ ਨੂੰ ਡਰਾਇਆ ਵੀ ਛੇਤੀ ਜਾ ਸਕਦਾ ਹੈ। ਇਸੇ ਕਰਕੇ ਪਾਵਰਾਂ ਵਾਲੇ ਲੋਕ ਹਮੇਸ਼ਾ ਕਮਜ਼ੋਰ ਬੰਦਿਆਂ ਨੂੰ ਦਬਾ ਲੈਂਦੇ ਨੇ। ਬਾਬੇ ਨੇ ਬਾਣੀ ਦੇ ਰਾਹੀਂ ਇਹ ਫੈਸਲਾ ਕਰਕੇ ਐਲਾਨੀਆਂ ਕਹਿਤਾ, ਸਿੱਖ ਨੀਚ ਦੇ ਨਾਲ ਖਲੋਤਾ ਹੋਏਗਾ। ਜਿੱਥੇ ਕੋਈ ਸੱਚੀ ਮੁੱਚੀ ਦੁਖਿਆਰਾ ਹੋਏਗਾ, ਉਹਦੀ ਪਿੱਠ ਤੇ ਉਹਦੇ ਸਾਹਮਣੇ ਸੀਨਾ ਤਾਣ ਕੇ ਸਿੱਖ ਖਲੋਤਾ ਹੋਏਗਾ। ਬਾਣੀ ਦੇ ਬੋਲ ਵੀ ਉਹਦੇ ਨਾਲ ਹੋਣਗੇ, ਸਿੱਖ ਇਤਿਹਾਸ ਵੀ ਉਹਦੇ ਨਾਲ ਹੋਏਗਾ। ਇਹ ਗੱਲ ਚੱਲਦਿਆਂ ਚੱਲਦਿਆਂ ਇੱਥੋਂ ਤੱਕ ਪਹੁੰਚ ਗਈ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਇੱਕ ਸਿੰਘਾਸਣ ਰਚ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਤਾ ਔਰ ਬਾਬਾ ਬੁੱਢਾ ਜੀ ਨੂੰ ਇਹ ਆਵਾਜ਼ ਦੇ ਕੇ ਕਿਹਾ, ਬਾਬਾ ਬੁੱਢਾ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੋਲੋ, ਇਹਦੇ ਵਿੱਚੋਂ ਆਵਾਜ਼ਾਂ ਲਓ ਔਰ ਇਹ ਆਵਾਜ਼ ਸਾਰਾ ਪੰਥ ਸੁਣੇ। ਬਾਬਾ ਬੁੱਢਾ ਖੋਲੋ ਗ੍ਰੰਥ, ਲਿਓ ਆਵਾਜ਼, ਸੁਣੇ ਸਭ ਪੰਥ। ਸਾਰਾ ਪੰਥ ਇਸ ਗੱਲ ਨੂੰ ਸੁਣੇ। ਪੰਥ ਨੇ ਸੁਣਿਆ। ਦੁਨੀਆ ਦੇ ਬੜੇ ਮਹਾਨ ਲੋਕ, ਦੁਨੀਆ ਦੇ ਬੜੇ ਸਕੋਲਰ ਲੋਕ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਆ ਗਏ। ਉਹਦੇ 'ਚ ਇੱਕ ਐਗਜ਼ਾਮਪਲ ਦੇ ਕੇ ਮੈਂ ਅੱਗੇ ਚੱਲਦਾ। 11 ਦੇ 11 ਭੱਟ। ਭੱਟ ਮਤਲਬ ਬ੍ਰਾਹਮਣ ਵੀਰ। ਕਈ ਵਾਰ ਇਦਾਂ ਕਿਹਾ ਜਾਂਦਾ ਵੀ ਸਿੱਖ ਬਾਣੀ ਦੇ ਰਚੈਤਾ ਜਾਂ ਸਿੱਖ ਬਾਣੀ ਨੂੰ ਮੰਨਣ ਵਾਲੇ ਕਿਸੇ ਫਿਰਕੇ ਦੇ ਵਿਰੋਧ ਵਿੱਚ ਨੇ। ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 35 ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ ਤੇ 35 ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ। ਔਰ ਮੈਨੂੰ ਨਹੀਂ ਲੱਗਦਾ ਵੀ ਦੁਨੀਆ ਦਾ ਐਸਾ ਕੋਈ ਵਿਅਕਤੀ ਹੋਣਾ ਹੈ ਜਿਹੜਾ ਇਹ ਕਹੇ ਵੀ ਮੇਰਾ ਗੁਰੂ ਗ੍ਰੰਥ ਸਾਹਿਬ ਵਿੱਚ ਕੁਝ ਨਹੀਂ ਹੈ। ਇੱਥੇ ਜੁੱਤੀਆਂ ਗੰਢਣ ਵਾਲੇ ਭਗਤ ਰਵਿਦਾਸ ਜੀ ਦੀ ਬਾਣੀ ਵੀ ਦਰਜ ਹੈ ਔਰ ਉਹ ਬਾਣੀ 'ਚ ਕਹਿੰਦੇ ਨੇ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਬ ਹਮ ਹੋਤੇ, ਜਿੰਨਾ ਚਿਰ ਮੈਂ ਸੀ ਉਹਨਾਂ ਚਿਰ ਤੂੰ ਨਹੀਂ ਸੀ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਦੋਂ ਦਾ ਤੂੰ ਆ ਗਿਆ ਉਦੋਂ ਦਾ ਮੈਂ ਨਹੀਂ ਰਹਿ ਗਿਆ ਉੱਥੇ। ਹੁਣ ਇਸ ਬਾਬੇ ਦੀ ਬਾਣੀ ਦੇ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ ਦਰਜ ਹੈ, ਜਿਹੜੇ ਉਸ ਵੇਲੇ ਕੀ ਕਰਦੇ ਨੇ, ਕੱਪੜੇ ਧੋਣ ਦਾ ਕੰਮ ਕਰਦੇ ਨੇ। ਇਹੋ ਜਿਹੇ ਬੰਦਿਆਂ ਨੂੰ ਕੋਈ ਗ੍ਰੰਥਾਂ ਵਿੱਚ ਥਾਂ ਦਿੰਦਾ ਸੀ ਉਹਨਾਂ ਵੇਲਿਆਂ ਵਿੱਚ, ਪਰ ਬਾਬੇ ਨੇ ਉਹਨਾਂ ਨੂੰ ਇਸ ਥਾਂ ਦਿੱਤਾ। ਔਰ ਭਗਤ ਨਾਮਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਇਹ ਬੋਲ ਸਾਡੀ ਝੋਲੀ 'ਚ ਪਾਏ ਔਰ ਕਿਹਾ। ਭਗਤ ਨਾਮਦੇਵ ਜੀ ਕਹਿੰਦੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕੋਈ ਦੁਨੀਆ ਤੋਂ ਬਿਨਾਂ ਇੱਥੇ ਗੋਬਿੰਦ ਤੋਂ ਬਿਨਾਂ ਨਹੀਂ ਹੈ। ਸੋ ਖੈਰ ਇਹ ਵਿਚਾਰਧਾਰਾ ਦਾ ਪ੍ਰਕਾਸ਼ ਹੋਇਆ। ਵਕਤ ਦੀ ਹਕੂਮਤ ਤੇ ਵਕਤ ਦੇ ਨਕਲੀ ਧਾਰਮਿਕ ਲੋਕ ਬਹੁਤ ਪਰੇਸ਼ਾਨ ਹੋਏ। ਆਹ ਗੱਲ ਧਿਆਨ ਨਾਲ ਸੁਣਿਓ। ਵਕਤ ਦੀ ਹਕੂਮਤ ਤੇ ਵਕਤ ਦੇ ਨਕਲੀ ਧਾਰਮਿਕ ਲੋਕ। ਅਸਲੀ ਧਾਰਮਿਕ ਤੇ ਸਾਈਂ ਮੀਆਂ ਮੀਰ ਨਾਲ ਖੜਾ ਹੈ। ਧਰਮੀ ਬੰਦਾ ਜਿਹੜਾ ਸੱਚੀ ਮੁੱਚੀ ਧਰਮ ਨਾਲ ਸੰਬੰਧ ਰੱਖਦਾ ਹੈ, ਉਹ ਤੇ ਨਾਲ ਬਾਬਾ ਸ਼ੇਖ ਫਰੀਦ ਜੀ ਦੀ ਬਾਣੀ ਤੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਹੁਣ ਸ਼ੇਖ ਫਰੀਦ ਵੀ ਇਸਲਾਮ ਨਾਲ ਸੰਬੰਧ ਰੱਖਦਾ ਹੈ ਤੇ ਜਹਾਂਗੀਰ ਵੀ ਇਸਲਾਮ ਨਾਲ ਸੰਬੰਧ ਰੱਖਦਾ ਹੈ। ਜੇ ਗੁਰੂ ਨਾਨਕ ਸਾਹਿਬ ਜੀ ਦਾ ਘਰ ਕਿਸੇ ਇਸਲਾਮਿਕ ਵਿਚਾਰਧਾਰਾ ਦੇ ਵਿਰੁੱਧ ਵਿੱਚ ਹੈ ਤੇ ਇਹ ਗੱਲ ਬਾਬਾ ਫਰੀਦ ਜੀ ਨੂੰ ਕਿਉਂ ਨਹੀਂ ਸਮਝ ਲੱਗਦੀ, ਜਾਂ ਬਾਬਾ ਫਰੀਦ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਿਉਂ ਕੀਤੀ ਹੈ? ਇਹਦਾ ਮਤਲਬ ਹੈ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਵੀ ਵਿਚਾਰਧਾਰਾ ਜਾਂ ਕਿਸੇ ਫਿਰਕੇ ਦੇ ਵਿਰੋਧ ਵਿੱਚ ਨਹੀਂ ਹਨ। ਬਾਣੀ ਦਰਜ ਹੈ ਉਹਨਾਂ ਦੀ। ਔਰ ਜਿਹੜੀ ਗੱਲ ਬਾਬੇ ਨਾਨਕ ਜੀ ਨੇ ਆਪਣੀ ਰਸਨਾ ਤੋਂ ਕਹੀ ਹੈ, ਉਹੀ ਗੱਲ ਬਾਬਾ ਫਰੀਦ ਜੀ ਨੇ ਕਹੀ। ਜਿਹੜੀ ਗੱਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕਹੀ ਹੈ, ਉਹੀ ਗੱਲ ਬਾਬਾ ਕਬੀਰ ਜੀ ਨੇ ਕਹੀ ਹੈ। ਜਿਹੜੀ ਕਬੀਰ ਜੀ ਨੇ ਕਹੀ ਉਹੀ ਨਾਮਦੇਵ ਜੀ ਨੇ ਕਹੀ ਹੈ। ਔਰ ਇਹ ਕਾਫਲਾ ਬਣ ਗਿਆ। ਖੈਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਵਕਤ ਦੇ ਨਕਲੀ ਧਾਰਮਿਕ ਬੰਦੇ ਔਰ ਵਕਤ ਦੇ
ਨਕਲੀ ਰਾਜੇ ਬਹੁਤ ਪਰੇਸ਼ਾਨ ਹੋਏ। ਇਹ ਹਮੇਸ਼ਾ ਹੁੰਦੇ ਨੇ, ਅੱਜ ਵੀ ਹੋਏਗਾ। ਜਾਂ ਤੇ ਧਰਮ ਨੂੰ ਰਮਾਲਿਆਂ ਦੇ ਥੱਲੇ ਢੱਕ ਲਓ, ਵਕਤ ਦੇ ਧਾਰਮਿਕ ਬੰਦੇ ਨਕਲੀ ਤੇ ਵਕਤ ਦੇ ਨਕਲੀ ਰਾਜਨੀਤਿਕ ਬੰਦੇ ਤੁਹਾਡੇ ਨਾਲ ਸਹਿਮਤ ਹੋ ਜਾਣਗੇ। ਇੱਕ ਬੇਨਤੀ ਮੈਂ ਹੋਰ ਕਰ ਦਿਆਂ, ਅੱਜ ਨਾ ਸਾਨੂੰ ਕਈ ਵਾਰ ਇਦਾਂ ਲੱਗਦਾ ਵੀ ਗੁਰਦੁਆਰੇ ਰਾਜਨੀਤੀ ਦੀ ਗੱਲ ਨਹੀਂ ਹੋਣੀ ਚਾਹੀਦੀ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਜ਼ਿਕਰ ਰਾਜਨੀਤੀ ਤੋਂ ਬਿਨਾਂ ਹੋ ਹੀ ਨਹੀਂ ਸਕਦਾ, ਇਹ ਚੇਤੇ ਰੱਖੋ। ਤੇ ਜਦੋਂ ਤੁਸੀਂ ਜੂਨ 84 ਦੀ ਗੱਲ ਕਰਨੀ ਹੈ, ਫਿਰ ਤੇ ਰਾਜਨੀਤੀ ਦੀਆਂ ਪਰਤਾਂ ਖੁੱਲਣੀਆਂ ਨੇ, ਨਿੱਕੀਆਂ ਨਿੱਕੀਆਂ ਪਰਤਾਂ ਖੁੱਲਣੀਆਂ ਰਾਜਨੀਤੀ ਦੀਆਂ, ਜੇ ਤੁਸੀਂ ਜੂਨ 84 ਦੀ ਗੱਲ ਕਰਨੀ ਹੈ। ਹੁਣ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਇਹ ਗੱਲਾਂ ਐਲਾਨੀਆਂ ਕਹੀਆਂ, ਔਰ ਵਕਤ ਦੇ ਬੰਦੇ ਬਹੁਤ ਪਰੇਸ਼ਾਨ ਹੋਏ, ਔਰ ਉਹਨਾਂ ਨੇ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਨਾਲ ਗੱਲ ਕੀਤੀ, ਔਰ ਉਹਨਾਂ ਨੂੰ ਕਹਿੰਦੇ ਸਾਰੇ ਕੁਝ ਨਾਲ ਸਹਿਮਤ ਹੋਇਆ ਜਾ ਸਕਦਾ। ਸਾਡੀ ਇੱਕ ਬੇਨਤੀ ਪ੍ਰਵਾਨ ਕਰ ਲਓ, ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਤਰ੍ਹਾਂ ਨਾਲ ਮਾਨਤਾ ਨਾ ਦਿਵਾਓ। ਇੱਦਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੇਆਮ ਪ੍ਰਕਾਸ਼ ਕਰਕੇ ਲੋਕਾਂ 'ਚ ਨਾ ਲੈ ਕੇ ਜਾਓ, ਕਿਉਂਕਿ ਅਸੀਂ ਕਿਸੇ ਹੋਰ ਤਰ੍ਹਾਂ ਨਾਲ ਸਮਾਜ ਨੂੰ ਵੇਖਦੇ ਹਾਂ ਤੇ ਤੁਹਾਡੇ ਗ੍ਰੰਥ ਵਿੱਚ ਸਮਾਜ ਨੂੰ ਵੇਖਣ ਦਾ ਚਸ਼ਮਾ ਹੋਰ ਦਿੱਤਾ ਹੈ। ਇਸ ਤਰ੍ਹਾਂ ਨਾਲ ਸਾਡੇ ਸਮਾਜ ਦਾ ਜਾਂ ਜਿਹੜੀਆਂ ਗੱਲਾਂ ਅਸੀਂ ਅੱਜ ਤੱਕ ਪ੍ਰਵਾਨ ਕੀਤੀਆਂ ਨੇ ਉਹਨਾਂ ਦੇ ਪੱਲੇ ਕੁਛ ਨਹੀਂ ਰਹਿ ਜਾਣਾ। ਮਹਾਰਾਜ ਨੇ ਕਿਹਾ ਸੱਚ ਸੁਣਾਏ ਸੀ, ਬੋਲੋ ਗੱਜ ਕੇ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਜੇ ਅੱਜ ਮੈਂ ਤੁਹਾਡੇ ਕਹਿਣ ਤੇ ਇਸ ਵਿਚਾਰਧਾਰਾ 'ਚ ਕੋਈ ਤਬਦੀਲੀ ਲੈ ਆਂਦੀ ਤੇ ਸ਼ਾਇਦ ਦੁਨੀਆ 'ਚ ਕਦੀ ਵੀ ਕਿਸੇ ਨੇ ਸੱਚ ਨਹੀਂ ਕਹਿਣਾ। ਮੈਂ ਇਹ ਸੱਚ ਕਹਿਣ ਤੋਂ ਬਿਨਾਂ ਨਹੀਂ ਰਹਿ ਸਕਦਾ। ਜਹਾਂਗੀਰ ਨੇ ਕਿਹਾ ਜੇ ਸੱਚ ਕਹਿਣ ਬਿਨਾਂ ਨਹੀਂ ਰਹਿ ਸਕਦੇ ਤਾਂ ਫਿਰ ਤੁਹਾਨੂੰ ਰਹਿਣ ਦਾ ਇਸ ਦੁਨੀਆ ਤੇ ਕੋਈ ਹੱਕ ਨਹੀਂ ਹੈ। ਧਿਆਨ ਨਾਲ ਸੁਣਿਓ, ਤੁਹਾਨੂੰ ਰਹਿਣ ਦਾ ਇਸ ਦੁਨੀਆ ਤੇ ਕੋਈ ਹੱਕ ਨਹੀਂ ਹੈ। ਮਹਾਰਾਜ ਨੇ ਕਿਹਾ ਜਹਾਂਗੀਰ, ਜੇ ਤੈਨੂੰ ਇਹ ਲੱਗਦਾ ਹੈ ਵੀ ਅਰਜਨ ਦਾ ਸਰੀਰ ਮੁਕਾ ਕੇ ਤੇ ਤੂੰ ਗੁਰੂ ਅਰਜਨ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਦਾ ਵਾਸਤੇ ਮੁਕਾ ਦੇਂਗਾ ਤੇ ਤੇਰਾ ਬਹੁਤ ਵੱਡਾ ਭਰਮ ਹੈ। ਔਰ ਜੇ ਤੈਨੂੰ ਇੰਜ ਲੱਗਦਾ ਵੀ ਮੈਂ ਸਰੀਰ ਨੂੰ ਮੁਕਾ ਕੇ ਤੇ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਇੱਥੇ ਸਦਾ ਵਾਸਤੇ ਰੋਕ ਦਿਆਂਗਾ, ਇਹ ਵੀ ਤੇਰਾ ਬਹੁਤ ਵੱਡਾ ਭਰਮ ਹੈ। ਤੇਰੇ ਮਨ ਵਿੱਚ ਜੋ ਆਇਆ ਕਰ ਲੈ। ਤੇਰੇ ਸਾਹਮਣੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਮੈਂ ਬੈਠਾ ਹਾਂ, ਇਹ ਹੋ ਸਕਦਾ ਵੀ ਮੇਰਾ ਸਰੀਰ ਨਾਸ਼ ਹੋ ਜਾਏ, ਪਰ ਇਹ ਵਿਚਾਰਧਾਰਾ ਤਾਂ ਹੁਣ ਦੁਨੀਆ ਦੇ ਕੋਨੇ-ਕੋਨੇ ਤੱਕ ਜਾ ਕੇ ਰਹੇਗੀ। ਇਸ ਵਿਚਾਰਧਾਰਾ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ। ਹੁਣ ਇੱਕ ਬੇਨਤੀ ਹੋਰ ਕਰਨੀ ਹੈ ਤੁਹਾਡੇ ਚਰਨਾਂ 'ਚ, ਮੈਨੂੰ ਦੱਸਿਓ, ਜਹਾਂਗੀਰ ਕਹਿੰਦਾ ਸੀ ਗੁਰੂ ਨਾਨਕ ਸਾਹਿਬ ਜੀ ਦੀ ਇਸ ਵਿਚਾਰਧਾਰਾ ਨੂੰ ਰੋਕ ਲਓ, ਇਹ ਕਹਿੰਦਾ ਸੀ ਨਾ, ਰੌਲਾ ਇੰਨਾ ਹੈ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹੋ ਨਹੀਂ ਸਕਦਾ, ਇਹ ਵਿਚਾਰਧਾਰਾ ਤਾਂ ਹੁਣ ਜਾਏਗੀ, ਔਰ ਵਿਚਾਰਧਾਰਾ ਜੇ ਜਾਏਗੀ ਫਿਰ ਵਕਤ ਦੇ ਨਕਲੀ ਰਾਜਿਆਂ ਦਾ ਪਾਜ ਵੀ ਉਗੜੇਗਾ ਤੇ ਵਕਤ ਦੇ ਧਾਰਮਿਕ ਬੰਦਿਆਂ ਦਾ ਪਾਗ ਵੀ ਉਗੜੇਗਾ। ਇੱਕੋ ਹੀ ਗ੍ਰੰਥ ਹੈ ਜਿਹਦੇ 'ਚ ਲਿਖਿਆ ਕਾਦੀ ਕੂੜ ਬੋਲ ਮਲ ਖਾਏ। ਕਿਸੇ ਨੇ ਜ਼ਰੂਰਤ ਥੋੜੀ ਕੀਤੀ ਸੀ ਬਾਬੇ ਨਾਨਕ ਤੋਂ ਪਹਿਲਾਂ ਕਾਜੀ ਨੂੰ ਝੂਠਾ ਕਹਿਣ ਦੀ। ਕੌਣ ਕਹਿੰਦਾ ਕਾਜੀ ਨੂੰ ਝੂਠਾ? ਅੱਜ ਵੀ ਨਹੀਂ ਕਹਿਣ ਦਿੰਦੇ ਅਗਲੇ, ਪਰ ਬਾਣੀ 'ਚ ਲਿਖਿਆ ਮਹਾਰਾਜ ਨੇ, ਮਤਲਬ ਇਤਿਹਾਸਕ ਦਸਤਾਵੇਜ਼ ਹੈ, ਕਿਸੇ ਬੰਦੇ ਨੇ ਨਹੀਂ ਲਿਖਿਆ, ਕਿਸੇ ਵਿਅਕਤੀ ਨੇ ਨਹੀਂ ਲਿਖਿਆ, ਮਹਾਰਾਜ ਨੇ ਬਾਣੀ 'ਚ ਦਰਜ ਕੀਤਾ। ਕਾਦੀ ਕੂੜ ਬੋਲ ਮਲ ਖਾਏ, ਤੇ ਸ਼ਬਦ ਵਰਤਿਆ ਬ੍ਰਾਹਮਣ ਨਹਾਵੇ ਜੀਆਂ ਘਾਏ। ਬ੍ਰਾਹਮਣ ਜੀਆਂ ਦਾ ਘਾਣ ਕਰਦਾ ਹੈ, ਜੋਗੀ ਜੁਗਤ ਨਾ ਜਾਣੇ ਅੰਧ। ਜੋਗੀ ਬਣਿਆ ਤੇ ਜੋਗੀ ਫਿਰਦਾ ਪਰ ਇਹਨੂੰ ਜੁਗਤੀ ਨਹੀਂ ਆਉਂਦੀ। ਤੇ ਸ਼ਬਦ ਵਰਤਿਆ ਤੀਨੇ ਉਜਾੜੇ ਕਾ ਬੰਦ। ਮਹਾਰਾਜ ਕਹਿੰਦੇ ਜੇ ਅੱਜ ਦੁਨੀਆ ਤਬਾਹ ਹੋ ਰਹੀ ਹੈ ਨਾ, ਇਹਨਾਂ ਤਿੰਨ ਬੰਦਿਆਂ ਕਰਕੇ ਹੋ ਰਹੀ ਹੈ। ਮੈਂ ਨਹੀਂ ਕਹਿ ਰਿਹਾ, ਬਾਬਾ ਨਾਨਕ ਜੀ ਕਹਿ ਰਹੇ ਨੇ। ਔਰ ਇਹਨਾਂ ਸ਼ਬਦਾਂ ਦਾ ਪ੍ਰਕਾਸ਼ ਹੋ ਜਾਣਾ ਵਕਤ ਦੇ ਪੁਜਾਰੀਆਂ ਵਾਸਤੇ ਬਹੁਤ ਖਤਰਨਾਕ ਗੱਲ ਸੀ। ਔਰ ਉਹ ਸਾਰੇ ਦੇ ਸਾਰੇ ਜਹਾਂਗੀਰ ਨਾਲ ਸਹਿਮਤ ਹੋ ਗਏ। ਔਰ ਉਹਨਾਂ ਨੇ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ। ਵਕਤ ਦੇ ਪੁਜਾਰੀਆਂ ਨੇ, ਵਕਤ ਦੇ ਕਾਜ਼ੀਆਂ ਨੇ ਬਾਬੇ ਨਾਨਕ ਦੀ ਪੰਜਵੀਂ ਜੋਤ ਦੇ ਖਿਲਾਫ ਇਹ ਐਲਾਨੀਆਂ ਕਿਹਾ ਵੀ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਠੀਕ ਹੈ, ਮੈਂ ਸਜ਼ਾ ਝੱਲਣ ਲਈ ਪ੍ਰਵਾਨ ਹਾਂ। ਔਰ ਇਹ ਫੈਸਲਾ ਹੋ ਗਿਆ ਦਰਬਾਰ ਵਿੱਚ। ਇੱਕ ਬੇਨਤੀ ਹੋਰ ਹੁਣ ਇੱਥੇ, ਕਿਉਂਕਿ ਇਹ ਨੁਕਤੇ ਸਮਝਣ ਵਾਲੇ ਨੇ ਬੜੇ ਧਿਆਨ ਨਾਲ। ਜਹਾਂਗੀਰ ਨੇ ਕਾਜ਼ੀ ਨੂੰ ਪੁੱਛਿਆ ਕੀ ਸਜ਼ਾ ਬਣਦੀ ਹੈ, ਤੂੰ ਦੱਸ। ਤੇ ਜੇ ਕਾਜ਼ੀ ਸਿਆਣਾ ਹੁੰਦਾ ਤੇ ਉਹਨੂੰ ਇਹ ਕਹਿਣਾ ਚਾਹੀਦਾ ਸੀ ਵੀ ਮਹਾਰਾਜ ਸਜ਼ਾ ਕੀ ਬਣਦੀ ਹੈ, ਕਿਉਂਕਿ ਗੁਰੂ ਅਰਜਨ ਸਾਹਿਬ ਜੀ ਦਾ ਤੇ ਗੁਨਾਹ ਹੀ ਸਾਬਤ ਨਹੀਂ ਹੋਇਆ ਵੀ ਇਹਨਾਂ ਗੁਨਾਹ ਕੀ ਕੀਤਾ।
क्योंकि सजा देने वास्ते पहला दोषी होना तो जरूरी है ना। भी दोष की है गुरु साहब जी का, की गुरु साहब जी का दोष यह है भी ये जिस ग्रंथ का प्रकाश कर रहे हैं वो लिखा है भी कादी कूड़ बोल मल खाए। की इन्हों का दोष यह है भी जिस गुरु ग्रंथ साहब जी का प्रकाश कर रहे हैं वो लिखा है भी राजे पाप कमावदे उल्टी वाड़ खेत को खाई। भाई गुरदास जी ने कहा गुरु ग्रंथ साहब च लिखा है राजे शी मुकदम कुत्ते, जहां पानी च यह लिखा है तखत राजा सो बह जो तख्ते लायक हो। तखत ते वही बह सकता जो तखत दे लायक होवे। पर वक्त के काजी ने कहा महाराज तुहाडा हुक्म चाहिए सजा मैं सुनावांगा और ऐसी सजा देंगे इतिहास याद रखेगा। फतवा काजी ने पढ़िया, हुक्म जहांगीर का होया और महाराज सच्चे पातशाह जी के खिलाफ 3 कानून बनाए गए। जिवें मेरे वीर ने कहा सी याशा कानून तहत गुरु साहब जी को शहीद किया गया, जिसका मतलब सी भी खून का एक भी कतरा धरती ते नहीं डिगना चाहिए। इस्लाम मनता आ भी जे खून का एक भी कतरा धरती ते डिग जाए तो हज़ारां सूरमे उहदे विचों पैदा होंदे ने। इस करके अज दे दिन तक जदों हजरत मुहम्मद के दोहतरियां नूं करबला के मैदान विच को के मारिया गया सी, उस एक महीने नूं अज भी वो वीर रमजान का महीना कह के उस पूरा महीना रोटी नहीं खाते। तो जिदन ताजिया का दिन होंदा है, जिन्हों ताजिए का दिन कहते हैं, जिदन वो दिन आता है अपने शरीर ते कोरड़े मार मार के लहू कढ़ते हैं और लहू जमीन ते सुटते हैं। उन्हों का मनना यह है भी ये नाल शहीद पैदा होंदे ने धरती दे विच। अगले ने अपना इतिहास सांभे। महाराज सच्चे पातशाह जी के बारे उन्होंने कानून बना लिया और 3 उस वेले हुक्म जारी होए वक्त दे धार्मिक बंदियां दी राय नाल ते वक्त दे बादशाह दी राय नाल। पहला कानून यह सी गुरु ग्रंथ साहब पातशाह जी नूं टोटली बैन किया जाए, पाबंदी लाई जाए। गुरु अर्जन साहब जी नूं शहीद किया जाए तो गुरु अर्जन साहब पातशाह जी का परिवार गिरफ्तार कर लिया जाए। 3 हुक्म जारी होए। पहले हुक्म ते तामील हुई, गुरु अर्जन साहब पातशाह जी नूं शहीद किया गया। इतिहासकारां ने कहा भी सैकड़े गिनती नहीं की जा सकती लाहौर विच उस दिन किन्ने ही मुसलमान वीरां ने अपने घर प्रशादा नहीं पकाया। वो कहते से अज इन्ना कहर ढाया लाहौर की धरती ते इस जहांगीर ने रब रूप बंदा शहीद कर दिता है। गुरु अर्जन साहब पातशाह जी ने कोई क्राइम नहीं किया। उन्हें क्राइम की किया है, उन्हें बाणी च सच लिखा है। दूजा क्राइम गुरु अर्जन साहब पातशाह जी ने की किया है, जिदण इस लाहौर विच काल पिया सी ते वक्त दा बादशाह लाहौर छड्ड के किसे दूर जा वसिया सी और इस जगह ते लोग बीमारी नाल तड़फ रहे सन ते गुरु अर्जन साहब पातशाह जी ने अपने हत्थां दे नाल अपने गोदी च बिठा बिठा के मरदियां दे मूँह विच पानी पाया सी। ये गुनाह है गुरु अर्जन साहब जी दा। इत्थे पानी की किल्लत सी ते गुरु साहब जी ने खूह लवाए। तुसीं अंमृतसर की धरती ते जाने एक शब्द तुहाडे ध्यान विच होएगा छिहाटा, असल च हैगा छे हरटा। इत्थे पानी की किल्लत सी ते पानी की किल्लत दूर करने वास्ते गुरु अर्जन साहब पातशाह जी ने पिंडां विच खूह लवाए। असल विच पानी की मुश्किल दूर करना वक्त दे राजा का काम होंदा है, वक्त दे हाकम का काम होंदा है। जिहड़ा काम हाकम ने करना सी गुरु अर्जन साहब जी कर रहे हैं। और किड्डा चंगा होंदा वक्त का बादशाह गुरु अर्जन साहब पातशाह जी नूं कहंदा जो मैं नहीं कर सकिया वो तुसीं कीता है। पर अजे तक भी ऐं चलदा, जिहड़ा काम तुसीं किसी का करदे हो तो अगला कहंदा जदों मैं नहीं करदा तो तूं कौन हुंदा करन वाला। तुसीं अपने पिंड दा अज भला करना शुरू कर दो। रल जाओ 10 बंदे 20 बंदे इकट्ठे हो जाओ, तुसीं कहो असीं अपने पिंड दा भला करना है, अपना नगर असीं दुनिया के टॉप ते लैके जाना है। इत्थे कोई बंदा बीमारी नाल नहीं तड़फदा रहना चाहिए। तुसीं अज एक मता पा दो इत्थे भी असीं सारी संगत रल के एक फैसला करदे हां अपने नगर विच कोई बंदा बीमार होवे असीं सारा पिंड रल के उहदा इलाज करावांगे। साडे पिंड दा कोई बच्चा इंटैलीजेंट होवे जिहड़ा पढ़ना चाहुंदा होवे उहदे मापे फीस ना तार सकदे, हुण असीं सारा पिंड रल के उहदी फीस तारांगे। सवेरे तुहाडी आलोचना शुरू हो जाएगी, तुहाडा विरोध होना शुरू हो जाएगा। बड़े बंदे तुहाडे विरोध, तुसीं क्यों तारदे हो फीस, तुसीं क्यों चौधरी बने हो, जे नहीं पढ़ सकदा ते ना पढ़ सके तुसीं पढ़ा के की लैणा है। उहदा कारण यह है समाज जिउंदा इदां है भी जे मैं कुछ चंगा नहीं कर सकता तो कोई दूजा चंगा क्यों करे। और ये बड़ी पुरानियां पिरतां ने। गुरु अर्जन साहब पातशाह जी का एक गुनाह है, गुरु साहब जी ने खूह लवाए। एक शब्द होर तुहाडे ध्यान विच होएगा, इन्हां सारियां गल्लां नूं बड़ा खुला टाइम चाहिए और ये बड़ियां संवादित गल्लां ने, इन्हां नूं संवादित रूप विच
इन्हां नूं बचना चाहिए। असीं इतिहास दीयां कड़ियां नहीं फरोलदे। गुरु अर्जन साहब पातशाह जी की शहादत ने सारा कुछ दुनिया के नक्शे ते सामने लै आंदा सी भी जदों भी कोई समाज में चंगा करेगा तो समाज उसका विरोध करेगा ही करेगा। होर कुछ भी मेरे बाबे ने गलत नहीं किया। महाराज सच्चे पातशाह जी ने खूह लवाए क्योंकि लोगों की पानी की किल्लत सी। वक्त का बादशाह चाहता सी लोग पानी नाल प्यासे मरन ते मेरे कोल आण के पानी की बूंद बूंद लई तरसन ते मैं जिवें कहां उवें ये करन। ये पानी पीण लग जाणगे, अपणियां मर्जियां कर लग जाणगे, मेरी गुलामी प्रवान नहीं करनगे। ਜਿਹੜੇ ਬੰਦੇ ਤੁਹਾਨੂੰ ਗੁਲਾਮ ਰੱਖਣਾ ਚਾਹੁੰਦੇ ਹੁੰਦੇ ਆ ਉਹ ਆਜ਼ਾਦੀ ਦੀ ਕੋਈ ਕਿਣਕ ਤੁਹਾਡੇ ਅੰਦਰ ਪੈਦਾ ਨਹੀਂ ਹੋਣ ਦਿੰਦੇ। ਮੈਂ ਇਹਦੇ ਤੇ ਫੇਰ ਆਉਣਾ। गुरु अर्जन साहब पातशाह जी ने दूजा प्रबंध किया, तुसीं सुनिया होना वैदखाने डिस्पेंसरी शब्द शायद तुसीं सुनिया होवे। गुरुद्वारियां दे नाल ना किते किते अजे भी जिवें तरन ताਰਨ तुसीं जाओगे तो तुहानूं डिस्पेंसरी मिलेगी गुरुद्वारे दे नाल। कई शहरां दे विच अज भी डिस्पेंसरियां हैगियां ने। एक वेला इदां दा सी भी भारत दा बादशाह बीमार होया। भारत दा उस वेले दा जिहड़ा भारत सी इत्थों दा बादशाह बीमार होया ते ओह पता ठीक कित्थे होया? आण के कीरतपुर दे दवाखाने विच। सोच के वेखो साडे गुरुद्वारियां दे नाल किड्डे किड्डे वड्डे उस वेले प्रबंध होने ने भी जे कोई वक्त दा बादशाह बीमार होया, कोई आम बंदा बीमार नहीं होया, तो उन्होंने बीमारी दूर करने वास्ते जेड़े साधन जेड़ी दवाई चाहिए सो कीरतपुर के दवाखाने च मिली। यदा मतलब गुरु साहब जी ने दवाइयां का प्रबंध किया। जेड़ा वक्त का बादशाह वो ये नहीं चाहता भी लोगों का इलाज होवे, लोग ठीक हो जान ते लोगों के दिमाग में आज़ाद होने का सुपना आ सके। ये गुनाह सन मेरे बापू दे और इन्हां गुनाह नूं सही अर्थां च गुनाह समझदिआं गुरु अर्जन साहब पातशाह जी नूं शहीद किया गया। पर शहीद होने तो बाद हज़ारां मुसलमान परिवारां ने अपने घरां च रोटी की बुरकी मूँह विच नहीं पाई और उन्होंने कहा अज कहर ढाया जहांगीर ने। रब रूप बंदा धरती ते तुरिया फिरदा रब इन्हां ने उसका कतल किया, उन्होंने शहीद किया। और इत्थों तक शब्द वरते बंदियां ने उच्चियां बाहां करके या अल्लाह इस बंदे का कख नहीं रहना चाहिए। और कख नहीं रहा जहांगीर का, उहदे घर विचों बगावत पैदा हुई। कित्थे अज जहांगीर? गुरु अर्जन साहब जी दे धीआं पुत्त तुसीं बैठे मैनूं दिसदे हो, पर जहांगीर का अंश बंस कित्थे है? कि उहदा राज भाग रह गया? ਜਿਹੜੇ तखत ते लाहौर बह के उन्हें हुक्म किया सी भी गुरु साहब जी नूं शहीद कर दिओ, कि उस तखत ते अज वो बैठा है? नहीं लभदा किते भी। उन्होंने नामो निशान, उन्होंने कोई अंश, कोई वंश, कोई तीजी चौथी पीढ़ी मिलती होए नहीं मिलदियां। तखत भी गए, ताज भी गए, हुक्म करन वाले भी गए। तो गुरु अर्जन साहब पातशाह जी की गल अज भी लाहौर में हुंदी है, भावें वो शरीर करके नहीं रहे। इसलिए समय नूं समझ के इन्हां सारियां चीज़ां नूं अज भी पंजाब दे लोकां नूं ये सारियां चीज़ां बड़े ध्यान नाल समझणियां चाहीदियां ने। तुहानूं वैचना चाहिए भी तुसीं जिस गुरु ग्रंथ साहब जी नूं मत्था टेकदे हो किड्डा महान है। सानूं सिखां नूं इस गल दा भी बहुत वड्डा भुलेखा है भी असीं गुरु ग्रंथ साहब जी नूं अपना गुरु मनदे हां। तुसीं मनदे जरूर हो गुरु, पर गुरु ग्रंथ साहब जी की बहुती नहीं मनदे आ। ये कारण सन। ये कारण चलदियां चलदियां एक दिन राज भाग ते पहुँच गए। 84 समझनी है, तुहानूं सारी कड़ी समझनी पैनी है। 1708 विच सतगुरु गुरु नानक साहब पातशाह जी की 10वीं जोत कलगीधर पातशाह जी नदेड़ की धरती ते ज्योति जोत समाउंदे ने। बंदा सिंह बहादुर नूं थापड़ा दे के तोड़ते हैं। बंदा सिंह बहादुर पंजाब की धरती ते आउंदा। 1708 विच गुरु साहब ज्योति जोत समाउंदे ने और 1710 विच इसे पंजाब विच सिखां दा राज कायम हो जाता है। पहला बादशाह बनता है बंदा सिंह बहादुर। बंदा सिंह बहादुर का राज 1716 तक चलिया। बंदा सिंह बहादुर के इस राज दौरान 6 साल का राज सी। 1710 विच स्थापित होया, 1716 तक चलिया। वक्त दियां हुकूमतां ने तगड़िया होके क्यों इस राज नूं तबाह करना चाहुंदे सी? इस राज विच पहली बार होया सी जिस बादशाह ने यह हुक्म किया सी भी साहिबजादियों ने नीहां च चिण दिओ। जिदण बंदा सिंह बहादुर ने उस सरहंद की इट नाल इट खड़काई सी, उसे बादशाह के बच्चों नूं अपनी सिक्योरिटी दे के, अपनी हिफाजत दे के दिल्ली तोरिया सी। जहांगीर का कसूर हो सकता है पर उहदे टब्बर का नहीं। सरहंद के बादशाह वजीर खां का कसूर हो सकता है पर उहदे टब्बर का नहीं।
ਇਹ ਸਿਰਫ ਤੇ ਸਿਰਫ ਸਿੱਖ ਹੀ ਕਰ ਸਕਦਾ, ਹੋਰ ਦੁਨੀਆ ਦਾ ਕੋਈ ਬੰਦਾ ਇਦਾਂ ਨਹੀਂ ਕਰ ਸਕਦਾ। ਅਫਗਾਨ ਕਦੀ ਤੁਸੀਂ ਜਿੱਤਿਆ, ਵਕਤ ਦੀ ਤਵਾ ਰੇਖ ਨੇ ਆਪਣੀ ਚਾਲ ਚੱਲੀ, ਅਸੀਂ ਵਕਤ ਦੀਆਂ ਨਬਜ਼ਾਂ ਫੜਨ ਤੋਂ ਲੇਟ ਹੋ ਜਾਂਦੇ ਹਾਂ। ਜੋ ਲਾਹੌਰ ਵੇਲੇ ਹੋਇਆ ਜੇ ਉਦੋਂ ਸਮਝ ਜਾਂਦੇ ਤਾਂ ਇਤਿਹਾਸ ਕੁਝ ਹੋਰ ਹੁੰਦਾ। ਜੋ ਅੱਜ ਤੁਹਾਡੇ ਨਾਲ ਵਾਪਰ ਰਿਹਾ ਅੱਜ ਨਹੀਂ ਸਮਝ ਆਉਣਾ, ਤੁਹਾਡੀ ਚੌਥੀ ਪੀੜ੍ਹੀ ਨੂੰ ਸਮਝ ਆਉਣਾ, ਪਰ ਉਦੋਂ ਤੱਕ ਵੇਲਾ ਬਹੁਤ ਲੰਘ ਚੁੱਕਾ ਹੋਣਾ। ਇਸ ਵੇਲੇ ਪੰਜਾਬ ਦੇ ਹਰ ਗੁਰਦੁਆਰੇ 'ਚ ਵੱਧ ਤੋਂ ਵੱਧ ਇਹ ਅਰਦਾਸਾਂ ਹੋ ਰਹੀਆਂ ਨੇ ਵੀ ਅਸੀਂ ਪੰਜਾਬ ਛੱਡ ਕੇ ਇਸ ਦੁਨੀਆ ਤੋਂ ਦੂਰ ਕਿਵੇਂ ਜਾਣਾ ਹੈ। ਹਰ ਗੁਰਦੁਆਰੇ 'ਚ ਇਹ ਅਰਦਾਸ ਹੋ ਰਹੀ ਹੈ। ਕਦੀ ਤੁਹਾਨੂੰ ਇਸ ਪੰਜਾਬ 'ਚ ਅਗਲੇ ਉਜਾੜਨਾ ਚਾਹੁੰਦੇ ਸੀ, ਅੱਜ ਤੁਸੀਂ ਪੰਜਾਬ ਵਿੱਚੋਂ ਆਪ ਉਜੜਨਾ ਚਾਹੁੰਦੇ ਹੋ। ਮਾਫ ਕਰਿਓ, ਮੈਨੂੰ ਸ਼ਬਦਾਂ ਨੂੰ ਧਿਆਨ ਨਾਲ ਸਮਝਿਓ। ਅਸੀਂ ਇਸ ਪੰਜਾਬ ਵਿੱਚ ਰਹਿਣਾ ਨਹੀਂ ਚਾਹੁੰਦੇ। ਇਹ ਪੰਜਾਬ ਸਾਨੂੰ ਚੰਗਾ ਨਹੀਂ ਲੱਗਦਾ। ਕਿਉਂ ਚੰਗਾ ਨਹੀਂ ਲੱਗਦਾ? ਕਿਉਂਕਿ ਅਗਲਿਆਂ ਨੇ ਤੁਹਾਨੂੰ ਜਚਾਤੀ ਗੱਲ ਵੀ ਹੁਣ ਪੰਜਾਬ ਰਹਿਣ ਦੇ ਕਾਬਲ ਨਹੀਂ ਰਹਿ ਗਿਆ। ਇਹਦਾ ਮਤਲਬ ਜਿਸ ਪੰਜਾਬ ਲਈ ਤੁਸੀਂ ਤੁਹਾਡੇ ਵਡੇਰਿਆਂ ਨੇ ਸਰਬੰਸ ਵਾਰਿਆ, ਜਿੱਥੇ ਤੁਹਾਡੇ ਪੁਰਖੇ ਆਪਣਾ ਲਹੂ ਡੋਲ ਕੇ ਇਹਨੂੰ ਸਿੰਜ ਕੇ ਗਏ ਨੇ, ਅੱਜ ਇਹ ਪੰਜਾਬ ਰਹਿਣ ਦੇ ਕਾਬਲ ਨਹੀਂ ਰਹਿ ਗਿਆ। ਖੈਰ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰਾਜ ਭਾਗ ਆਇਆ, ਇਹ ਇਤਿਹਾਸ ਸਿਰਜਿਆ ਗਿਆ, ਲੰਮਾ ਸਮਾਂ ਚੱਲਿਆ। ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ, 40 ਸਾਲ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ। ਇਤਿਹਾਸ ਗਵਾਹ ਹੈ, ਅੱਜ ਤੋਂ 100 ਸਾਲ ਪਹਿਲਾਂ ਭਾਰਤ ਦੀ ਧਰਤੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕਾਇਮ ਕੀਤਾ ਤੇ ਉਹ ਜਿਹੜਾ ਉਸ ਵੇਲੇ ਦਾ ਭਾਰਤ ਸੀ ਬਹੁਤ ਵੱਡਾ ਸੀ। ਔਰ ਉਸ ਏਡੇ ਵੱਡੇ ਰਾਜ ਵਿੱਚ ਇੱਕ ਵਾਰ ਕਿਸੇ ਨੇ ਆਣ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਇੰਨਾ ਕਹਿਤਾ ਵੀ ਆਪਣੇ ਰਾਜ 'ਚ ਕੋਈ ਚੋਰ ਆ ਗਿਆ, ਆਪਣੇ ਰਾਜ ਵਿੱਚ ਕੋਈ ਚੋਰ ਦਾਖਲ ਹੋ ਗਿਆ। ਹੁਣ ਵਕਤ ਦੇ ਰਾਜੇ ਨੂੰ ਕਿੰਨਾ ਯਕੀਨ ਹੋਏਗਾ? ਉਹ ਕਹਿੰਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ, ਰਾਜ ਹੋਵੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਤੇ ਕੋਈ ਚੋਰ ਕਿਵੇਂ ਆ ਸਕਦਾ ਭਲਾ? ਹੁਣ ਰਾਜ ਭਾਗ ਇਹ ਨਹੀਂ ਵੀ ਅੰਬਾਲਿਓਂ ਸ਼ੁਰੂ ਹੁੰਦਾ ਸੀ ਤੇ ਉਹ ਸੈਣੀ ਵਾਲੇ ਬਾਰਡਰ ਤੇ ਪੰਜਾਬ ਖਤਮ ਹੋ ਜਾਂਦਾ ਸੀ। ਇਹ ਪੰਜਾਬ ਨਹੀਂ ਸੀ ਉਦੋਂ ਇਹ ਪੰਜਾਬ ਲੇਹ ਲਦਾਖ ਦੀਆਂ ਪਹਾੜੀਆਂ ਤੋਂ ਸ਼ੁਰੂ ਹੋ ਕੇ ਚੀਨ ਤੱਕ ਪਹੁੰਚਦਾ ਸੀ। ਅਫਗਾਨਿਸਤਾਨ ਦਾ ਬਹੁਤਾ ਹਿੱਸਾ ਇਸ ਪੰਜਾਬ ਦੇ ਨਾਲ ਜੁੜਦਾ ਸੀ ਉਸ ਵੇਲੇ। ਬਹੁਤ ਵੱਡੇ ਰਾਜ ਭਾਗ ਦੇ ਮਾਲਕ ਸੀ ਤੁਸੀਂ, ਔਰ ਏਡੇ ਵੱਡੇ ਰਾਜ ਭਾਗ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਨੇ ਕੋਈ ਚੋਰ ਹੋ ਹੀ ਨਹੀਂ ਸਕਦਾ। ਚੋਰ ਨੇ ਜਿੱਦ ਕੀਤੀ, ਮਹਾਰਾਜ ਨੇ ਕਿਹਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਠੀਕ ਹੈ, ਜੇ ਤੁਹਾਨੂੰ ਲੱਗਦਾ ਹੈ ਕੋਈ ਚੋਰ ਆ ਗਿਆ ਤੇ ਆਪਾਂ ਐਕਸਪੈਰੀਮੈਂਟ ਕਰ ਲੈਂਦੇ। ਇਹੀ ਤਰੀਕਾ ਹੁੰਦਾ ਹੈ ਨਾ ਵੀ ਆਪਾਂ ਬਹਿਸਦੇ ਰਹੀਏ। ਇੰਜ ਕਰਦੇ ਆ, ਆਪਾਂ ਅੱਜ ਰਾਤ ਐਲਾਨ ਕਰਾ ਦਿਓ ਵੀ ਲਾਹੌਰ ਬਾਜ਼ਾਰ ਵਿੱਚ ਸੋਨੇ ਦੀਆਂ ਦੁਕਾਨਾਂ ਨੂੰ ਕੋਈ ਜਿੰਦਰਾ ਨਾ ਮਾਰੇ, ਕਿਉਂਕਿ ਇਸ ਲਾਹੌਰ ਵਿੱਚ ਕੋਈ ਤੱਤੀ ਤਵੀ ਤੇ ਬਹਿ ਕੇ ਇਸ ਸ਼ਹਿਰ ਨੂੰ ਸ਼ਹਿਰ ਬਣਾ ਕੇ ਗਿਆ। ਜਿਹੜੀ ਗੱਲ ਸਮਝਣ ਵਾਲੀ ਹੈ, ਇੱਥੇ ਚੋਰ ਦਾ ਕੰਮ ਕੀ ਹੈ? ਇਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਸਿਰਜਿਆ ਸ਼ਹਿਰ ਹੈ। ਸਾਰੀ ਰਾਤ ਲਾਹੌਰ ਦੀਆਂ ਦੁਕਾਨਾਂ ਖੁੱਲੀਆਂ ਰਹੀਆਂ ਸੋਨੇ ਦੀਆਂ। ਸਵੇਰੇ ਦਿਨ ਚੜ੍ਹਿਆ, ਕਿਸੇ ਸੋਨੇ ਦੀ ਦੁਕਾਨ ਵਿੱਚੋਂ ਕੋਈ ਸੂਈ ਦੇ ਨੱਕੇ ਜਿੰਨੀ ਚੋਰੀ ਨਹੀਂ ਹੋਈ। ਕਦੋਂ ਦੀ ਗੱਲ ਕਰ ਰਿਹਾ ਮੈਂ? 100 ਸਾਲ ਪਹਿਲਾਂ ਦੀ। ਮੈਂ ਕੀ ਕਿਹਾ ਸੀ ਭਲਾ? ਵਿੱਚੋਂ ਇੱਕ ਗੱਲ ਤੁਹਾਡੇ ਨਾਲ ਕਹਿ ਕੇ ਗਿਆ ਸੀ, ਜਹਾਂਗੀਰ ਚਾਹੁੰਦਾ ਨਹੀਂ ਸੀ ਬਾਣੀ ਦੀ ਗੱਲ ਲੋਕਾਂ ਦੇ ਘਰਾਂ ਤੱਕ ਪਹੁੰਚੇ, ਤੇ ਅਸੀਂ ਬਾਣੀ ਦੀ ਗੱਲ ਆਪਣੇ ਘਰਾਂ 'ਚ ਨਹੀਂ ਲਿਆਂਦੀ। ਤੁਸੀਂ ਆਪਣੇ ਘਰ 'ਚ 4 ਮੈਂਬਰ ਘਰ ਵਿੱਚ ਰਹਿੰਦੇ ਹੋ, ਤੁਹਾਨੂੰ 4 ਮੈਂਬਰਾਂ ਨੂੰ ਇੱਕ ਦੂਜੇ ਤੇ ਭਰੋਸਾ ਨਹੀਂ। ਤੁਸੀਂ ਫੋਨ ਤੇ 4-4 ਸਿਕਿਉਰਿਟੀ ਕੋਡ ਲਾ ਕੇ ਰੱਖਦੇ ਹੋ। ਤੁਹਾਨੂੰ ਯਕੀਨ ਨਹੀਂ ਵੀ ਮੇਰੀਆਂ ਚੀਜ਼ਾਂ ਦੂਜੇ ਕੋਲ, ਇਹਨੂੰ ਕਹਿੰਦੇ ਆ ਪ੍ਰਾਈਵੇਸੀ। ਕਿਹੜੀਆਂ ਪ੍ਰਾਈਵੇਸੀਆਂ ਤੇਰੀਆਂ ਬਈ? ਇੰਨਾ ਕੀ ਖਤਰਾ ਹੈ ਤੇ ਕਿਹਦੇ ਕੋਲੋਂ ਖਤਰਾ ਹੈ? ਇਹਨਾਂ ਤੇ ਸੋਚਣਾ ਹੀ ਪਏਗਾ ਨਾ, ਕਾਹਦੀ ਪ੍ਰਾਈਵੇਸੀ ਹੈ ਉਹ? ਤੇ ਪ੍ਰਾਈਵੇਸੀ ਦੇ ਅਰਥ ਇਹ ਨਹੀਂ ਹੁੰਦੇ ਵੀ ਚੀਜ਼ਾਂ ਲੁਕਾਉਣ ਲੱਗ ਜਾਓ। ਪ੍ਰਾਈਵੇਸੀ, ਵਕਤ ਨਹੀਂ ਮੇਰੇ ਕੋਲ ਇੱਧਰ ਮੈਂ ਜਾਵਾਂ। ਪ੍ਰਾਈਵੇਸੀ ਸ਼ਬਦ ਨੇ ਸਾਡੇ ਸਮਾਜ ਨੂੰ ਇੰਨਾ ਗੁੰਮਰਾਹ ਕਰਤਾ ਹੈ। ਮੈਂ ਕਹਿੰਦਾ ਤੁਹਾਡੀਆਂ ਪ੍ਰਾਈਵੇਸੀਆਂ ਨੇ ਤੁਹਾਡੀਆਂ ਔਲਾਦਾਂ ਵਿਗਾੜੀਆਂ ਨੇ, ਤੁਹਾਡੇ ਬੱਚੇ ਵਿਗਾੜੇ ਨੇ। ਤੁਸੀਂ ਆਪਣੀ ਬੱਚਿਆਂ ਨੂੰ ਪ੍ਰਾਈਵੇਸੀ ਦਿੱਤੀ, ਉਹਨਾਂ ਦੇ ਰੂਮ ਅਲੱਗ ਕਰਤੇ। ਤੁਹਾਨੂੰ ਪਤਾ ਹੀ ਉਦਣ ਲੱਗਾ ਤੁਹਾਡਾ ਪੁੱਤ ਰਾਹ ਕਿਹੜੇ ਪੈ ਗਿਆ, ਜਿੱਦਣੋਂ ਇੰਨੀ ਬੁਰੀ ਤਰ੍ਹਾਂ ਨਾਲ ਉਸ ਰਾਹ 'ਚ ਫਸ ਗਿਆ ਸੀ, ਹੁਣ ਮੁੜ ਨਹੀਂ ਸੀ ਸਕਦਾ ਉੱਥੋਂ। ਜੇ ਤੁਸੀਂ ਪ੍ਰਾਈਵੇਸੀਆਂ ਨਾ ਦਿੱਤੀਆਂ ਹੁੰਦੀਆਂ, ਰੋਜ਼ ਪੁੱਤ ਦੇ ਨਾਲ ਸ਼ਾਮ ਨੂੰ ਬਹਿ ਕੇ ਪ੍ਰਸ਼ਾਦਾ ਛਕਦੇ, ਰੋਜ਼ ਸਵੇਰੇ ਉਹਨੂੰ ਲਾਗੇ ਬਹਿ ਕੇ ਨਾਸ਼ਤਾ ਕਰਾਉਂਦੇ, ਤੇ ਸ਼ਾਇਦ 2 ਦਿਨਾਂ ਬਾਅਦ ਤੁਹਾਨੂੰ ਪਤਾ ਲੱਗ ਜਾਂਦਾ ਵੀ ਤੁਹਾਡੇ ਪੁੱਤ ਦੇ ਪੈਰ ਡਗਮਗਾ ਰਹੇ ਨੇ। ਪਰ ਤੁਸੀਂ ਤਾਂ ਸਿਆਣੇ ਹੋ ਗਏ, ਤੁਸੀਂ ਤਾਂ ਰਾਹ ਹੀ ਹੋਰ ਚੁਣ ਲਿਆ। ਹਾਲਾਤ ਵਿਗੜ ਗਏ, ਆਪਣੀ ਚਾਲੇ ਚੱਲੇ। ਅਸੀਂ ਕਹਿੰਦੇ ਹਾਂ ਸਰਕਾਰਾਂ ਦਾ ਕਸੂਰ ਹੈ। ਮੈਂ ਨਹੀਂ ਮੰਨਦਾ। ਇਹ ਠੀਕ ਹੈ, ਸਰਕਾਰਾਂ ਆਪਣੇ ਥਾਂ ਤੇ ਕਸੂਰਵਾਰ ਹੁੰਦੀਆਂ ਨੇ, ਕੋਈ ਕਿਸੇ ਨੂੰ ਸਰਟੀਫਿਕੇਟ ਦੇਣ ਦੀ ਲੋੜ ਨਹੀਂ। ਪਰ ਮਾਂ, ਤੂੰ ਕਿੱਥੇ ਹੈ?
तेरा वजूद की है फिर? मां तेरी कुखों जम्मण वालियां बारे तो अगले ये कहते सन भी इन्हां दा बोटी बोटी कटदे होए मां दी सिक्ख्यावां तो बाहर नहीं जाणगे। ते अज तेरे बच्चे तेरी सिक्ख्या ते क्यों नहीं चलदे? ये सवाल है तेरे सामने बहुत वड्डा। बापू तेरे सामने सवाल है, पिता दे सामने सवाल है। किवें अज एक गुरु नानक दे घर दे पिता दे पुत कुराए पै गए? ਇਹਦਾ मतलब है अज प्यो नहीं रहा। जे प्यो ਉਹ ਹੁੰਦਾ भाई तारू सिंह दे पिता वर्गा, सारा उस वक्त का लाना बाणा ताकत एक बन्ने है। भाई तारू सिंह नूं कहंदे ने एक बार मूँह शब्द कढ़ दे मैं सिख नहीं, ते तारू सिंह कहंदा सिर ते आरा रख, दुफाड़ कर दे मैनू, मेरा बंद बंद कट दे, पर तेरी औकात नहीं मेरे मूँह शब्द कढ़ा सके, मैं सिख नहीं हाँ। ते अज की हो गया फिर साडे बच्चिआं नूं? ਇਹਦਾ मतलब है सानू सारिया चीज़ों को ध्यान नाल वेखना पैना है। अगलियां ने हर एक चीज़ हाई चैक कर ली है, तुहाडीआं चीज़ां बदल दित्तियां ने, तुहाडे राय तुहाडे ख्याल सारा कुछ बदलिया है। राज कायम होया, कुत्तियां दे गलों कैंठा नहीं लिया। तो 100 साल पुरानी गल करदा, तुसीं अज दसो किहड़ा पंजाब दा पिंड है जिस पिंड दे लोग ये दावा करते हैं भी असीं 7 वजे तो बाद अपने पिंडों बाहर निकलांगे तो सानू खतरा कोई नहीं है? तुसीं अपने पिंड विच 7 वजे तो बाद घरों बाहर नहीं निकल सकते, पता नहीं की वापर जाएगा इत्थे। ते अचनचेत नहीं होया, ये रातों रात नहीं होईयां गल्लां। असीं इदां दे नहीं सां, पंजाब इदां दा नहीं सी कदे। इस पंजाब नूं इदां दा तां बनाया गया क्योंकि दुनिया दे नक्शे ते सिर्फ पंजाब ही है जिहड़ा दुनिया नूं सही राह ते पा सकदा है। इस करके जिहड़ा सही राह ते पा सकदा है उहनूं उजाड़ दिओ, उहदी विचारधारा खत्म कर दिओ, उन्हां दे दिलों दिमाग विचों गल्लां कढ दिओ। आवाज़ उठी अंमृतसर दी धरती तो, क्योंकि हमेशा उठेगी, बाबे नानक दा घर है। जिहड़ी गल मैनूं वीर कहिंदा सी भी जून 1984 ते गल होवे, मैं क्या बड़ा लंबा टाइम चाहिए इन्हां सारियां चीज़ां नूं। जून 1984 आ गया, क्योंकि तुसीं शायद भुल जाने हो, पर जिहड़े तुहाडे दुश्मन ने ना वो नहीं भुलदे तुहाडा इतिहास। दुश्मन तुहाडी हर गल याद रखदा। जून 1984 विच पंजाब दी धरती तो एक आवाज़ उठनी शुरू हुई, जिहड़े नशे सानू खांदे ने उन्हां नशियां नाल सरकारां बैनीफिट क्यों लैंदियां ने? ध्यान नाल समझिओ हुण गल। सरकार कहंदी है जे नशियां ते पाबंदी लग जाएगी तो साडी स्टेट दी आमदन, उच्ची बोलिओ माड़ा जिहा, स्टेट दी आमदन घट जाएगी। इहदा मतलब है तुहाडे पुत्त मरन, तुहाडे घर उजड़न, मावां दे पुत्त तुर जाण, भैणां दे भरा तुर जाण, सुहागां दे सुहाग उजड़ जाण, इन्हां नूं कोई फर्क नहीं पैंदा, पर स्टेट दी आमदन नहीं घटनी चाहिए। घर उजड़दे ने, उजड़ जाण, दुनिया तबाह हुंदी है, हो जाए। साडे बंदियां नूं लग्गिया भी जिहड़ी गल बाबे ने बाणी च 500 साल पहलां कही है, जित पीते मत दूर होए, इहनूं अमल विच किदण लिआउणा है? ते सिर्फ इन्नी की मंग रख लई साडे बंदियां ने भी घट्टो घट्ट अंमृतसर नूं पवित्र शहर का दर्जा दे दिओ, इत्थे ते नशा ना पीवे कोई। ते ये भी नहीं कहा भी नशे ते पाबंदी, कहंदे जिहड़ा अंमृतसर है सिर्फ इहनूं पवित्र शहर का दर्जा दे दिओ। हालांकि भारत की धरती ते किन्ने होर धार्मिक थान जिन्हां नूं पवित्र शहर का दर्जा दिता होया है। जे हरिद्वार नूं पवित्र शहर का दर्जा दिता जा सकता है तो अंमृतसर नूं क्यों नहीं दिता जा सकता? असीं ये नहीं कहंदे तुसीं उहनूं क्यों दिता है, असीं ये कहने आ तुसीं अंमृतसर नूं क्यों नहीं दिंदे? क्योंकि उन्होंने पता है जिहड़ी शहर अंमृतसर तो पवित्रता शुरू होएगी, ये पवित्रता कल्ले अंमृतसर विच नहीं रह जानी, ये अंमृतसर तो पंजाब विच आउणी है, तो पंजाब विच बाकी दियां स्टेटां च जानी है, तो बाकी दियां स्टेटां च पूरी दुनिया च जानी है। मैनूं दस्सिओ दुनिया का किहड़ा बंदा चाहुंदा है भी उन्हां दी औलाद नशा करे? कोई दुनिया का इंसान चाहुंदा है भी उहदे बच्चे नशा करन? भावें कोई अमेरिका च जम्मिया है, भावें कोई स्विट्जरलैंड च पैदा होया है, पर कोई नहीं चाहुंदा उन्हां दे बच्चे नशियां दे राह पैण। पर आवाज़ कोई नहीं चुकदा। आवाज़ उठी अंमृतसर की धरती तो, आवाज़ उठी गुरु नानक दे घर विचों। इत्थों दा सिस्टम दे कन्न खड़े हो गए, क्योंकि बहुत औखा हुंदा। ये निक्कियां जिहियां चीज़ां नहीं हुंदियां, इन्हां दियां कड़ियां जिहड़ियां चीज़ां सानूं दिसदियां हुंदियां ने ना, कई बार उन्नियां कि नहीं हुंदियां, उहदियां जड़ां बहुत लंबियां हुंदियां ने।
ਇੱਕ ਬੰਨੇ ਗੁਰੂ ਨਾਨਕ ਦੇ ਧੀਆਂ ਪੁੱਤ ਕਹਿੰਦੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿਓ, ਤੇ ਦੂਜੇ ਬੰਨੇ ਇੱਥੋਂ ਦਾ ਸਿਸਟਮ ਪੂਰੀ ਤਰ੍ਹਾਂ ਨਾਲ ਐਕਸ਼ਨ ਵਿੱਚ ਆ ਗਿਆ। ਜਿਹੜੇ ਬੰਦੇ ਕਹਿੰਦੇ ਨੇ ਇਹਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿਓ, ਉਹਨਾਂ ਦੇ ਨਾਮ ਨਾਲ ਇੱਕ ਸ਼ਬਦ ਜੋੜ ਦਿਓ ਵੀ ਇਹ ਦੇਸ਼ ਧਰੋਹੀ ਨੇ। ਹੱਦ ਹੋ ਗਈ ਹੈ। ਤੁਸੀਂ ਪਹਿਲੀਆਂ ਮੀਟਿੰਗਾਂ ਦੀ ਉਸ ਵੇਲੇ ਦਾ ਇਤਿਹਾਸ ਪੜ੍ਹ ਕੇ ਇੱਕ ਕਿਤਾਬ ਜ਼ਰੂਰ ਪੜ੍ਹਿਓ ਜੋ ਉਸ ਵੇਲੇ ਦੀ ਸਾਰੀ ਗੱਲ ਨੂੰ ਧਿਆਨ ਨਾਲ ਪੜ੍ਹਨਾ ਹੈ। ਜੂਨ 1984 ਦੀ ਪੱਤਰਕਾਰੀ, ਸਰਦਾਰ ਜਸਪਾਲ ਸਿੰਘ ਉਸ ਵੇਲੇ ਪੱਤਰਕਾਰ ਸਨ ਜਿਨ੍ਹਾਂ ਨੇ ਕਿਤਾਬ ਲਿਖੀ ਹੈ। ਔਰ ਇਹ ਸਾਰੀਆਂ ਕਿਤਾਬਾਂ ਨੂੰ ਜਦੋਂ ਧਿਆਨ ਨਾਲ ਵੇਖੋਗੇ ਤਾਂ ਤੁਹਾਨੂੰ ਬੜੀਆਂ ਕੜੀਆਂ ਸਮਝ ਵਿੱਚ ਆਉਣਗੀਆਂ। ਪਰ ਗੱਲ ਇਹ ਹੈ ਕਿ ਸਾਨੂੰ ਕਈ ਚੀਜ਼ਾਂ ਵਿਖਾਈਆਂ ਉਹ ਜਾਂਦੀਆਂ ਹੁੰਦੀਆਂ ਨੇ ਜਿਹੜੀਆਂ ਅਗਲੇ ਵਿਖਾਉਣਾ ਚਾਹੁੰਦੇ ਨੇ। ਜੋ ਹੁੰਦਾ ਉਹ ਤੁਹਾਨੂੰ ਦਿਸਣ ਨਹੀਂ ਦਿੰਦੇ। ਉਹਨਾਂ ਦੇ ਸਾਹਮਣੇ ਪਿਆ ਹੈ ਵੀ ਇਹ ਜੇ ਰਾਜ ਭਾਗ ਦੇ ਮਾਲਕ ਜਾਂ ਇਸ ਬੰਨੇ ਨੂੰ ਇਹ ਤੁਰ ਪੈਣਗੇ ਤੇ ਇੱਕ ਦਿਨ ਰਾਜ ਪੈਦਾ ਕਰ ਦੇਣਗੇ ਜਿੱਥੇ ਕੁੱਤਿਆਂ ਦੇ ਗਲੋਂ ਕੈਂਠੇ ਨਹੀਂ ਲਿਆ ਕਰਨਗੇ, ਜਿੱਥੇ ਸੋਨੇ ਦੀਆਂ ਦੁਕਾਨਾਂ ਨੂੰ ਜਿੰਦਰਾ ਮਾਰਨ ਦੀ ਲੋੜ ਨਹੀਂ ਪਿਆ ਕਰੇਗੀ। ਤੇ ਜੇ ਕੋਈ ਇਦਾਂ ਦਾ ਸਿਲਸਿਲਾ ਸਿਰਜ ਦੇਣਗੇ ਇਹ ਬੰਦੇ, ਔਰ ਅਸੀਂ ਹੈਗੇ ਇਦਾਂ ਦੇ ਆ। ਇਹ ਨਹੀਂ ਵੀ ਅੱਜ ਸਾਡੇ 'ਚ ਕੋਈ ਫਰਕ ਪੈ ਗਿਆ। ਮੈਂ ਤੁਹਾਨੂੰ ਰੀਸੈਂਟਲੀ ਤਾਜ਼ੀ ਐਗਜ਼ਾਮਪਲ ਦੇ ਦਿੰਦਾ। ਪਿੱਛੇ ਅਸੀਂ 1 ਸਾਲ ਕਿਸਾਨੀ ਸੰਘਰਸ਼ ਵਿੱਚ ਦਿੱਲੀ ਦੇ ਵਿੱਚ ਮੋਰਚਾ ਲਾ ਕੇ ਕਿਸਾਨੀ ਸੰਘਰਸ਼ ਲੜਿਆ। ਸੱਚੀ ਸੋਚਿਓ, ਜਿਹੜੇ ਸਾਡੇ ਨੌਜਵਾਨਾਂ ਨੂੰ ਕਹਿੰਦੇ ਸੀ ਨਾ ਵੀ ਇਹ ਵਿਗੜੇ ਮੁੰਡੇ ਨੇ, ਐਂ ਕਹਿੰਦੇ ਨਾ ਸਾਡੇ ਨੌਜਵਾਨਾਂ ਪ੍ਰਤੀ ਵੀ ਇਹ ਤੇ ਮੰਡੀਰ ਖਾਨਾ ਹੈ। ਇਹੋ ਹੀ ਮੰਡੀਰ ਖਾਨਾ ਉੱਥੇ ਸਾਰੀ ਰਾਤ ਪਹਿਰੇ ਦਿੰਦਾ ਸੀ। ਤੇ ਜੇ ਕੋਈ ਅਜਨਬੀ ਬੱਚੀ ਰਾਤ ਨੂੰ ਆ ਜਾਂਦੀ ਸੀ ਨਾ, ਤੇ ਕਿਸੇ ਵੇਲੇ ਆਪਣੀ ਭੈਣ ਦਾ ਹੋ ਸਕਦਾ ਵਿਸਾਹ ਕਰ ਜਾਣ, ਉਹਦੇ ਘਰ ਤੱਕ ਛੱਡ ਕੇ ਆਉਂਦੇ ਸੀ। ਇਹ ਮੰਡੀਰ ਨਹੀਂ ਹੈ, ਇਹ ਵਿਗੜੇ ਹੋਏ ਲੋਕ ਨਹੀਂ ਆ। ਇਹੀ ਸਾਡੇ ਬਜ਼ੁਰਗਾਂ ਨੇ ਉੱਥੇ ਲੰਗਰ ਲਾਏ। ਜਿਹੜੀ ਗੱਲ ਅੱਜ ਤੋਂ 500 ਸਾਲ ਪਹਿਲਾਂ ਸੀ, ਜਿਹੜਾ ਬੰਦਾ ਸਾਡਾ ਦੁਸ਼ਮਣ ਹੁੰਦਾ ਸੀ ਕੋਈ, ਤੇ ਸ਼ਾਮ ਨੂੰ ਜਦੋਂ ਸਿੱਖ ਪ੍ਰਸ਼ਾਦਾ ਤਿਆਰ ਕਰਦੇ ਤੇ ਸਭ ਨੂੰ ਆਵਾਜ਼ ਮਾਰਦੇ ਸਨ ਵੀ ਪ੍ਰਸ਼ਾਦਾ ਤਿਆਰ ਹੋ ਗਿਆ, ਇਲਾਕੇ 'ਚ ਕੋਈ ਭੁੱਖਾ ਨਾ ਰਹਿ ਜਾਏ। ਤੇ ਇਹ ਅੱਜ ਵੀ ਇਹਨਾਂ ਦੀ ਜ਼ਿੰਦਗੀ ਜਿਉਂਦਾ ਸੀ। ਜਿਹੜਾ ਬੰਦਾ ਉਸ ਦਿੱਲੀ ਦੀ ਧਰਤੀ ਤੇ ਸਾਡਾ ਵਿਰੋਧ ਕਰਨ ਵੀ ਆਉਂਦਾ ਸੀ, ਉਹਨੂੰ ਵੀ ਹੱਥ ਜੋੜ ਕੇ ਪਹਿਲਾਂ ਇਹ ਕਹਿੰਦੇ ਸੀ ਪ੍ਰਸ਼ਾਦਾ ਛਕੋ, ਬਾਕੀ ਦੀਆਂ ਗੱਲਾਂ ਫਿਰ ਕਰਾਂਗੇ। ਇਹਦਾ ਮਤਲਬ ਅਸੀਂ ਅੱਜ ਵੀ ਉਦਾਂ ਦੇ ਹੀ ਆ, ਸਾਡੇ 'ਚ ਕੋਈ ਫਰਕ ਨਹੀਂ ਹੈ। ਪਰ ਤੁਹਾਨੂੰ ਇਦਾਂ ਦੇ ਸਦਾ ਰਹਿਣ ਨਹੀਂ ਦਿੰਦੇ। ਇੱਕ ਚੀਜ਼ ਹੋਰ ਸਮਝਿਓ, ਜਦੋਂ ਕਿਸਾਨੀ ਸੰਘਰਸ਼ ਚੱਲਦਾ ਸੀ ਨਾ, ਤੁਹਾਡੇ ਇਸ ਨਗਰ, ਇਸ ਦੁਆਬੇ 'ਚ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਸੀ। ਮੈਨੂੰ ਲੱਗਦਾ ਸ਼ਾਇਦ ਪਿੰਡ ਨਹੀਂ, ਮੈਨੂੰ ਯਾਦ ਹੋਣਾ, ਤੁਹਾਡੇ ਯਾਦ ਹੋਣਾ, ਸਭ ਤੋਂ ਪਹਿਲਾਂ ਦੁਆਬੇ ਦੇ ਇਸ ਤੁਹਾਡੇ ਆਲੇ ਦੁਆਲੇ ਦੇ ਪਿੰਡਾਂ ਵਿੱਚੋਂ ਟਰਾਲੀ ਪਿੰਨੀਆਂ ਦੀ ਬਣਾ ਕੇ ਲੈ ਕੇ ਗਏ ਸੀ। ਇੱਥੋਂ ਸ਼ੁਰੂ ਹੋਈ ਸੀ, ਦੁਆਬੇ 'ਚੋਂ ਸ਼ੁਰੂਆਤ ਹੋਈ ਸੀ। ਅਸੀਂ ਕਹਿੰਦੇ ਆ ਵੀ ਅਸੀਂ ਪਾਣੀ ਦਾ ਘੁੱਟ ਨਹੀਂ ਪੀਣ ਦਿੰਦੇ ਕਿਸੇ ਨੂੰ, ਪਰ ਇਹ ਲੋਕ ਇੱਥੋਂ ਆ ਗਏ ਜਿਹੜੇ ਪਿੰਨੀਆਂ ਬਣਾ ਕੇ ਲੈ ਕੇ ਗਏ। ਇਹਦਾ ਮਤਲਬ ਸਾਡੇ ਵਿੱਚੋਂ ਕਣੀਆਂ ਮਰੀਆਂ ਨਹੀਂ ਆ, ਅਸੀਂ ਅੱਜ ਵੀ ਉਦਾਂ ਦੇ ਹੀ ਆ। ਔਰ ਅਗਲੀ ਗੱਲ, ਪਿੰਡਾਂ 'ਚ ਗੁਰਦੁਆਰਿਆਂ ਦੇ ਸਪੀਕਰਾਂ 'ਚ ਅਨਾਉਂਸਮੈਂਟਾਂ ਹੋਈਆਂ ਵੀ ਜੇ ਕਿਸੇ ਦੇ ਘਰ ਦਾ ਕੋਈ ਕੰਮ ਕਰਨ ਵਾਲਾ ਹੋਇਆ ਤੇ ਸਾਨੂੰ ਆਣ ਕੇ ਦੱਸ ਦਿਓ। 5-10 ਬੰਦੇ ਆਪਣੇ ਪਿੰਡ ਦੇ ਦਿੱਲੀ ਗਏ ਨੇ, ਬਾਕੀ ਇੱਥੇ ਹੈਗੇ ਨੇ। ਔਰ ਦੂਜਿਆਂ ਦੇ ਘਰਾਂ 'ਚ ਜਾ ਕੇ ਸਾਡੇ ਬੰਦਿਆਂ ਨੇ ਕੰਮ ਕੀਤਾ। ਤੇ ਇਹ ਜੇ ਅਸੀਂ ਇਦਾਂ ਦੇ ਹੈਗੇ ਆ, ਫਿਰ ਅਸੀਂ ਇਹ ਸੁਭਾਅ ਕਿੱਥੋਂ ਲੈ ਆਉਨੇ ਆ ਵੀ ਜਦੋਂ ਅਸੀਂ ਵਾਪਸ ਆ ਗਏ ਦਿੱਲੀ ਤੋਂ, ਅਸੀਂ ਪਿੰਡਾਂ 'ਚ ਆ ਗਏ, ਅਸੀਂ ਫਿਰ ਉਹੀ ਕੂੜ ਕਬਾੜ ਚੁੱਕ ਲਿਆਂਦਾ ਵੀ ਕਿਸੇ ਦਾ ਕਿਸੇ ਨੇ ਕੰਮ ਨਹੀਂ ਆਉਣਾ, ਕਿਸੇ ਦੇ ਕਿਸੇ ਨੇ ਕੰਮ ਆਉਣ ਨਹੀਂ ਦੇਣਾ, ਅਸੀਂ ਰਾਹ 'ਚ ਡਿੱਕੇ ਬਣਨਾ। ਕਿਉਂਕਿ ਸਰਬੱਤ ਦਾ ਭਲਾ ਤੁਹਾਨੂੰ ਯਾਦ ਤਾਂ ਰਹਿੰਦਾ, ਪਰ ਰਹਿੰਦਾ ਥੋੜੇ ਦਿਨ। ਤੇ ਅਗਲੇ ਬੰਦੇ ਵੀ ਬੜੇ ਤੇਜ਼ ਨੇ, ਤੁਹਾਨੂੰ ਇਹ ਬਹੁਤਾ ਚਿਰ ਯਾਦ ਵੀ ਨਹੀਂ ਰਹਿਣ ਦਿੰਦੇ। ਖੈਰ, ਇਹ ਆਵਾਜ਼ ਉੱਠੀ ਔਰ ਇਹ ਆਵਾਜ਼ ਚੁੱਕੀ ਬਾਬਾ ਜਰਨੈਲ ਸਿੰਘ ਨੇ। ਪੰਜਾਬ ਦੀ ਜਵਾਨੀ ਜਾਗ ਪਈ, ਨੌਜਵਾਨਾਂ ਨੂੰ ਸਮਝ ਲੱਗਣ ਲੱਗ ਪਈ ਵੀ ਨਸ਼ਾ ਸਾਡੀ ਸਿਹਤ ਲਈ ਹਾਨੀਕਾਰਕ ਹੈ, ਸਾਡੀਆਂ ਪੀੜ੍ਹੀਆਂ ਨੂੰ ਤਬਾਹ ਕਰ ਦੇਗਾ, ਸਾਡਾ ਅੰਸ ਬੰਸ ਤਬਾਹ ਕਰ ਦੇਗਾ। ਠੇਕਿਆਂ ਦੀਆਂ ਦੁਕਾਨਾਂ ਦੇ ਅੱਗਿਓਂ ਦੀ ਪੀਲੇ ਪਰਨੇ ਬੰਨ੍ਹ ਕੇ ਨੌਜਵਾਨ ਸਾਡੇ ਲੰਘਣ ਲੱਗੇ। ਕਿਸੇ ਠੇਕੇ ਵਾਲੇ ਨੂੰ ਮਾੜਾ ਨਹੀਂ ਕਿਹਾ। ਤੁਸੀਂ ਉਸ ਵੇਲੇ ਦਾ ਸਾਰਾ, ਜਿਹੜੇ ਤੁਹਾਡੇ 'ਚ ਬਹੁਤ ਸਾਰੇ ਬੰਦੇ ਤਾਂ ਬੈਠੇ ਨੇ ਬਜ਼ੁਰਗ ਜਿਨ੍ਹਾਂ ਨੇ ਉਹ ਵੇਲਾ ਵੇਖਿਆ ਹੋਣਾ, ਕਿਸੇ ਠੇਕੇ ਵਾਲੇ ਨੂੰ ਜਾ ਕੇ ਚਪੇੜ ਨਹੀਂ ਮਾਰੀ। ਅੱਜ ਵੀ ਨਾ, ਅੱਜ ਦੀ ਘਟਨਾ ਹੈ, ਅਫਗਾਨਿਸਤਾਨ ਵਿੱਚ ਅਸੀਂ ਬਹੁਤ ਘੱਟ ਗਿਣਤੀ ਵਿੱਚ ਹਾਂ, ਤੇ ਉੱਥੋਂ ਦੇ ਗੁਰਦੁਆਰੇ ਅੱਜ ਹਮਲਾ ਕਰਕੇ ਕਈ ਸਿੱਖਾਂ ਨੂੰ ਮੌਤ ਦੇ ਘਾਟ ਉਤਾਰੇ ਗਏ। ਅੱਜ ਗੁਰਦੁਆਰੇ ਨੂੰ ਅੱਗ ਲਾਈ ਗਈ। ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਗੁਰਦੁਆਰੇ ਦਾ ਗੁਨਾਹ ਕੀ ਹੈ। ਗੁਨਾਹ ਸਿਰਫ ਇੰਨਾ ਹੀ ਹੈ, ਪੂਰੀ ਦੁਨੀਆ ਨੂੰ ਜੇ ਅੱਜ ਕੋਈ ਠੰਡ ਵਰਤਾਉਣ ਵਾਲਾ ਥਾਂ ਹੈ ਤੇ ਉਹ ਸਿਰਫ ਤੇ ਸਿਰਫ
ਉੱਚੀ ਬੋਲ ਕੇ ਦੱਸਿਓ ਮੈਨੂੰ, ਗੁਰੂ ਗ੍ਰੰਥ ਸਾਹਿਬ ਜਿੱਥੇ ਪ੍ਰਕਾਸ਼ ਹੈ ਉਹ ਗੁਰਦੁਆਰਾ ਹੈ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਿਉਂ ਹੋਈਆਂ ਪੰਜਾਬ 'ਚ? ਕੀ ਕੋਈ ਜ਼ਮੀਨ ਦਾ ਗੁਰੂ ਸਾਹਿਬ ਜੀ ਡਿਮਾਂਡ ਕਰਦੇ ਸੀ ਵੀ ਆਹ ਮੈਨੂੰ ਦੇ ਦਿਓ? ਕੋਈ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਕਿਸੇ, ਜਿਵੇਂ ਕਈ ਵਾਰ ਲੱਗਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾ ਕਿਸੇ ਬੰਦੇ ਦੇ ਖਿਲਾਫ ਹੈ, ਨਾ 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 ਨਾ, ਕਿਸੇ ਦੇ ਖਿਲਾਫ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਖਿਲਾਫ ਹੈ ਬੁਰਾਈਆਂ ਦੇ। ਮੇਰੇ ਵਰਗਾ ਕੋਈ ਗਿਆਨੀ ਅਖਵਾਉਣ ਵਾਲਾ ਬੰਦਾ ਜਿਹੜਾ ਗਲ 'ਚ ਸ੍ਰੀ ਸਾਹਿਬ ਪਾਉਂਦਾ ਹੈ, ਬਾਣੀ ਪੜ੍ਹਦਾ ਹੈ, ਬਾਣੀ ਦੇ ਅਰਥ ਕਰਦਾ ਹੈ, ਜੇ ਉਹਦੇ ਵਿੱਚ ਵੀ ਕੋਈ ਗੁਨਾਹ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਉਹਨੂੰ ਵੀ ਕਹਿੰਦੇ ਨੇ ਹਿਰਦੇ ਕਪਟ ਮੁੱਖ ਗਿਆਨੀ। ਓਏ ਹਿਰਦੇ 'ਚ ਕਪਟ ਚੁੱਕੀ ਫਿਰਦਾ ਹੈ ਤੇ ਮੁੱਖੋਂ ਗਿਆਨੀ ਬਣਿਆ ਫਿਰਦਾ। ਹੁਣ ਮੈਨੂੰ ਦੱਸੋ, ਇਹ ਮੇਰੇ ਖਿਲਾਫ ਥੋੜੀ ਹੈ ਬਾਣੀ, ਇਹ ਤਾਂ ਮੇਰੀ ਅਸਲੀਅਤ ਮੇਰੀ ਔਕਾਤ ਵਿਖਾਉਂਦੇ ਨੇ ਗੁਰੂ ਸਾਹਿਬ। ਵੀ ਇਹ ਨਾ ਹੋਵੇ ਗੱਲਾਂ ਚੰਗੀਆਂ ਕਰਦਾ ਹੋਵੇਂ ਪਰ ਤੇਰੇ ਪੱਲੇ ਕਰਤੂਤ ਨਾ ਹੋਵੇ। ਸ਼ਬਦ ਵਰਤਿਆ ਮਹਾਰਾਜ ਨੇ, ਕਰਤੂਤ ਪਸ਼ੂ ਕੀ। ਗੱਜ ਕੇ ਬੋਲੋ, ਕਰਤੂਤ ਪਸ਼ੂ ਕੀ। ਮਾਨਸ ਜਾਤ ਬਣਿਆ ਤੋਂ ਬੰਦਾ ਫਿਰਦਾ, ਲੱਛਣ ਤੇਰੇ ਡੰਗਰਾਂ ਨਾਲ ਰਲਦੇ ਨੇ। ਤੇ ਦੱਸਿਓ ਮੈਨੂੰ, ਜਿੰਨਾ ਅੱਜ ਬੰਦੇ ਦਾ ਨੁਕਸਾਨ ਬੰਦਾ ਕਰ ਰਿਹਾ ਹੈ, ਇੰਨਾ ਕੋਈ ਵੀ ਹੋਰ ਜਾਨਵਰ ਸਾਡਾ ਨੁਕਸਾਨ। ਬੰਦੇ ਦਾ ਵੈਰੀ ਕੌਣ ਹੈ ਅੱਜ ਭਲਾ? ਉੱਚੀ ਬੋਲ ਕੇ ਦੱਸਿਓ। ਬੰਦਾ ਵੈਰੀ ਹੈ, ਹੋਰ ਤੇ ਕੋਈ ਚੀਜ਼ ਸਾਡੀ ਵੈਰੀ ਨਹੀਂ ਹੈ। ਤੁਸੀਂ ਸਾਰਿਆਂ ਦੇ ਹੀ ਵੈਰੀ, ਆਪਾਂ ਸਭ ਦੇ ਵੈ। ਵਾਤਾਵਰਣ ਤੁਸੀਂ ਗੰਦਲਾ ਕਰਤਾ, ਹਵਾ ਪੰਜਾਬ ਦੀ ਪਲੀਤ ਤੁਸੀਂ ਕਰਤੀ, ਪਾਣੀ ਪੰਜਾਬ ਦਾ ਪਲੀਤ ਤੁਸੀਂ ਕਰਤਾ। ਤੁਸੀਂ ਆਪਣੇ ਲਈ ਕੀ ਸੋਚਣਾ ਹੈ? ਤੁਸੀਂ ਤਾਂ ਕਿਸੇ ਲਈ ਵੀ ਨਹੀਂ ਸੋਚਦੇ। ਪਾਣੀ ਕਿੱਥੋਂ ਪੀਓਗੇ? ਆਉਣ ਵਾਲੀਆਂ ਪੀੜ੍ਹੀਆਂ ਤੁਹਾਡੀਆਂ ਪਾਣੀ ਕਿੱਥੋਂ ਪੀਣਗੀਆਂ? ਤੁਸੀਂ ਹਵਾ 'ਚ ਜ਼ਹਿਰ ਘੋਲਤਾ ਹੈ। ਅੱਜ ਪੰਜਾਬ ਦੇ ਲੋਕ ਕਹਿਣ ਅਸੀਂ ਨਸ਼ਾ ਨਹੀਂ ਕਰਦੇ। ਨਸ਼ਿਆਂ ਨਾਲੋਂ ਜ਼ਹਿਰੀਲੀ ਹਵਾ ਵਗਦੀ ਹੈ ਪੰਜਾਬ ਵਿੱਚ। ਜਿਹੜੇ ਬੰਦੇ ਅੱਜ ਕੋਈ ਨਸ਼ਾ ਨਹੀਂ ਕਰਦੇ, ਉਹ ਵੀ ਆਉਣ ਵਾਲੇ ਸਮੇਂ 'ਚ 50 ਸਾਲ ਤੋਂ ਉੱਪਰ ਨਹੀਂ ਕੱਢਣਗੇ, ਕਿਉਂਕਿ ਤੁਸੀਂ ਹਵਾ 'ਚ ਜ਼ਹਿਰ ਘੋਲਤਾ। ਤੁਸੀਂ ਤਾਂ ਇਹ ਕਹਿੰਦੇ ਸੀ ਸਾਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਓ। ਅਗਲਿਆਂ ਨੇ ਪਾਲਿਸੀ ਅਪਣਾ ਲਈ ਵੀ ਐਵੇਂ ਲੋੜ ਨਹੀਂ ਇਹਨਾਂ ਨਾਲ ਲੜਨ ਦੀ, ਇਹਨਾਂ ਦੇ ਪਾਣੀਆਂ ਤੇ ਇਸ ਤਰ੍ਹਾਂ ਨਾਲ ਕਬਜ਼ਾ ਕਰੋ, ਇਹਨਾਂ ਦੇ ਪਾਣੀਆਂ 'ਚ ਜ਼ਹਿਰ ਘੋਲ ਦਿਓ। ਅੱਜ ਤੁਹਾਡੇ ਪਾਣੀ ਵਿੱਚ ਜ਼ਹਿਰ ਹੈ। ਪੰਜਾਬ ਦੇ ਕਈ ਐਸੇ ਇਲਾਕੇ ਨੇ, ਉਸ ਧਰਤੀ 'ਚੋਂ ਪਾਣੀ ਕੱਢ ਕੇ ਤੁਸੀਂ 4 ਦਿਨ ਪੀ ਲਓ ਤੇ ਤੁਹਾਨੂੰ ਹਸਪੀਟਲ ਜਾਣਾ ਪੈਣਾ। ਈਵਨ ਹੋ ਸਕਦਾ ਇਸ ਨਗਰ ਵਿੱਚ ਵੀ ਤੁਸੀਂ ਪੰਜਾਬ ਦਾ ਪਾਣੀ ਪੀਣ ਕਾਬਲ ਨਹੀਂ ਛੱਡਿਆ, ਪੰਜਾਬ ਦੀ ਹਵਾ ਸਾਹ ਲੈਣ ਦੇ ਕਾਬਲ ਨਹੀਂ ਛੱਡੀ। ਅੱਜ ਕਿਸੇ ਦੁਸ਼ਮਣ ਨੂੰ ਕੀ ਲੋੜ ਹੈ ਤੁਹਾਨੂੰ ਮੁਕਾਉਣ ਦੀ ਭਲਾ? ਅੱਜ ਤੇ ਅਸੀਂ ਆਪਣੇ ਆਪ ਨੂੰ ਮੁਕਾਉਣ ਲਈ ਆਪ ਹੀ ਬਹੁਤ ਆ। ਬਹੁਤ ਸਮਰੱਥਾ ਆ ਸਾਡੇ ਵਿੱਚ। ਕਿਉਂ? ਕਿਉਂਕਿ ਅਗਲਿਆਂ ਨੇ ਤੁਹਾਡੀ ਨਬਜ਼ ਫੜ ਲਈ। ਮੈਂ ਕੀ ਕਿਹਾ ਸੀ? ਤੁਸੀਂ ਭੁੱਲਦੇ ਹੋ, ਤੁਹਾਡਾ ਦੁਸ਼ਮਣ ਤੁਹਾਡਾ ਇਤਿਹਾਸ ਨਹੀਂ ਭੁੱਲਦਾ। ਜੂਨ 84 ਵਕਤ ਦੀਆਂ ਤਾਕਤਾਂ ਇਕੱਠੀਆਂ ਹੋ ਗਈਆਂ। ਵਕਤ ਦੀਆਂ ਤਾਕਤਾਂ ਨੇ ਇੱਕ ਸੁਰ ਹੋ ਕੇ ਕਿਹਾ, ਇਹ ਬੰਦੇ ਕੌਣ ਹੁੰਦੇ ਨੇ ਜਿਹੜੇ ਕਹਿੰਦੇ ਨੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿਓ? ਤੇ ਮੈਂ ਬੜੀ ਵਾਰ ਕਹਿਣਾ ਹੁੰਦਾ, ਜੂਨ 84 ਦੀ ਗੱਲ ਕਰਦੇ ਆ, ਮੈਨੂੰ ਇੱਕ ਗੱਲ ਦਾ ਜਵਾਬ ਅਜੇ ਤੱਕ ਭਾਰਤ ਦਾ ਕੋਈ ਵੀ ਵਸਿੰਦਾ ਦੇ ਦੇ, ਜਿਨ੍ਹਾਂ ਟੈਂਕਾਂ ਤੇ ਤੋਪਾਂ ਨਾਲ ਸਾਡੇ ਦਰਬਾਰ ਤੇ ਹਮਲਾ ਕੀਤਾ, ਇੱਕ ਗੱਲ ਦਾ ਜਵਾਬ ਦੇ ਦਿਓ ਕਿ ਨਸ਼ਾ ਠੀਕ ਹੈ ਕਿ ਨਸ਼ਾ ਗਲਤ ਹੈ। ਇੰਨਾ ਹੀ ਜਵਾਬ ਦੇ। ਜੇ ਨਸ਼ਾ ਠੀਕ ਹੈ ਫਿਰ ਸਾਡੀ ਗੱਲ ਗਲਤ ਸੀ, ਤੇ ਜੇ ਨਸ਼ਾ ਗਲਤ ਹੈ ਫਿਰ ਸਾਡੇ ਬੰਦਿਆਂ ਦੀ ਗੱਲ ਗਲਤ ਕਿਵੇਂ ਸੀ? ਇਹ ਨਹੀਂ ਵੀ ਉਹ ਕਿਹੜੀ ਜਥੇਬੰਦੀ ਨਾਲ ਸੰਬੰਧ ਰੱਖਦੇ ਨੇ, ਕਿਹੜੇ ਫਿਰਕੇ ਨਾਲ, ਇਹ ਗੱਲਾਂ ਬਾਅਦ ਦੀਆਂ ਨੇ। ਕਈ ਵਾਰ ਅਸੀਂ ਏਦਾਂ ਜੱਜ ਕਰਨ ਲੱਗ ਪੈਂਦੇ ਆ ਚੀਜ਼ਾਂ, ਪਰ ਅਸੀਂ ਇਹ ਵੇਖਣਾ ਵੀ ਸਾਡੇ ਬੰਦਿਆਂ ਨੇ ਇਹ ਕਿਹਾ ਵੀ ਪਵਿੱਤਰ ਸ਼ਹਿਰ ਦਾ ਦਰਜਾ ਦਿਓ ਅੰਮ੍ਰਿਤਸਰ ਨੂੰ, ਤੇ ਇਹ ਗੱਲ ਗਲਤ ਕਿਵੇਂ ਸੀ? ਕਿਉਂਕਿ ਨਸ਼ੇ ਦਾ ਵਪਾਰ ਕਰਨਾ ਤੇ ਨਸ਼ਿਆਂ ਦੇ ਨਾਲ ਸਮਾਜ ਨੂੰ ਜੋੜਨਾ, ਇਹ ਠੀਕ ਕਿਵੇਂ ਹੋ ਸਕਦਾ? ਕਦੀ ਵੀ ਠੀਕ ਨਹੀਂ ਹੋਏਗਾ। ਤੇ ਜਵਾਬ ਨਹੀਂ ਦੇ ਪਾਉਣਗੇ ਕਦੀ ਟੇਬਲ ਤੇ ਬਹਿ ਕੇ ਜਵਾਬ ਦੇ ਦੇਣ। ਪਰ ਸਾਨੂੰ ਕੀ ਕਹਿਤਾ? ਦੇਸ਼ ਧਰੋਹੀ। ਕਿਉਂਕਿ ਇਹ ਕਹਿੰਦੇ ਨੇ ਜਵਾਨੀ ਨਸ਼ੇ ਦੇ ਰਾਹ ਨਹੀਂ ਪੈਣੀ ਚਾਹੀਦੀ। ਵਾਹ, ਵਾਰੇ ਵਾਰੇ ਜਾਈਏ ਇੱਥੋਂ ਦੇ ਸਿਸਟਮ ਦੇ। ਅਸੀਂ ਕਿਹਾ ਆਪਣੀ ਜਵਾਨੀ ਬਚਾ ਲਓ, ਤੇ ਸਾਡੇ ਮੱਥੇ ਤੇ ਕਲੰਕ ਕੀ ਲਾਤਾ? ਇਹ ਦੇਸ਼ ਦੇ ਦੁਸ਼ਮਣ ਬੰਦੇ ਨੇ। ਸਾਨੂੰ ਕੋਈ ਦੇਸ਼ ਪ੍ਰੇਮੀ ਹੋਣ ਦੇ ਸਰਟੀਫਿਕੇਟ ਨਾ ਹੀ ਵੰਡੇ ਤੇ ਚੰਗਾ। ਅਸੀਂ ਕਿਸੇ ਤੋਂ ਸਰਟੀਫਿਕੇਟ ਨਹੀਂ ਲੈਣੇ ਦੇਸ਼ ਪ੍ਰੇਮੀ ਹੋਣ ਦੇ। ਅਸੀਂ 2% ਨੇ 93% ਕੁਰਬਾਨੀਆਂ ਦਿੱਤੀਆਂ ਨੇ ਇਸ ਮੁਲਕ ਲਈ, ਤੇ ਸਾਨੂੰ ਜੇ ਕੋਈ ਸਰਟੀਫਿਕੇਟ ਦੇਣ ਦੀ ਕੋਸ਼ਿਸ਼ ਕਰੇ ਨਾ ਵੀ ਅਸੀਂ ਸਰਟੀਫਿਕੇਟ ਦੇਵਾਂਗੇ, ਤੁਸੀਂ ਸਾਨੂੰ ਹੁੰਦੇ ਕੌਣ ਹੋ ਸਰਟੀਫਿਕੇਟ ਦੇਣ ਵਾਲੇ? ਅਸੀਂ, ਸਾਡੇ ਗੁਰੂਆਂ ਨੇ ਸਰਬੰਸ ਵਾਰਿਆ ਇਸ ਮੁਲਕ ਲਈ, ਸਰਬੰਸ ਵਾਰਿਆ।
ਇੱਥੇ ਤਤੀਆਂ ਤਵੀਆਂ ਤੇ ਕੋਈ ਬੈਠਾ ਹੈ। ਇੱਥੇ 80 ਸਾਲ ਦੀ ਬਜ਼ੁਰਗ ਮਾਤਾ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਇੱਥੇ 7 ਸਾਲ ਦਾ ਬੱਚਾ ਵਕਤ ਦੀਆਂ ਹਕੂਮਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਹਿੰਦਾ ਰਿਹਾ ਤੇਰੀ ਤਾਕਤ ਖਤਮ ਹੋ ਜਾਣੀ ਹੈ, ਕਲਗੀਆਂ ਵਾਲੇ ਦੀ ਤਾਕਤ ਨਹੀਂ ਮੁੱਕਣੀ। ਇਹ ਗੱਲਾਂ ਕਿੱਥੇ ਗਈਆਂ ਫਿਰ? ਤੁਸੀਂ ਸਾਨੂੰ ਦੱਸੋਗੇ। ਪਿੱਛੇ ਜੋ ਕਿਸਾਨੀ ਵੇਲੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਨਹੀਂ ਝੁਲਾਤਾ, ਕਿੰਨੇ ਬੰਦਿਆਂ ਨੂੰ ਤਕਲੀਫ ਹੋਈ, ਹਾਏ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਕਿਉਂ ਝੁਲਾਤਾ? ਇਹਨਾਂ ਨੂੰ ਦੱਸੋ ਹੈਦਰੀ ਝੰਡੇ ਇਸ ਲਾਲ ਕਿਲੇ ਤੋਂ ਅਸੀਂ ਪੁੱਟੇ ਨੇ, ਤੁਸੀਂ ਨਹੀਂ ਪੁੱਟੇ। ਇਸ ਲਾਲ ਕਿਲੇ ਤੋਂ ਜੇ ਹੈਦਰੀ ਝੰਡਾ ਸਦਾ ਵਾਸਤੇ ਪੁੱਟਿਆ ਤੇ ਅਸੀਂ ਪੁੱਟਿਆ। ਹਾਲਾਂਕਿ ਅਸੀਂ ਕਿਸੇ ਝੰਡੇ ਦੇ ਵੀ ਖਿਲਾਫ ਜਾਂ ਹੱਕ ਵਿੱਚ ਨਹੀਂ ਆ, ਪਰ ਜਿਹੜੇ ਬੰਦੇ ਤੁਸੀਂ ਅੱਜ ਸਾਨੂੰ ਇਹ ਦਾਅਵੇ ਕਰਕੇ ਦੱਸਦੇ ਹੋ ਵੀ ਤੁਹਾਨੂੰ ਇਹ ਪਤਾ ਨਹੀਂ ਜਾਂ ਤੁਸੀਂ ਇਹ ਜਾਣਦੇ ਨਹੀਂ, ਇਹਦਾ ਮਤਲਬ ਤੁਹਾਨੂੰ ਇਹ ਇਤਿਹਾਸ ਭੁੱਲ ਗਿਆ। ਇਹ ਕਿਲਾ ਮੁਹੰਮਦ ਸ਼ਾਹ ਰੰਗੀਲੇ ਦਾ ਸੀ। ਲਾਲ ਕਿਲਾ ਮੁਹੰਮਦ ਸ਼ਾਹ ਰੰਗੀਲੇ ਨੇ ਬਣਾਇਆ ਸੀ ਤੇ ਮੁਹੰਮਦ ਸ਼ਾਹ ਰੰਗੀਲੇ ਤੋਂ ਇਸ ਭਾਰਤ ਦੀ ਪ੍ਰਾਪਰਟੀ ਬਣਾਉਣ ਵਿੱਚ ਤੁਹਾਡੇ ਪੁਰਖੇ ਸਰਦਾਰ ਬਘੇਲ ਸਿੰਘ ਦਾ ਰੋਲ ਹੈ। ਤੁਹਾਡੇ ਮਰਜੀਵੜੇ ਉਹਨਾਂ ਦੇ, ਤੁਸੀਂ ਦਿੱਲੀ ਜਾਂਦੇ ਹੋ, ਤੁਹਾਨੂੰ ਤੇ ਸ਼ਾਇਦ ਅੱਜ ਗੱਲਾਂ ਹੀ ਭੁਲਾ ਦਿੱਤੀਆਂ ਅਗਲਿਆਂ ਨੇ। ਦਿੱਲੀ ਦਾ ਬਹੁਤਾ ਹਿੱਸਾ, ਜਿਸ ਜਗ੍ਹਾ ਤੇ ਦਿੱਲੀ ਦੀ ਪਾਰਲੀਮੈਂਟ ਬਣੀ ਹੈ ਨਾ, ਇਤਿਹਾਸ ਨਾ ਫਰੋਲੋ ਸਾਡੇ ਕੋਲੋਂ। ਜੇ ਅਸੀਂ ਇਤਿਹਾਸ ਫਰੋਲਣ ਲੱਗ ਪਏ ਨਾ, ਜਿਸ ਜਗ੍ਹਾ ਤੇ ਦਿੱਲੀ ਦੀ ਪਾਰਲੀਮੈਂਟ ਬਣੀ ਹੈ ਇਹ ਸਿੱਖਾਂ ਦਾ ਪਿੰਡ ਹੋਇਆ ਕਰਦਾ ਸੀ। ਭਾਈ ਮਨੀ ਸਿੰਘ ਦੇ ਸਹੁਰੇ ਪਰਿਵਾਰ ਦਾ ਇਹ ਪਿੰਡ ਸੀ ਜਿੱਥੇ ਪਾਰਲੀਮੈਂਟ ਬਣੀ। ਤੁਸੀਂ ਪਰ ਅਸੀਂ ਪੜ੍ਹਦੇ ਕਿੱਥੇ ਆ? ਸਾਨੂੰ ਅਗਲਿਆਂ ਨੇ ਉਲਝਾ ਲਿਆ ਹੋਰ ਮਸਲਿਆਂ ਦੇ ਵਿੱਚ, ਅਸੀਂ ਪੜ੍ਹਨ ਵਾਲੇ ਬੰਨੇ ਤੁਰਦੇ ਨਹੀਂ। ਇੱਕੋ ਇੱਕ ਅਕਾਲ ਤਖਤ ਸੀ ਜਿਸ ਤੁਸੀਂ ਇਕੱਠੇ ਹੋ ਸਕਦੇ ਸੀ। ਅੱਜ ਸਿੱਖ ਸਿੱਖ ਦਾ ਵੈਰੀ ਹੋ ਗਿਆ, ਸਿੱਖ ਸਿੱਖ ਦਾ ਦੁਸ਼ਮਣ ਬਣ ਗਿਆ। ਪੱਗ ਵਾਲੇ ਨੂੰ ਪੱਗ ਵਾਲਾ ਚੰਗਾ ਨਹੀਂ ਲੱਗਦਾ। ਅਸੀਂ ਬਹੁਤ ਤੰਗ ਦਿਲ ਇਨਸਾਨ ਆ। ਜੇ ਕੋਈ ਮੇਰੇ ਵਰਗਾ ਤਿੱਖੀ ਪੱਗ ਬੰਨ੍ਹਦਾ ਹੈ ਤੇ ਉਹਨੂੰ ਗੋਲ ਪੱਗ ਵਾਲਾ ਚੁੱਭਦਾ, ਤੇ ਜੇ ਕੋਈ ਗੋਲ ਬੰਨ੍ਹਦਾ ਤੇ ਉਹਨੂੰ ਤਿੱਖੀ ਵਾਲਾ ਚੁੱਭਦਾ। ਜੇ ਕੋਈ ਨੀਲੀ ਬੰਨ੍ਹ ਲੈਂਦਾ ਉਹਨੂੰ ਚਿੱਟੀ ਵਾਲਾ ਚੁੱਭਦਾ, ਜੇ ਕੋਈ ਚਿੱਟੀ ਬੰਨ੍ਹ ਲੈਂਦਾ ਤੇ ਉਹਨੂੰ ਨੀਲੀ ਵਾਲਾ ਚੁੱਭਦਾ, ਕੋਈ ਕਾਲੀ ਬੰਨ੍ਹ ਲੈਂਦਾ ਤੇ ਪੀਲੀ ਵਾਲਾ ਚੁੱਭਦਾ। ਇਹ ਚਾਹੁੰਦੀਆਂ ਸੀ ਵਕਤ ਦੀਆਂ ਸਰਕਾਰਾਂ ਤੁਹਾਡੀਆਂ ਪੱਗਾਂ ਖਿਲਾਫ ਸਾਨੂੰ ਨਾ ਹੋਣਾ ਪਵੇ, ਤੁਸੀਂ ਆਪਣੀਆਂ ਪੱਗਾਂ ਦੇ ਖਿਲਾਫ ਆਪ ਹੋ ਜਾਓ। ਪਾਤਾ ਨਾ ਅਗਲਿਆਂ ਨੇ ਤੁਹਾਡੇ ਦਿਮਾਗ 'ਚ ਬੀਜ, ਜ਼ਹਿਰ ਪਾਤਾ ਨਾ ਉਹਨਾਂ ਨੇ। ਉਹ ਕਿਉਂ ਹੋਣਗੇ? ਅੱਜ ਕਿਸੇ ਨੂੰ ਕੀ ਲੋੜ ਹੈ ਤੁਹਾਡੀ ਪੱਗ ਦੇ ਬਾਰੇ ਬੋਲਣ ਦੀ? ਮਾਫ ਕਰਿਓ ਮੈਨੂੰ, ਗੁੱਸਾ ਨਾ ਕੋਈ ਮੇਰਾ ਵੀਰ ਮੇਰੀ ਭੈਣ ਕੋਈ ਕਰੇ। ਠੀਕ ਆ, ਵਕਤ ਦੀਆਂ ਤਾਕਤਾਂ ਨੇ ਤੁਹਾਡੀਆਂ ਪੱਗਾਂ ਬਹੁਤ ਰੋਲੀਆਂ, ਸਾਡੀਆਂ ਪੱਗਾਂ ਬਹੁਤ ਰੋਲੀਆਂ, ਪਰ ਅੱਜ ਜਿੰਨੀਆਂ ਪੱਗਾਂ ਸਿੱਖਾਂ ਨੇ ਆਪਣੀਆਂ ਆਪ ਰੋਲੀਆਂ ਨੇ ਨਾ, ਸ਼ਾਇਦ ਇੰਨੀਆਂ ਤੇ ਵਕਤ ਦੀਆਂ ਤਾਕਤਾਂ ਨੇ ਵੀ ਨਹੀਂ ਰੋਲੀਆਂ। ਅੱਜ ਤਾਂ ਬਹੁਤ ਬੁਰੀ ਤਰ੍ਹਾਂ ਨਾਲ ਅਸੀਂ ਇਸ ਚੀਜ਼ ਦਾ ਸ਼ਿਕਾਰ ਹੋ ਗਏ ਹਾਂ। ਖੈਰ, ਆਪਾਂ ਗੱਲ ਕਰਦੇ ਸੀ ਜੂਨ 1984 ਦੀ। ਵਕਤ ਦੀ ਹਕੂਮਤ ਨੇ ਪੈਂਤੜਾ ਲੈ ਲਿਆ। ਤੁਹਾਡੀ ਇਹ ਗੱਲ ਨਹੀਂ ਸੁਣੀ ਜਾਣੀ। ਸਾਡੇ ਬੰਦੇ ਸਿੰਪਲ ਵਿਚਾਰੇ, ਸਾਧਨ ਸਾਡੇ ਕੋਲ ਕੀ ਸਨ? ਅਸੀਂ ਆਪਣੇ ਮੂੰਹ ਨਾਲ ਗੱਲ ਕਰਦੇ ਸਾਂ ਤੇ ਅਗਲੇ ਦੇ ਕੰਨ ਤੱਕ ਪਹੁੰਚਾ ਦਿੰਦੇ ਸਾਂ। ਸਿਸਟਮ, ਮਨਿਸਟਰੀ, ਸਾਰੀਆਂ ਤਾਕਤਾਂ ਅਗਲਿਆਂ ਕੋਲ ਸਨ। ਜਦੋਂ ਉਹਨਾਂ ਨੂੰ ਲੱਗਿਆ ਵੀ ਅਸੀਂ ਤਾਂ ਇਹਨਾਂ ਨੂੰ ਦਬਾਉਣਾ ਚਾਹੁੰਦੇ ਹਾਂ, ਪਰ ਇਹ ਤਾਂ ਦਿਨੋਂ ਦਿਨ ਉੱਤੇ ਨੂੰ ਉੱਠਦੇ ਜਾਂਦੇ ਨੇ, ਅਸੀਂ ਤੇ ਬੁਰੀ ਤਰ੍ਹਾਂ ਨਾਲ ਇਹਨਾਂ ਨੂੰ ਅਤਿਆਚਾਰ ਇਹਨਾਂ ਤੇ ਕਰਕੇ ਵੇਖ ਲਿਆ, ਔਰ ਇਹਨਾਂ ਨੂੰ ਇਹ ਕਿਸੇ ਵੀ ਤਰੀਕੇ ਨਾਲ ਨਹੀਂ ਮੁੱਕਦੇ। ਫਿਰ ਉਹਨਾਂ ਨੇ ਇੱਕ ਤਰੀਕਾ ਅਪਣਾ ਲਿਆ, ਜਦੋਂ ਕੋਈ ਚੀਜ਼ ਮੁਕਾਈ ਨਾ ਜਾਏ ਉਹਨੂੰ ਬਦਨਾਮ ਕਰ ਦਿਓ। ਸੌਖਾ ਤਰੀਕਾ ਹੁੰਦਾ ਹੈ, ਜਦੋਂ ਕੋਈ ਚੀਜ਼ ਮੁਕਾਈ ਨਾ ਜਾ ਸਕੇ ਤੇ ਉਹਦਾ ਬਦਲ ਕੀ ਹੁੰਦਾ, ਉਹਨੂੰ ਬਦਨਾਮ ਕਰ ਦਿਓ। ਫਿਰ ਨਕਲੀ ਸਿੱਖ ਤਿਆਰ ਕੀਤੇ ਗਏ, ਸਿਰਾਂ ਤੇ ਨਕਲੀ ਪੱਗਾਂ ਵਾਲੇ ਬੰਦੇ ਲੱਭੇ, ਗਲਾਂ 'ਚ ਨਕਲੀ ਕਿਰਪਾਨਾਂ ਵਾਲੇ ਬੰਦੇ ਲੱਭੇ, ਔਰ ਉਹਨਾਂ ਨਕਲੀ ਪੱਗਾਂ ਤੇ ਨਕਲੀ ਕਿਰਪਾਨਾਂ ਵਾਲਿਆਂ ਨੇ ਪੰਜਾਬ ਦੀ ਧਰਤੀ ਤੇ ਉਹ ਕੋਹਰਾਮ ਮਚਾਇਆ। ਤੇ ਨਾਂ ਕਿਹਦਾ ਲਾਇਆ? ਸਿੱਖਾਂ ਦਾ। ਕਿਉਂਕਿ ਆਮ ਬੰਦੇ ਨੂੰ ਲੱਗਦਾ ਸੀ ਵੀ ਸਿੱਖਾਂ ਨੂੰ ਕੀ ਹੋ ਗਿਆ। ਇੱਥੋਂ ਤੱਕ ਕਿਸੇ ਗਰੀਬ ਸਿੱਖ ਦੇ ਘਰ ਪ੍ਰਸ਼ਾਦਾ ਛਕਣ ਜਾਣਾ, ਸਿੱਖ ਨਹੀਂ ਸਾਨੂੰ। ਮੈਂ ਅੱਜ ਵੀ ਦਿਨੇ ਗੱਲ ਕਰਦਾ ਸੀ ਵੀ ਜੋ ਅੱਜ ਅਫਗਾਨਿਸਤਾਨ ਕਾਬਲ ਵਿੱਚ ਹੋਇਆ ਹੈ, ਸਿੱਖ ਕਿਤੇ ਇੱਕ ਵੀ ਹੋਵੇ, ਬਾਕੀ ਬਹੁਤੇ ਲੋਕ ਹੋਣ, ਸਿੱਖ ਇੱਕ ਵੀ ਹੋਵੇ ਤੇ ਬਹੁਤਿਆਂ ਨੂੰ ਇੰਜ ਲੱਗਦਾ ਵੀ ਇੱਕ ਸਿੱਖ ਹੈਗਾ ਮੈਂ ਮਹਿਫੂਜ਼ ਆ, ਪਰ ਸਿੱਖ ਕਿਤੇ ਹੋਵੇ ਤੇ ਬਹੁਤੇ ਦੂਜੇ ਹੋਣ, ਇਹ ਕਿਤੇ ਵੀ ਮਹਿਫੂਜ਼ ਨਹੀਂ ਹੈ। ਕਿੱਡੀ ਤਰਾਸਦੀ ਹੈ, ਕਿੱਡੀ ਮੁਸ਼ਕਲ ਵਾਲੀ ਗੱਲ ਹੈ। ਅਸੀਂ ਹਰ ਇੱਕ ਦੀ ਢਾਲ ਬਣ ਜਾਂਦੇ ਹਾਂ। ਅਸੀਂ ਨਹੀਂ ਸੋਚਦੇ ਕਦੇ ਵੀ, ਅਸੀਂ ਕਿਸੇ ਵੀ ਇਸ ਤਰ੍ਹਾਂ ਦੇ ਜੋੜ ਤੋੜ 'ਚ ਨਹੀਂ ਪੈਂਦੇ, ਪਰ ਜਦੋਂ ਸਾਡੀ ਢਾਲ ਬਣਨ ਦਾ ਵੇਲਾ ਆਉਂਦਾ ਉਦੋਂ ਕੋਈ ਵੀ ਨਹੀਂ ਬਣਦਾ। ਅਸੀਂ ਹਰ ਇੱਕ ਦੀ ਢਾਲ ਬਣਦੇ ਹਾਂ, ਹਰ ਵੇਲੇ ਬਣਦੇ ਹਾਂ।
ਅਸੀਂ ਕੋਈ ਸੌਦੇਬਾਜ਼ੀ ਨਹੀਂ ਕਰਦੇ, ਅਸੀਂ ਕੋਈ ਇਸ ਤਰ੍ਹਾਂ ਦਾ ਸਿਲਸਿਲਾ ਨਹੀਂ। ਪਰ ਜਦੋਂ ਸਾਨੂੰ ਅਗਲਿਆਂ ਨੂੰ ਮਕਾਉਣਾ ਸੀ ਤੇ ਸਾਨੂੰ ਬਦਨਾਮ ਕਰਨਾ ਚਾਹਿਆ। ਤੁਹਾਡੇ ਪੰਜਾਬੀ ਰਾਈਟਰ ਖਰੀਦੇ ਗਏ, ਤੁਹਾਡੀਆਂ ਕਲਮਾਂ ਖਰੀਦੀਆਂ ਗਈਆਂ, ਤੁਹਾਡੇ ਕੈਮਰੇ ਖਰੀਦੇ ਗਏ, ਕਿਉਂਕਿ ਦੁਨੀਆ ਦੇ ਅੰਦਰ ਹਰ ਚੀਜ਼ ਵਿਕਦੀ ਹੈ, ਇੱਕੋ ਹੀ ਚੀਜ਼ ਨਹੀਂ ਵਿਕਦੀ, ਸਿੱਖ। ਇਤਿਹਾਸ ਵਿੱਚੋਂ ਇੱਕ ਐਗਜ਼ਾਮਪਲ ਦੇ ਦਿੰਦਾ ਤੁਹਾਨੂੰ। ਯਾਦ ਹੈ ਮਹਾਰਾਜਾ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਵੇਲੇ ਨਾ ਗੁਰੂ ਸਾਹਿਬ ਜੀ ਨੂੰ ਇੱਕ ਮਿਲਣ ਸਿੱਖ ਗਰੀਬ ਆਇਆ, ਘਾਈ ਸਿੱਖ। ਤੁਸੀਂ ਸੁਣਿਆ ਆ ਬੜੀ ਵਾਰ। ਘਾਈ ਸਿੱਖ ਮਿਲਣ ਆਇਆ ਤੇ ਉਹਨੇ ਪੁੱਛਿਆ, ਇਹਦਾ ਮਤਲਬ ਹੈ ਉਹਨੂੰ ਜੇ ਇਹ ਨਹੀਂ ਪਤਾ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕਿਹੋ ਜਿਹੇ ਦਿਸਦੇ ਨੇ, ਤੇ ਇਹਦਾ ਮਤਲਬ ਇਹ ਹੋਇਆ ਵੀ ਉਹਨੇ ਪਹਿਲਾਂ ਕਦੀ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਨਹੀਂ ਵੇਖਿਆ ਹੋਣਾ। ਉਹਨੇ ਪੁੱਛਿਆ ਸੱਚੇ ਪਾਤਸ਼ਾਹ ਜੀ ਨੂੰ ਮਿਲਣਾ, ਉਹਨਾਂ ਦਾ ਤੰਬੂ ਕਿੱਥੇ ਹੈ? ਜਹਾਂਗੀਰ ਦਾ ਤੰਬੂ ਵੀ ਉਧਰ ਹੀ ਲੱਗਾ ਸੀ। ਕਿਸੇ ਨੇ ਦੱਸਣ ਵਾਲੇ ਨੇ ਕਹਿਤਾ ਉਹ ਪਾਤਸ਼ਾਹ ਦਾ ਤੰਬੂ ਹੈ, ਕਿਉਂਕਿ ਉਹ ਵੀ ਬਾਦਸ਼ਾਹ ਖਵਾਉਂਦਾ ਸੀ, ਵਕਤ ਦਾ ਬਾਦਸ਼ਾਹ ਸੀ ਉਹ। ਜਹਾਂਗੀਰ ਦੇ ਤੰਬੂ ਵਿੱਚ ਸ਼ਾਮਲ ਹੋ ਗਿਆ, ਅੰਦਰ ਗਿਆ, ਘਾਹ ਦੀ ਪੰਡ ਜਹਾਂਗੀਰ ਦੇ ਅੱਗੇ ਰੱਖੀ, ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਜੀ ਜਨਮ ਮਰਨ ਕੱਟ ਦਿਓ, ਜ਼ਿੰਦਗੀ ਦਾ ਕੋੜ ਕੱਢ ਦਿਓ ਜੀਵਨ ਵਿੱਚੋਂ। ਜਹਾਂਗੀਰ ਸਮਝ ਗਿਆ ਵੀ ਇਹ ਸਿੱਖ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਗਲਤੀ ਨਾਲ ਮੇਰੇ ਕੋਲ ਆ ਗਿਆ। ਉਹਨੇ ਸਮਝ ਤੋਂ ਬਹੁਤ ਛੇਤੀ ਗਿਆ, ਕਿਉਂਕਿ ਜਨਮ ਮਰਨ ਦਾ ਦੁੱਖ ਕਟਾਉਣ ਜਹਾਂਗੀਰ ਕੋਲ ਨਹੀਂ ਸੀ ਨਾ ਆਉਣਾ ਕਿਸੇ ਨੇ। ਜਹਾਂਗੀਰ ਕੋਲ ਤੇ ਅਗਲਾ ਕੋਈ ਆਪਣੀ ਲੋੜ ਲਈ ਆਉਂਦਾ। ਜਦੋਂ ਜਹਾਂਗੀਰ ਨੂੰ ਇਹ ਸਵਾਲ ਕੀਤਾ ਉਹ ਸਮਝ ਗਿਆ। ਜਹਾਂਗੀਰ ਕਹਿਣ ਲੱਗਾ ਜਿਸ ਗੁਰੂ ਨੂੰ ਤੂੰ ਮਿਲਣ ਆਇਆ ਮੈਂ ਉਹ ਨਹੀਂ ਆ। ਗੁਰੂ ਸਾਹਿਬ ਜੀ ਦਾ ਤੰਬੂ ਦੂਜੇ ਬੰਨੇ ਲੱਗਾ ਹੈ, ਮੈਂ ਤੇ ਜਹਾਂਗੀਰ ਆ। ਹਾਂ ਮੈਂ ਵਕਤ ਦਾ ਬਾਦਸ਼ਾਹ ਜ਼ਰੂਰ ਆ। ਤੇ ਇੰਜ ਕਰ, ਤੂੰ ਘਾਹ ਦੀ ਪੰਡ ਮੇਰੇ ਅੱਗੇ ਰੱਖ ਦਿੱਤੀ ਹੈ, ਹੁਣ ਇਹ ਘਾਹ ਦੀ ਪੰਡ ਨਾ ਚੁੱਕ, ਇਹ ਦੱਸ ਇਸ ਘਾਹ ਦੀ ਪੰਡ ਦੀ ਕੀਮਤ ਕੀ ਹੈ? ਤੈਨੂੰ ਚਾਹੀਦਾ ਕੀ ਹੈ? ਜੋ ਕਹੇਗਾ ਉਹ ਦੇ ਦਿਆਂਗੇ। ਉਹ ਕਹਿੰਦਾ ਇਹਦੀ ਕੀਮਤ ਤੇ ਗੁਰੂ ਦਾ ਪਿਆਰ ਹੀ ਹੈ। ਕਹਿੰਦੇ ਨਹੀਂ ਇਹ ਤਾਂ ਨਹੀਂ ਮੈਂ ਦੇ ਸਕਦਾ, ਪਰ ਇਹ ਦੱਸ ਵੀ ਤੈਨੂੰ ਜਗੀਰ ਕਿੰਨੀ ਚਾਹੀਦੀ ਹੈ, ਤੈਨੂੰ ਜਾਇਦਾਦ ਕਿੰਨੀ ਚਾਹੀਦੀ ਹੈ, ਤੈਨੂੰ ਪ੍ਰੋਪਰਟੀ ਕਿੰਨੀ ਚਾਹੀਦੀ ਹੈ। ਜਦੋਂ ਇਹ ਗੱਲ ਜਹਾਂਗੀਰ ਨੇ ਕਹੀ, ਉਹ ਗਰੀਬੜਾ ਜਿਹਾ ਸਿੱਖ ਜਿਹਨੇ ਗੁਰੂ ਅਜੇ ਵੇਖਿਆ ਵੀ ਨਹੀਂ, ਗੁਰੂ ਦੇ ਦੀਦਾਰ ਵੀ ਨਹੀਂ ਕੀਤੇ, ਗਰੀਬੜਾ ਜਿਹਾ ਸਿੱਖ ਕਹਿੰਦਾ ਜਹਾਂਗੀਰ ਬਾਦਸ਼ਾਹ ਹੋਏਗਾ ਆਪਣੇ ਘਰ, ਪਰ ਤੇਰੀ ਇੰਨੀ ਔਕਾਤ ਨਹੀਂ ਤੂੰ ਗੁਰੂ ਸਾਹਿਬ ਜੀ ਦੇ ਸਿੱਖ ਦੀ ਕੀਮਤ ਪਾ ਲਵੇਂ, ਤੂੰ ਇੰਨੇ ਜੋਗਾ ਨਹੀਂ ਹੈ। ਇਹ ਘਾਹ ਦੀ ਪੰਡ ਚੁੱਕਾਂਗਾ ਤੇ ਗੁਰੂ ਸਾਹਿਬ ਜੀ ਕੋਲ ਜਾ ਕੇ ਹਾਜ਼ਰ ਕਰਾਂਗਾ। ਬਾਦਸ਼ਾਹ ਨੇ ਕਿਹਾ ਇਹ ਤਾਂ ਤੋਹੀਨ ਹੋਏਗੀ ਨਾ ਵੀ ਤੂੰ ਮੇਰੇ ਗਾੜੀ ਕੋਈ ਤੋਹਫਾ ਰੱਖਿਆ ਤੇ ਚੁੱਕ ਲਵੇਂ ਹੁਣ। ਕਹਿੰਦੇ ਮੈਨੂੰ ਨਹੀਂ ਪਤਾ ਤੇਰੀ ਤੋਹੀਨ ਹੋਣੀ ਹੈ ਕਿ ਨਹੀਂ ਹੋਣੀ, ਪਰ ਮੈਂ ਆਪਣੇ ਗੁਰੂ ਦਾ ਪਿਆਰ ਗੁਰੂ ਲਈ ਲਿਆਂਦਾ ਤੇ ਗੁਰੂ ਦੇ ਚਰਨਾਂ 'ਚ ਹਾਜ਼ਰ ਕਰਾਂਗਾ। ਘਾਹ ਦੀ ਪੰਡ ਚੁੱਕੀ। ਬਾਦਸ਼ਾਹ ਕਹਿੰਦਾ ਜੇ ਨਾ ਚੁੱਕਣ ਦਿਆ, ਕਹਿੰਦੇ ਜਿੰਨਾ ਚਿਰ ਸਾਹ ਚੱਲਦੇ ਨੇ ਉਹਨਾਂ ਚਿਰ ਤੇ ਕੋਸ਼ਿਸ਼ ਕਰਾਂਗਾ ਘਾਹ ਦੀ ਪੰਡ ਚੁੱਕਣ ਦੀ, ਜੇ ਨਾ ਸਾਹ ਰਹੇ ਤੇ ਫਿਰ ਰੱਬ ਰੱਖੇ। ਘਾਹ ਦੀ ਪੰਡ ਚੁੱਕੀ, ਵਾਪਸ ਮੁੜਿਆ। ਪਹਿਰੇ ਤੇ ਖੜੇ ਸੰਤਰੀ ਨੇ ਕਿਹਾ ਤੂੰ ਬੜਾ ਕਮਲਾ ਬੰਦਾ ਹੈ, ਬੜਾ ਮੂਰਖ ਹੈ। ਬਾਦਸ਼ਾਹ ਘਾਹ ਦੀ ਪੰਡ ਦੇ ਬਦਲੇ ਤੈਨੂੰ ਜਗੀਰ ਦੇਣਾ ਚਾਹੁੰਦਾ ਸੀ, ਤੂੰ ਜਗੀਰ ਠੁਕਰਾਇਆ। ਤੇ ਉਸ ਗਰੀਬੜੇ ਜਿਹੇ ਸਿੱਖ ਨੇ ਕਿਹਾ, ਕਹਿੰਦਾ ਤੈਨੂੰ ਕੀ ਲੱਗਦਾ ਤੇਰਾ ਬਾਦਸ਼ਾਹ ਘਾਹ ਦੀ ਪੰਡ ਖਰੀਦਣੀ ਚਾਹੁੰਦਾ? ਤੇਰੇ ਬਾਦਸ਼ਾਹ ਨੂੰ ਘਾਹ ਦੀਆਂ ਪੰਡਾਂ ਦੀ ਘਾਟ ਹੈ ਕਿਤੇ? ਇਹ ਤੇ ਇੱਕ ਇਸ਼ਾਰਾ ਕਰੇ ਜਿੰਨੀਆਂ ਮਰਜ਼ੀ ਘਾਹ ਦੀਆਂ ਪੰਡਾਂ ਮੰਗਾ ਲੈ, ਕਿੰਨੀ ਕੁ ਵੱਡੀ ਗੱਲ ਹੈ। ਤੇਰੇ ਬਾਦਸ਼ਾਹ ਨੂੰ ਘਾਹ ਦੀ ਪੰਡ ਨਹੀਂ ਚਾਹੀਦੀ, ਤੇਰੇ ਬਾਦਸ਼ਾਹ ਨੂੰ ਗੁਰੂ ਦੇ ਸਿੱਖ ਦਾ ਈਮਾਨ ਚਾਹੀਦਾ। ਤੇ ਉਹ ਜਿਹੜਾ ਪਹਿਰੇਦਾਰ ਸੀ ਨਾ, ਉਹ ਕਹਿੰਦਾ ਤੇਰੀ ਜਗ੍ਹਾ ਤੇ ਮੈਂ ਹੁੰਦਾ ਘਾਹ ਦੀ ਪੰਡ ਕਦੇ ਨਾ ਚੁੱਕਦਾ। ਤੇ ਗੁਰੂ ਦੇ ਸਿੱਖ ਨੇ ਕਿਹਾ ਤੂੰ 4 ਟਰੱਕ ਘਾਹ ਦੇ ਲਾਇਆ, ਤੇਰੇ ਬਾਦਸ਼ਾਹ ਨੇ ਤੈਨੂੰ ਟੁੱਕੜ ਨਹੀਂ ਦੇਣਾ ਕੋਈ ਇਹਦੇ ਬਦਲੇ, ਕਿਉਂਕਿ ਤੇਰੀ ਕੀਮਤ ਕੀ ਹੈ? ਤੂੰ ਤਾਂ ਪਹਿਲਾਂ ਉਹਦਾ ਦਰਬਾਰੀ ਬਣ ਕੇ ਖੜਾ ਹੈ। ਇਹ ਕੀਮਤ ਗੁਰੂ ਦੇ ਪਿਆਰ ਦੀ ਹੈ, ਤੇ ਗੁਰੂ ਦਾ ਪਿਆਰ ਇੰਨਾ ਸਸਤਾ ਨਹੀਂ ਵੀ ਕੋਈ ਇਹਨੂੰ ਖਰੀਦ ਲਵੇ। ਸਿੱਖ ਖਰੀਦਿਆ ਨਹੀਂ ਸੀ ਜਾਂਦਾ। ਮਾਫ ਕਰਿਓ ਮੈਨੂੰ, 1984 ਵਿੱਚ ਸਾਡੀਆਂ ਕਲਮਾਂ ਕੁਝ ਵਿਕੀਆਂ, ਸਾਡੇ ਕੁਝ ਕੈਮਰੇ ਬੋਲੇ ਹੋਏ, ਸਾਡੇ ਕੁਝ ਪੱਗਾਂ ਵਾਲੇ ਬੰਦੇ ਖਤਰਨਾਕ। ਮੈਂ ਕਿਹਾ ਸੀ ਵੀ ਜਦੋਂ ਤੁਸੀਂ ਇਸ ਇਤਿਹਾਸ ਨੂੰ ਪੜ੍ਹਨਾ ਨਾ ਤੇ ਬਹੁਤ ਪਰਤਾਂ ਖੁੱਲਣੀਆਂ ਆ, ਤੇ ਜਦੋਂ ਪਰਤਾਂ ਖੁੱਲਣੀਆਂ ਫਿਰ ਕਈ ਵਾਰ ਸਾਨੂੰ ਡਰ ਲੱਗਦਾ ਵੀ ਇਹ ਤਾਂ ਕਹਾਣੀ ਕਿਸੇ ਹੋਰ ਬੰਨੇ ਜਾਂਦੀ ਹੈ। ਜੇ ਦਰਬਾਰ ਸਾਹਿਬ ਦੀ ਉਸ ਪਵਿੱਤਰ ਧਰਤੀ ਤੇ ਕਿਸੇ ਨੇ ਹਿੱਕ ਡਾਹ ਕੇ ਆਪਣੀ ਜਾਨ ਵਾਰੀ ਹੈ
ਤੇ ਉਸ ਪਵਿੱਤਰ ਦਰਬਾਰ ਵਿੱਚ ਕੋਈ ਬਾਹਾਂ ਖੜੀਆਂ ਕਰਕੇ ਵੀ ਗਿਆ। ਜਿਹਨੇ ਜਾਨ ਦਿੱਤੀ ਹੈ ਉਹਦੀ ਕਦਰ ਤੁਸੀਂ ਘੱਟ ਪਾਈ ਹੈ, ਤੇ ਜਿਹਨੇ ਬਾਹਾਂ ਖੜੀਆਂ ਕੀਤੀਆਂ ਉਹਨਾਂ ਦੀ ਕਦਰ ਪੰਜਾਬ ਦੇ ਲੋਕਾਂ ਨੇ ਵੱਧ ਪਾਈ ਹੈ। ਨਾਲੇ ਤਾਂ ਉਹਨਾਂ ਨੇ ਆਪਣੇ ਨਾਲ ਦੇ ਸ਼ਹੀਦ ਵੀ ਕਰਾ ਲਏ, ਤੇ ਨਾਲੇ ਉਹਨਾਂ ਨੇ ਪੰਜਾਬ ਦਾ ਸੁੱਖ ਵੀ ਭੋਗਿਆ। ਨਹੀਂ, ਕਿਉਂ ਹੋ ਜਾਂਦਾ ਏਦਾਂ? ਅਸੀਂ ਕਿਉਂ ਨਹੀਂ ਸਮਝ ਪਾਉਂਦੇ ਇਹ ਸਾਰੀਆਂ ਚੀਜ਼ਾਂ? ਇਸੇ ਕਰਕੇ ਅੱਜ ਤੱਕ ਉਹਦੀਆਂ ਪਰਤਾਂ ਨਹੀਂ ਖੁੱਲਣ ਦਿੱਤੀਆਂ ਕਦੀ ਵੀ। ਉਹ ਸਾਰੇ ਵਰਤਾਰੇ ਨੂੰ ਸਮਝਣ ਨਹੀਂ ਦਿੱਤਾ, ਉਹ ਸਾਰੀ ਕੜੀ ਨੂੰ ਕਦੇ ਵੀ ਧਿਆਨ ਨਾਲ ਵੇਖਣ ਨਹੀਂ ਦਿੱਤਾ ਅਗਲਿਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰ ਦੇ ਰੰਗ ਰਤੇ ਸਿੱਖਾਂ ਨੇ ਉਸ ਜਗ੍ਹਾ ਤੇ ਸ਼ਹਾਦਤ ਦਾ ਜਾਮ ਪੀਤਾ, ਪਰ ਤੁਹਾਡੀਆਂ ਪੰਜਾਬ ਦੀਆਂ ਕਲਮਾਂ ਨੇ ਲਿਖਿਆ ਜਰਨੈਲ ਸਿੰਘ ਦਰਬਾਰ ਸਾਹਿਬ ਵਿੱਚ ਹਥਿਆਰ ਲੈ ਕੇ ਆਇਆ ਸੀ। ਇਹਦੇ ਚ ਲੁਕੀ ਛਿਪੀ ਕਿਹੜੀ ਗੱਲ ਹੈ? ਇਹਦੇ ਚ ਲੁਕਣ ਵਾਲੀ ਕਿਹੜੀ ਗੱਲ ਹੈ? ਸਿੱਖ ਤਾਂ ਰੱਖਦੇ ਹੀ ਸਨ, ਆਪਣੇ ਗੁਰੂ ਸਾਹਿਬ ਦੇ ਵੇਲੇ ਤੋਂ ਰੱਖਦੇ, ਉਦੋਂ ਵੀ ਰੱਖਦੇ ਸੀ। ਤੇ ਜੇ ਕਿਸੇ ਸਿੱਖ ਨੇ ਕੋਈ ਗੈਰ ਕਾਨੂੰਨੀ ਹਥਿਆਰ ਰੱਖਿਆ ਤੇ ਕਿੱਡੀ ਕੁ ਵੱਡੀ ਗੱਲ ਸੀ। ਤੁਸੀਂ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਘੇਰੇ ਆਲੇ ਦੁਆਲੇ ਘੇਰਾ ਪਾ ਲੈਂਦੇ, 2-4-6 ਮਹੀਨੇ ਘੇਰਾ ਰੱਖਦੇ, ਜਿਹੜੀਆਂ ਚੀਜ਼ਾਂ ਅਸੀਂ ਬਰਾਮਦ ਕਰ ਲੈਂਦੇ। ਨਾਲੇ ਬਾਬਾ ਜਰਨੈਲ ਸਿੰਘ ਦੀ 2 ਵਾਰ ਗ੍ਰਿਫਤਾਰੀ ਇਹਦੇ ਤੋਂ ਪਹਿਲਾਂ ਹੋ ਚੁੱਕੀ ਹੈ। ਜੇ ਬਾਬਾ ਜਰਨੈਲ ਸਿੰਘ ਤੁਹਾਨੂੰ ਖਤਰਨਾਕ ਲੱਗਦੇ ਸੀ, ਤੁਸੀਂ ਗ੍ਰਿਫਤਾਰ ਕਰਕੇ ਛੱਡੇ ਕਿਉਂ? ਤੁਸੀਂ ਜੋ ਸਜ਼ਾ ਬਣਦੀ ਸੀ ਦੇ ਦਿੰਦੇ ਉਹਨੂੰ, ਅਸੀਂ ਪ੍ਰਵਾਨ ਕਰ ਲੈਂਦੇ ਸਾਰੇ। ਇਹਦਾ ਮਤਲਬ ਹੈ ਵੀ ਬਾਬਾ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰਕੇ ਜੇ ਤੁਸੀਂ ਛੱਡਿਆ ਤੇ ਤੁਹਾਡੇ ਕੋਲ ਕੋਈ ਵੀ ਬਾਬਾ ਜਰਨੈਲ ਸਿੰਘ ਦੇ ਖਿਲਾਫ ਇੱਕ ਵੀ ਕੋਈ ਚੀਜ਼ ਨਹੀਂ ਸੀ। ਜੇ ਹੁੰਦੀ ਤੁਸੀਂ ਕਦੀ ਨਹੀਂ ਸੀ ਛੱਡਣਾ। ਜੇ ਤੁਸੀਂ ਗ੍ਰਿਫਤਾਰ ਕਰ ਲਿਆ, ਦੂਜੀ ਗੱਲ ਮੰਨ ਲਿਆ ਪੰਜਾਬ ਦੇ ਗੁਰਦੁਆਰਿਆਂ 'ਚ ਬਾਬਾ ਜਰਨੈਲ ਸਿੰਘ, ਤੁਹਾਡੇ ਸਤਿਕਾਰਯੋਗ ਵੀਰ ਕਹਿੰਦੇ ਸੀ ਇਹਨਾਂ ਨੂੰ ਧਿਆਨ ਨਾਲ, ਤੁਹਾਡੀਆਂ ਕਲਮਾਂ ਖਰੀਦ ਕੇ ਅਗਲਿਆਂ ਨੇ ਲਿਖਤਾ, ਦਰਬਾਰ ਸਾਹਿਬ ਦੇ ਅੰਦਰੋਂ ਬਹੁਤ ਇਤਰਾਜ਼ਯੋਗ ਚੀਜ਼ਾਂ ਲੱਭੀਆਂ। ਦੱਸੀਆਂ ਕਿਉਂ ਨਹੀਂ ਸਾਨੂੰ? ਪ੍ਰਗਟ ਕਿਉਂ ਨਹੀਂ ਕੀਤੀਆਂ? ਸਾਹਮਣੇ ਕਰਦੇ ਉਸੇ ਵੇਲੇ ਇਤਰਾਜ਼ਯੋਗ ਚੀਜ਼ਾਂ, ਸਾਨੂੰ ਵੀ ਤੇ ਪਤਾ। ਤੁਸੀਂ ਸਿੱਖ ਅੰਦਰ ਜਾਣੋ ਕਿਉਂ ਰੋਕੇ? ਜੇ ਕੋਈ ਇਤਰਾਜ਼ਯੋਗ ਗੱਲਾਂ ਸੀ, ਜਿਹੜੇ ਬਾਬਾ ਜਰਨੈਲ ਸਿੰਘ ਨੂੰ ਮਹਾਨ ਯੋਧਾ ਮੰਨਦੇ ਸੀ, ਤੇ ਤੁਸੀਂ ਪ੍ਰਗਟ ਕਰ ਦਿੰਦੇ ਨਾ ਉਸੇ ਵੇਲੇ। ਤੁਹਾਡੀਆਂ ਕਲਮਾਂ ਨੇ ਇਹ ਗੱਲ ਕਿੰਨੇ ਸਮੇਂ ਬਾਅਦ ਕਿਉਂ ਲਿਖੀ? ਕਿਉਂਕਿ ਤੁਸੀਂ ਸਿਰਫ ਤੇ ਸਿਰਫ ਸ਼ਹਾਦਤ ਨੂੰ ਬਦਨਾਮ ਕਰਨਾ ਚਾਹੁੰਦੇ ਸੀ। ਦੁੱਖ ਇਸ ਗੱਲ ਦਾ ਵੀ ਕੁਝ ਸਾਡੇ ਬੰਦੇ ਵੀ ਤੁਹਾਡੇ ਨਾਲ ਸਹਿਮਤ ਸਨ, ਨਹੀਂ ਤਾਂ ਤੁਹਾਡੇ 'ਚ ਇੰਨੀ ਜ਼ੁਰਤ ਨਹੀਂ ਸੀ, ਜਾਂ ਤੁਸੀਂ ਏਦਾਂ ਨਹੀਂ ਸੀ ਕਰ ਸਕਦੇ। ਇੱਥੋਂ ਤੱਕ ਬੰਦਿਆਂ ਨੇ ਲਿਖਤਾ, ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚੋਂ ਔਰਤਾਂ ਫੜੀਆਂ ਗਈਆਂ। ਜਿਹੜੇ ਤਰ੍ਹਾਂ ਦੇ ਸ਼ਬਦ ਵਰਤੇ ਨੇ, ਸੱਚੀ ਮੇਰੀਆਂ ਭੈਣਾਂ ਮੇਰੀਆਂ ਧੀਆਂ ਬੈਠੀਆਂ, ਮੇਰੇ ਤੋਂ ਸ਼ਬਦ ਵਰਤਣੇ ਵੀ ਬੜੇ ਔਖੇ ਜਿਹੇ ਲੱਗਦੇ ਨੇ। ਨਹੀਂ ਭਾਈ, ਦਰਬਾਰ ਸਾਹਿਬ ਦੇ ਨਾਲ ਤੁਸੀਂ ਹਮਲਾ ਉਸ ਦਿਨ ਸੀਸਗੰਜ ਤੇ ਵੀ ਕੀਤਾ, ਤੁਸੀਂ ਬੰਗਲਾ ਸਾਹਿਬ ਤੇ 43 ਗੁਰਦੁਆਰਿਆਂ ਤੇ ਹਮਲਾ ਹੋਇਆ ਉਸ ਦਿਨ, 43 ਗੁਰਦੁਆਰਿਆਂ। ਜੇ ਇੱਕ ਪਾਲੀ ਮੰਨ ਵੀ ਲਈਏ ਵੀ ਇੱਥੇ ਬਾਬਾ ਜਰਨੈਲ ਸਿੰਘ ਸਨ, ਤੇ ਬਾਕੀ ਗੁਰਦੁਆਰਿਆਂ 'ਚ ਕੌਣ ਸੀ? ਫਿਰ ਤੁਸੀਂ ਉੱਥੇ ਹਮਲਾ ਕਿਉਂ ਕੀਤਾ? ਦੂਜੀ ਗੱਲ, ਤੁਹਾਡੇ ਆਪਣੇ ਵੀ ਇਹ ਗੱਲ ਮੰਨਦੇ ਨੇ ਵੀ ਬਾਬਾ ਜਰਨੈਲ ਸਿੰਘ ਉਸ ਵੇਲੇ ਜਦੋਂ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਸਨ, ਤੇ ਉਹਨਾਂ ਨਾਲ ਬਹੁਤ ਗਿਣਤੀ ਦੇ ਸਿੱਖ ਸਨ, ਬਹੁਤ ਜ਼ਿਆਦਾ ਕੋਈ ਸਿੱਖ ਗਿਣਤੀ ਦੇ ਸਿੱਖ ਸਨ। ਤੇ ਮੈਨੂੰ ਦੱਸੋ, ਗਿਣਤੀ ਦੇ ਸਿੱਖਾਂ ਨੂੰ ਫੜਨ ਵਾਸਤੇ ਤੁਸੀਂ 6 ਜੂਨ ਕਿਉਂ ਚੁਣੀ? ਕਿਉਂਕਿ ਹੋਰ ਵੀ ਦਿਨ ਚੁਣਿਆ ਜਾ ਸਕਦਾ ਸੀ। ਤੁਸੀਂ 5 ਦਿਨ ਪਹਿਲਾਂ ਆ ਜਾਂਦੇ, 10 ਦਿਨ ਬਾਅਦ 'ਚ ਆ ਜਾਂਦੇ। ਜੇ ਤੁਹਾਨੂੰ ਲੱਗਦਾ ਸੀ ਵੀ ਬਹੁਤ ਖਤਰਨਾਕ ਗੱਲ ਹੋਣ ਵਾਲੀ ਹੈ, ਤਾਂ ਤੁਸੀਂ 6 ਜੂਨ ਹੀ ਕਿਉਂ ਚੁਣੀ? ਤੁਸੀਂ ਮਈ ਚੁਣ ਲੈਂਦੇ, ਤੁਸੀਂ 12 ਮਈ, 15 ਮਈ, 18 ਮਈ ਨੂੰ ਆ ਜਾਂਦੇ। ਕਿਉਂਕਿ ਤੁਹਾਡੀ ਮਨਸ਼ਾ ਬੜੀ ਘਟੀਆ ਸੀ। ਤੁਹਾਨੂੰ ਪਤਾ ਸੀ ਸਭ ਤੋਂ ਵੱਧ ਅੰਮ੍ਰਿਤਸਰ ਦੀ ਧਰਤੀ ਤੇ ਬੱਚੇ, ਬਜ਼ੁਰਗ, ਨੌਜਵਾਨ, ਵੀਰ, ਭੈਣਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਮਨਾਉਣ ਆਉਂਦੇ ਆ। ਦੇਹਰਾਦੂਨ ਦੇ ਇਲਾਕੇ 'ਚ ਚਕਰਾਤਾ ਇੱਕ ਜਗ੍ਹਾ ਪੈਂਦੀ ਹੈ, ਜਿਸ ਜਗ੍ਹਾ ਤੇ ਤੁਸੀਂ ਨਕਲੀ ਦਰਬਾਰ ਬਣਾ ਕੇ ਆਪਣੀਆਂ ਫੌਜਾਂ ਤੋਂ ਰਿਹਾਇਸ਼ਲ ਕਰਾਈ ਉਸ ਦਰਬਾਰ ਨੂੰ ਉਡਾਉਣ ਦੀ। ਜੇ ਤੁਸੀਂ ਰਿਹਾਇਸ਼ਲ ਉੱਥੋਂ ਕਰਕੇ ਆਏ ਸੀ, ਫਿਰ ਤੁਸੀਂ ਇਹ ਕਿਉਂ ਕਹਿੰਦੇ ਹੋ ਵੀ ਬਾਬਾ ਜਰਨੈਲ ਸਿੰਘ ਕਰਕੇ ਹਮਲਾ ਕੀਤਾ ਹੈ ਅਸੀਂ? ਪਰ ਇਹ ਸਾਰੀਆਂ ਚੀਜ਼ਾਂ ਸਾਹਮਣੇ ਨਹੀਂ ਆਉਂਦੀਆਂ ਹੁੰਦੀਆਂ। ਜੇ ਤੁਸੀਂ ਇਹ ਪ੍ਰੈਕਟਿਸ ਕਰਕੇ ਆਏ ਸੀ, ਅਭਿਆਸ ਕਰਕੇ ਆਏ ਸੀ, ਤਾਂ ਤੁਹਾਡਾ ਮਨਸ਼ਾ ਇਹ ਸੀ ਵੀ ਦਰਬਾਰ, ਉਹ ਨਾਲੇ ਪਹਿਲੀ ਵਾਰ ਨਹੀਂ ਹੋਇਆ। ਸਿੱਖੋ, ਧਿਆਨ ਨਾਲ ਸਮਝਿਓ, ਅਜੇ ਵੀ ਅੱਜ ਵੀ ਸਮਝਣ ਦੀ ਲੋੜ ਹੈ।
ਸਾਡੀ ਅਕਾਲ ਤਖਤ ਦੀ ਰਹਿਤ ਮਰਿਆਦਾ, ਹੋ ਸਕਦਾ ਕਈਆਂ ਨੂੰ ਇਹ ਗੱਲ ਨਾ ਹਜ਼ਮ ਹੋਵੇ, ਅਕਾਲ ਤਖਤ ਦੀ ਰਹਿਤ ਮਰਿਆਦਾ 'ਚ ਲਿਖਿਆ ਸਿੱਖ ਗੁਰੂ ਦੀ ਹਜ਼ੂਰੀ ਵਿੱਚ ਜਦੋਂ ਵੀ ਅਰਦਾਸ ਕਰਦਾ ਹੈ ਤੇ ਅਰਦਾਸ ਕਰਨ ਤੋਂ ਬਾਅਦ ਇੱਕ ਸ਼ਬਦ ਪੜ੍ਹਦਾ ਹੈ, ਦੋਹਰਾ, ਰਾਜ ਕਰੇਗਾ, ਗੱਜ ਕੇ ਬੋਲੋ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ। ਤੇ ਸਿੱਖ ਜੰਗਲਾਂ ਵਿੱਚ ਵੱਸਦੇ ਸਨ ਤੇ ਦਰਬਾਰ ਸਾਹਿਬ ਰਾਤ ਦੇ 12 ਵਜੇ ਆਣ ਕੇ ਵੀ ਇਹ ਪੜ੍ਹਦੇ ਹੁੰਦੇ ਸਨ, ਰਾਜ ਕਰੇਗਾ ਖਾਲਸਾ। ਤੇ ਉਸ ਵੇਲੇ ਅੰਗਰੇਜ਼ ਹਕੂਮਤ ਨੂੰ ਇਸ ਗੱਲ ਦਾ ਇਲਮ ਹੋ ਗਿਆ, ਜਿੰਨਾ ਚਿਰ ਤੱਕ ਦਰਬਾਰ ਸਾਹਿਬ ਦੇ ਅੰਦਰੋਂ ਰਾਜ ਕਰੇਗਾ ਖਾਲਸਾ ਪੜ੍ਹਨੋਂ ਨਹੀਂ ਹਟਦਾ, ਉਹਨਾਂ ਚਿਰ ਤੱਕ ਸਿੱਖਾਂ ਤੇ ਆਪਣਾ ਰਾਜ ਕਾਇਮ ਕਰਨ ਦੀ ਪਲੈਨਿੰਗ ਨਹੀਂ ਕੀਤੀ ਜਾ ਸਕਦੀ। ਅੰਗਰੇਜ਼ ਹਕੂਮਤ ਨੇ ਆਪਣੇ ਬੰਦੇ ਫਿੱਟ ਕਰਕੇ ਦਰਬਾਰ ਸਾਹਿਬ ਦੇ ਅੰਦਰੋਂ ਰਾਜ ਕਰੇਗਾ ਖਾਲਸਾ ਪੜ੍ਹਨਾ ਬੰਦ ਕੀਤਾ। ਜੇਕਰ ਤੁਸੀਂ ਸਾਰੇ ਟੀਵੀ ਤੇ ਆਪਣੇ ਘਰ ਦਰਬਾਰ ਸਾਹਿਬ ਦੀ ਅਰਦਾਸ ਸੁਣਦੇ ਹੋਵੋਗੇ, ਕੀ ਉੱਥੇ ਅਰਦਾਸ ਤੋਂ ਬਾਅਦ ਜਕਾਰਾ ਛੱਡਿਆ ਜਾਂਦਾ? ਉੱਚੀ ਬੋਲ ਕੇ ਮੈਨੂੰ ਦੱਸ ਦਿਓ ਮਾੜਾ ਜਿਹਾ। ਨਹੀਂ ਛੱਡਿਆ ਜਾਂਦਾ। ਕਿਉਂ ਬਈ? ਕਿਉਂਕਿ ਅੰਗਰੇਜ਼ ਕਹਿੰਦੇ ਸੀ ਇਹਨਾਂ ਦੇ ਜਕਾਰੇ 'ਚ ਬੜੀ એનર્ਜੀ ਹੈ। ਇਹ ਜਦੋਂ ਜਕਾਰਾ ਛੱਡਦੇ ਨੇ ਤੇ ਇੱਕ ਇੱਕ ਬੰਦਾ 1.25 ਲੱਖ ਤੇ ਭਾਰੀ ਪੈਂਦਾ ਹੈ। ਤੇ ਦਰਬਾਰ ਸਾਹਿਬ ਨੂੰ ਕੇਂਦਰੀ ਅਸਥਾਨ ਕਹਿੰਦੇ ਨੇ। ਬਾਬਾ ਜਰਨੈਲ ਸਿੰਘ ਤੇ ਮਹਿਤੇ ਵੀ ਰਹਿੰਦੇ ਸਨ, ਤੁਸੀਂ ਦੱਸੋ ਰਹਿੰਦੇ ਨਹੀਂ ਸੀ ਮਹਿਤੇ? ਤੇ ਫਿਰ ਉਹ ਦਿਨ ਚੁਣ ਲੈਂਦੇ ਨਾ ਮਹਿਤੇ ਵਾਲਾ ਕਿਸੇ ਦਿਨ ਤੁਸੀਂ। ਪਰ ਤੁਹਾਨੂੰ ਪਤਾ ਸੀ, ਤੁਹਾਡੀ ਮਨਸ਼ਾ ਪਿੱਛੇ ਜਿਹੜੀ ਸੀ ਵੀ ਨਾਲੇ ਤਾਂ ਅਸੀਂ ਬਾਬਾ ਜਰਨੈਲ ਸਿੰਘ ਨੂੰ ਨਿਸ਼ਾਨਾ ਬਣਾਉਣਾ ਹੈ, ਤੇ ਨਾਲੇ ਜਿਹੜੇ ਸਿੱਖ ਕਹਿੰਦੇ ਨੇ ਨਾ ਵੀ ਸਾਡਾ ਕੇਂਦਰੀ ਸਥਾਨ ਹੈ, ਜਿਹੜਾ ਸਾਡੇ ਇਸ ਦਰਬਾਰ ਨੂੰ ਬੜੇ ਲੰਮੇ ਸਮੇਂ ਤੋਂ ਲੋਕ ਮੁਕਾਉਣਾ ਚਾਹੁੰਦੇ ਨੇ। ਅਬਦਾਲੀ ਦੇ ਕਿੱਸੇ ਸੁਣਾਉਂਦੇ ਨੇ ਵੀ ਅਬਦਾਲੀ ਦਰਬਾਰ ਸਾਹਿਬ ਦਾ ਸਰੋਵਰ ਪੂਰਨਾ ਚਾਹੁੰਦਾ ਸੀ। ਇਹ ਉਹਦੇ ਤੋਂ ਪਿੱਛੇ ਦਾ ਇਤਿਹਾਸ ਸੁਣਾਉਂਦੇ ਨੇ। ਇਹਨਾਂ ਨੂੰ ਦੱਸਣਾ, ਇਹਨਾਂ ਨੂੰ ਸਬਕ ਸਿਖਾਉਣਾ ਹੈ। ਇਸ ਕਰਕੇ ਤੁਹਾਡੀਆਂ ਫੌਜਾਂ ਪ੍ਰੈਕਟਿਸ ਕਰਕੇ ਆਈਆਂ ਸਨ। ਮੈਂ ਤੁਹਾਡੀਆਂ ਫੌਜਾਂ ਕਿਉਂ ਕਹਿਣਾ? ਕਿਉਂਕਿ ਜੇ ਤੁਸੀਂ ਸਾਡੀਆਂ ਫੌਜਾਂ ਹੁੰਦੇ ਤੇ ਆਪਣੇ ਹੀ ਮੁਲਕ ਤੇ ਆਪਣੇ ਹੀ ਧਾਰਮਿਕ ਸਥਾਨ ਤੇ ਫੌਜਾਂ ਕਿਉਂ ਚੜਾਉਂਦੇ? ਕੀ ਲੋੜ ਪੈ ਗਈ ਸੀ? ਬਹੁਤ ਗੰਭੀਰਤਾ ਨਾਲ ਸੋਚਿਓ ਇਹਨਾਂ ਸਾਰੀਆਂ ਗੱਲਾਂ ਨੂੰ, ਬਹੁਤ ਸਹਿਜ ਨਾਲ ਸੋਚਿਓ, ਬਹੁਤ ਠਰਮੇ ਨਾਲ ਸੋਚਿਓ। ਤੇ ਮੈਂ ਤੇ ਬੜੀ ਵਾਰ ਕਹਿਣਾ ਹੁੰਦਾ, ਇਹਦੇ ਤੇ ਚਰਚਾ ਕਰੋ ਕਈ ਦਿਨ, ਇਹਦੇ ਤੇ ਤਾਂ ਸਵਾਦ ਰਚਾਓ। ਬੈਠੋ ਏਦਾਂ ਪਿੰਡਾਂ ਦੀਆਂ ਸਫਾਵਾਂ ਲਾ ਕੇ, ਸਵਾਲ ਜਵਾਬ ਹੋਣ, ਕੁਝ ਤੁਹਾਡੀਆਂ ਗੱਲਾਂ ਹੋਣ, ਤੁਹਾਡੇ ਮਨਾਂ ਵਿੱਚ ਕੀ ਚੱਲਦਾ, ਮੇਰੇ ਕੋਲ ਕੀ ਚੱਲਦਾ। ਤੁਹਾਡੇ ਬਹੁਤ ਸਾਰੇ ਬਜ਼ੁਰਗ ਬੈਠੇ ਹੋਣਗੇ ਮੇਰੇ ਨਾਲੋਂ 4 ਗੁਣਾ ਵੱਧ ਜਾਣਦੇ ਨੇ ਜੂਨ 1984 ਨੂੰ। ਕਈਆਂ ਨੇ ਪਿੰਡੇ ਤੇ ਹੰਡਾਇਆ, ਕਈਆਂ ਨੇ ਉਹ ਦੌਰ ਵੇਖਿਆ, ਉਸ ਦੌਰ ਦੇ ਚਸ਼ਮਦੀਦ ਗਵਾਹ ਨੇ ਉਹ ਬੰਦੇ। ਇਹਦਾ ਮਤਲਬ ਹੈ ਜੇ ਸੰਵਾਦ ਕਰੋਗੇ ਤੇ ਅੱਜ ਵੀ ਪੰਜਾਬ ਵਿੱਚੋਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾ ਸਕਦਾ, ਪਰ ਅਗਲਿਆਂ ਨੂੰ ਪਤਾ ਹੈ ਸੰਵਾਦ ਵਿੱਚੋਂ ਸੱਚ ਨਿਕਲ ਆਉਣਾ, ਨਹੀਂ ਨਿਕਲ ਦੇਣਗੇ ਕਦੇ ਵੀ। ਦਰਬਾਰ ਸਾਹਿਬ ਜਕਾਰਾ ਛੱਡਣ ਤੇ ਪਾਬੰਦੀ ਲੱਗੀ, ਗੋਰਿਆਂ ਵੇਲੇ ਲੱਗੀ ਸੀ। ਅਕਾਲ ਤਖਤ ਦੇ ਜਥੇਦਾਰ ਸਾਹਿਬ ਅੱਜ ਕੱਲ੍ਹ ਥੋੜੇ ਜਿਹੇ ਵਾਹਵਾ ਐਕਟਿਵ ਹੋਏ ਨੇ, ਤੇ ਉਹ ਕਹਿੰਦੇ ਨੇ ਵੀ ਸਾਨੂੰ ਦਰਬਾਰ ਸਾਹਿਬ ਦੇ ਵਿੱਚ ਵਿਰਾਸਤੀ ਸਾਜ਼ ਲਿਆਉਣੇ ਚਾਹੀਦੇ ਨੇ। ਸਹਿਮਤ ਆਪਾਂ ਸਾਰੇ, ਆਪਾਂ ਨੂੰ ਕੋਈ ਇਤਰਾਜ਼ ਨਹੀਂ ਇਸ ਗੱਲ ਤੋਂ, ਚੰਗੀ ਗੱਲ ਨਹੀਂ। ਪਰ ਜਥੇਦਾਰ ਸਾਹਿਬ ਜੀ ਪਹੁੰਚਾ ਦਿਓ ਗੱਲ ਉਹਨਾਂ ਤੱਕ ਜੇ ਕੋਈ ਪਹੁੰਚਾ ਸਕਦਾ। ਜਥੇਦਾਰ ਸਾਹਿਬ ਜੀ ਆਓ ਆਪਣੀ ਵਿਰਾਸਤੀ ਚੀਜ਼ਾਂ ਸੰਭਾਲ ਕੇ ਇੱਥੇ ਜਕਾਰਾ ਵੀ ਸ਼ੁਰੂ ਕਰੀਏ, ਇੱਥੇ ਦੋਹਰਾ ਰਾਜ ਕਰੇਗਾ ਖਾਲਸਾ ਵੀ ਪੜ੍ਹਨਾ ਸ਼ੁਰੂ ਕਰੀਏ, ਤਾਂ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗੇ ਅਸੀਂ ਰਾਜ ਭਾਗ ਦੇ ਮਾਲਕ ਰਹੇ ਹਾਂ ਕਦੀ। ਤੇ ਸਾਡੇ ਰਾਜ ਕਰਨ ਦਾ ਵੀ ਤਰੀਕਾ ਇਦਾਂ ਦਾ ਨਹੀਂ ਹੋਏਗਾ। ਅਸੀਂ ਤਾਂ ਜਿੱਥੇ ਅਸੀਂ ਸੜਕ ਦੇ ਕੰਢੇ ਤੇ ਬੈਠੇ ਰਾਜ ਕਰਦੇ ਸਾਂ ਨਾ ਜਦੋਂ ਦਿੱਲੀ, ਤੇ ਹਰ ਲੰਘਣ ਵਾਲਾ ਕਹਿੰਦਾ ਸੀ ਜੇ ਦੁਨੀਆ ਤੇ ਰਾਜ ਭਾਗ ਹੋਵੇ ਤੇ ਇਹੋ ਜਿਹੇ ਬੰਦਿਆਂ ਦਾ ਹੋਵੇ ਜਿਹੜੇ ਸੜਕ ਦੇ ਕੰਢੇ ਬੈਠੇ ਆਪ ਭੁੱਖਣ ਭਾਣੇ ਕਿਸੇ ਦਾ ਪੇਟ ਭਰ ਸਕਦੇ ਨੇ। ਜੇ ਰਾਜੇ ਹੋਣ ਤੇ ਕਿੱਦਾਂ ਦੇ ਹੋਣ, ਜੇ ਇਹਨਾਂ ਕੋਲ ਰਾਜ ਭਾਗ ਹੋਵੇ ਤੇ ਕਿੱਦਾਂ ਦਾ ਹੋਵੇ। ਇਹਦਾ ਮਤਲਬ ਇਹ ਨਹੀਂ ਵੀ ਅਸੀਂ ਕਿਸੇ ਜ਼ਮੀਨੀ ਟੁਕੜੇ ਦੀ ਗੱਲ ਕਰਦੇ ਹਾਂ। ਮਤਲਬ ਕੀ ਹੈ ਵੀ ਅਸੀਂ ਅਸਲ ਵਿੱਚ ਰਾਜ ਭਾਗ ਦੁਨੀਆ ਦੇ ਲੋਕਾਂ ਨੂੰ ਦੱਸਣ ਦੀ ਜਾਚ ਜਾਣਦੇ ਹਾਂ। ਸੋ ਹੋਇਆ ਦਰਬਾਰ ਸਾਹਿਬ ਤੁਸੀਂ ਢਾਉਣਾ ਚਾਹੁੰਦੇ ਸੀ, ਤੁਸੀਂ ਦਰਬਾਰ ਸਾਹਿਬ ਦਾ ਨਾਮੋ ਨਿਸ਼ਾਨ ਮਿਟਾਉਣਾ ਚਾਹੁੰਦੇ ਸੀ, ਪਰ ਤੁਹਾਨੂੰ ਪਤਾ ਨਹੀਂ ਸੀ ਇਹ 40 ਚਮਕੌਰ ਦੀ ਗੜੀ ਦੇ ਅੰਦਰ ਹੋਣ, ਬਾਹਰ ਲੱਖਾਂ ਦਾ ਘੇਰਾ ਹੋਵੇ। ਇਹ 40 ਚਮਕੌਰ ਦੀ ਗੜੀ ਦਾ ਇਤਿਹਾਸ ਬਣਾ ਦਿੰਦੇ ਨੇ ਤੇ ਲੱਖਾਂ ਜਿਹੜੇ ਨੇ ਉਹ ਨੀਵੀਆਂ ਪਾ ਕੇ ਮੁੜ ਜਾਂਦੇ ਨੇ। ਇਹੀ ਕੁਝ ਇੱਥੇ ਹੋਇਆ। ਤੇ ਤੁਹਾਨੂੰ ਜਦੋਂ ਲੱਗਾ ਨਾ ਵੀ ਤੁਹਾਨੂੰ ਸ਼ਰਮਿੰਦਿਆਂ ਹੋਣਾ ਪਿਆ, ਅੰਦਰ ਬੰਦੇ ਕਿੰਨੇ ਕੁ ਸਨ, ਗਿਣਤੀ ਕੀ ਸੀ ਉਹਨਾਂ ਦੀ, ਤੇ ਉਹ ਕਿੰਨੇ ਕੁ ਬੰਦੇ ਟ੍ਰੇਨਿੰਗ ਵਾਲੇ ਹੋਣਗੇ। ਅੱਛਾ, ਇੱਕ ਬੇਨਤੀ ਹੋਰ ਕਰਦੇ ਹਾਂ, ਸਮਾਪਤੀ ਕਰਦੇ ਹਾਂ ਆਪਾਂ।
ਕੁਝ ਇਹਨਾਂ ਦੀਆਂ ਕਿਤਾਬਾਂ ਨੇ ਜਿਨ੍ਹਾਂ 'ਚ ਇਹਨਾਂ ਬਹੁਤ ਵਧਾ ਚੜਾ ਕੇ ਲਿਖਿਆ, ਤੇ ਸਾਡੇ ਕਵੀਸ਼ਰ ਢਾਡੀਆਂ ਨੇ ਵੀ ਕਈ ਵਾਰ ਸੁਣਾ ਦਿੱਤਾ ਹੈ ਲੋਕਾਂ ਨੂੰ। ਬੜਾ ਖਤਰਨਾਕ ਹੈ ਇਹ ਵੀ। ਮੰਨ ਲਓ ਜੇ ਇਹਨਾਂ ਦੇ ਕਿਸੇ, ਜਿਹੜਾ ਮੰਨ ਲਓ ਉਸ ਵੇਲੇ ਦਰਬਾਰ ਸਾਹਿਬ ਤੇ ਆਪ ਹਮਲਾ ਕਰਨ ਆਇਆ, ਉਹਨੇ ਕੋਈ ਕਿਤਾਬ ਲਿਖਤੀ, ਤੇ ਉਹ ਕਿਤਾਬ ਲਿਖਦਿਆਂ ਇਹ ਕਹਿ ਰਿਹਾ ਵੀ ਇਹਨਾਂ ਕੋਲ ਇੰਨੇ ਖਤਰਨਾਕ ਹਥਿਆਰ ਸਨ ਵੀ ਸਾਡੀਆਂ ਤੋਪਾਂ, ਸਾਡੇ ਟੈਂਕ ਉੱਡ ਗਏ। ਇਹ ਅੱਜ ਤੇ ਗੱਲ ਲੱਗਦੀ ਹੈ ਚੰਗੀ, ਅੱਜ ਤੇ ਬੜੀ ਆਉਂਦੀ ਪਸੰਦ, ਪਰ ਇਹ ਚੇਤਾ ਰੱਖਿਓ ਤੁਸੀਂ ਇੱਕ ਐਵੀਡੈਂਸ ਕ੍ਰੀਏਟ ਕਰ ਰਹੇ ਹੋ। ਆਉਣ ਵਾਲੇ 50-100 ਸਾਲਾਂ ਬਾਅਦ ਜਦੋਂ ਇਹਦੇ ਤੇ ਡਿਬੇਟ ਹੋਏਗੀ, ਇਹਦੇ ਤੇ ਡਿਸਕਸ਼ਨਾਂ ਹੋਣਗੀਆਂ, ਫਿਰ ਇੱਕ ਡਾਕੂਮੈਂਟ ਦੇ ਦੇਣਾ ਤੁਸੀਂ ਉਹਨਾਂ ਨੂੰ ਵੀ ਅਸੀਂ ਐਵੇਂ ਨਹੀਂ ਦਰਬਾਰ ਸਾਹਿਬ ਗਏ। ਜੇ ਦਰਬਾਰ ਸਾਹਿਬ ਅਸੀਂ ਗਏ ਤੇ ਇਹਨਾਂ ਕੋਲ ਇਦਾਂ ਦੀ ਸਮੱਗਰੀ ਸੀ, ਇਹਨਾਂ ਸਾਡੇ ਟੈਂਕ ਤੱਕ ਉਡਾਤੇ, ਤੇ ਜੇ ਅਸੀਂ 2-4 ਸਾਲ ਹੋਰ ਨਾ ਜਾਂਦੇ ਤੇ ਕਿੰਨੇ ਖਤਰਨਾਕ ਹੋ ਜਾਣੇ ਸੀ। ਚੇਤਾ ਰੱਖਿਓ, ਇਤਿਹਾਸ ਆਪਣੇ ਆਪ ਵਿੱਚ ਬਹੁਤ ਕੁਝ ਸਿਰਜਦੇ ਹੁੰਦੇ ਆ। ਅਗਲੇ ਚਮਕੌਰ ਦੀ ਗੜੀ 'ਚ ਸਿੱਖਾਂ ਕੋਲ ਮੁਗਲਾਂ ਦੇ ਮੁਕਾਬਲੇ ਤੇ ਲੜਨ ਲਈ ਸਮੱਗਰੀ ਹੈਗੀ ਸੀ ਭਲਾ ਨਾ? ਅਸੀਂ ਸਮੱਗਰੀਆਂ ਨਾਲ ਫਰਕ ਹੀ ਨਹੀਂ ਪੈਂਦਾ ਸਾਨੂੰ। ਮੈਂ ਸ਼ੁਰੂ 'ਚ ਕੀ ਕਿਹਾ ਸੀ ਭਲਾ, ਜੇ ਤੁਸੀਂ ਸੰਸਾਰਿਕ ਲੈਵਲ ਤੇ ਸਿੱਖਾਂ ਦੀ ਹਰ ਗੱਲ ਵੇਖਣੀ ਹੈ ਤਾਂ ਤੁਸੀਂ ਜੱਜ ਹੀ ਨਹੀਂ ਕਰ ਸਕਦੇ ਕਦੇ ਵਾਸਤੇ ਵੀ। ਤੁਹਾਡੀ ਸਟੇਟਮੈਂਟ ਹੀ ਠੀਕ ਨਹੀਂ ਹੋਣੀ। ਸਿੱਖ ਗਿਣਤੀਆਂ, ਮਿਣਤੀਆਂ, ਵਾਧਿਆਂ ਘਾਟਿਆਂ ਤੋਂ ਉੱਪਰ ਦੀ ਗੱਲ ਹੁੰਦਾ, ਇਹਦੇ 'ਚ ਨਹੀਂ ਪੈਂਦਾ। ਅੱਜ ਵਕਤ ਦੀ ਹਕੂਮਤ 'ਚ ਰਤਿਆ ਹੋਇਆ ਬੰਦਾ ਕਹਿੰਦਾ ਸੀ ਆਪਾਂ ਕਿਸੇ ਦੀ ਨਹੀਂ ਸੁਣਦੇ, ਆਪਾਂ ਨਹੀਂ ਅੱਜ ਤੱਕ ਜਿਹੜੀ ਗੱਲ ਮੂੰਹੋਂ ਕੱਢਦੀ ਹੈ ਦੁਬਾਰਾ ਵਾਪਸ ਕੀਤੀ, ਇਹੀ ਕਹਿੰਦਾ ਸੀ ਨਾ। ਤੇ ਜਦੋਂ ਪੰਜਾਬ ਵਿੱਚੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ, ਕਹਿੰਦੇ ਆਪਾਂ ਵੱਡਿਆਂ ਦੀ ਨਹੀਂ ਸੁਣੀ, ਇਹ ਕੀ ਸੁਣਾ ਲੈਣਗੇ, ਇਹ ਕਰ ਕੀ ਲੈਣਗੇ ਭਲਾ, ਆਪਾਂ ਤਾਂ ਦਿੱਲੀ ਨਹੀਂ ਆਉਣ ਦੇਣੇ। ਚਲੇ ਗਏ ਨਾ ਦਿੱਲੀ, ਫਿਰ ਰਾਮ ਨਾਲ ਜਿਹੜੇ ਸਾਡੇ ਮੁੰਡਿਆਂ ਨੂੰ ਕਹਿੰਦੇ ਸੀ ਨਸ਼ਈ ਨੇ, ਉਹ ਤੁਸੀਂ ਜੇ ਉਹ ਦੌਰ ਵੇਖਿਆ ਹੋਵੇ ਨਾ, ਅਸੀਂ ਉਸ ਕਾਫਲੇ ਦੇ ਵਿੱਚ ਸਾਂ। ਜਿਹੜੇ ਵੱਡੇ ਟਿੱਪਰ ਮਿੱਟੀ ਦੇ ਭਰ ਕੇ ਸੜਕ ਤੇ ਖੜੇ ਕੀਤੇ ਸੀ ਤੇ ਉਹਨਾਂ ਦੀਆਂ ਚਾਬੀਆਂ ਗਵਾਤੀਆਂ ਸੀ ਨਾ ਉਹਨਾਂ ਨੇ, ਵੀ ਇਹ ਪਾਸੇ ਕਿਵੇਂ ਹੋਣਗੇ। ਅਸੀਂ ਖੁਦ ਹੈਰਾਨ ਸਾਂ, ਸਾਨੂੰ ਨਹੀਂ ਸੀ ਸਮਝ ਲੱਗਦੀ ਵੀ 10-10, 15-15, 20-20 ਬੰਦੇ ਏਡੇ ਵੱਡੇ ਟਿੱਪਰ ਨੂੰ ਧੱਕ ਕਿਵੇਂ ਰਹੇ ਸਾਂ। ਉਹ ਐਂ ਲੱਗਦਾ ਸੀ ਜਿਵੇਂ 2-4 ਕੁਇੰਟਲ ਦੀ ਬੋਰੀ ਹੋਵੇ ਕੋਈ। ਤੇ ਅਗਲੇ ਉਹਨਾਂ ਦੇ ਦਿਮਾਗ 'ਚ ਕੀ ਚੱਲਦਾ ਸੀ ਭਲਾ, ਵੀ ਐਡਾ ਵੱਡਾ ਟਿੱਪਰ ਕਿਵੇਂ ਪਾਸੇ ਕਰ ਦੇਣਗੇ, ਬੈਰੀਕੇਡ ਤੇ ਢਾ ਦੇਣਗੇ, ਤਾਰਾਂ ਤੇ ਤੋੜ ਦੇਣਗੇ। ਪਰ ਮਿੱਟੀ ਦਾ ਭਰਿਆ ਟਨਾਂ ਦੇ ਹਿਸਾਬ ਨਾਲ ਟਿੱਪਰ ਹੈ, ਉਹ 5-7 ਟਰੈਕਟਰਾਂ ਨਾਲ ਵੀ ਨਹੀਂ ਧੱਕਿਆ ਜਾਣਾ। ਤੇ ਤੁਸੀਂ ਅੱਜ ਵੀ ਵੀਡੀਓ ਮਿਲ ਜਾਣਗੀਆਂ ਤੁਹਾਨੂੰ, ਉਹ ਟਰੈਕਟਰਾਂ ਦੀ ਲੋੜ ਵੀ ਨਹੀਂ ਪਈ। ਸਾਡੇ ਬੰਦਿਆਂ ਨੇ ਹੱਥੋਂ ਹੱਥੀ ਧੱਕ ਕੇ ਟਿੱਪਰ ਪਾਸੇ ਕਰਤੇ। ਤੋ ਗਿਣਤੀਆਂ ਨਾਲ ਨਹੀਂ ਜੱਜ ਕਰੀਦਾ ਹੁੰਦਾ ਕਦੇ, ਤੇ ਖਾਸ ਕਰਕੇ ਇਸ ਕੌਮ ਨੂੰ ਤੇ ਕਦੇ ਵੀ ਨਾ ਕਰੇ ਕੋਈ। ਜੇ ਅਸੀਂ ਗਿਣਤੀਆਂ ਨਾਲ ਲੜਦੇ ਫਿਰ ਅਸੀਂ ਚਮਕੌਰ ਦੀ ਗੜੀ 'ਚ ਜਿੱਤਦੇ ਨਾ। ਮਾਫ ਕਰਿਓ, ਅਸੀਂ ਤੇ ਸਰਹੰਦ 'ਚ ਵੀ ਜਿੱਤੇ ਆ। ਚਮਕੌਰ ਦੀ ਗੜੀ 'ਚ ਤੇ ਫਿਰ ਵੀ 40 ਲੜਨ ਵਾਲੇ ਹੈਗੇ ਸੀ ਨਾ ਸਾਡੇ ਕੋਲ, ਗੁਰੂ ਸਾਹਿਬ ਲੜਨ ਵਾਲੇ ਸੀ, 40 ਸਿੱਖ ਲੜਨ ਵਾਲੇ ਸੀ। ਤੇ ਸਰਹੰਦ ਵਿੱਚ 80 ਸਾਲ ਦੀ ਬਜ਼ੁਰਗ ਮਾਤਾ, 7 ਸਾਲ ਦਾ ਫਤਿਹ ਸਿੰਘ ਤੇ 9 ਸਾਲ ਦਾ ਜੋਰਾਵਰ ਸਿੰਘ। ਤੇ ਵਜ਼ੀਰ ਖਾਂ ਕੀ ਕਹਿੰਦਾ ਸੀ, ਤੁਹਾਡੇ ਗੁਰੂ ਦਾ, ਤੁਹਾਡੇ ਪਿਤਾ ਦਾ, ਤੁਹਾਡੇ ਭਰਾਵਾਂ ਦਾ ਨਾਮੋ ਨਿਸ਼ਾਨ, ਬੋਲੋ ਗੱਜ ਕੇ, ਮਿਟਾਤਾ। ਤੇ ਫਤਿਹ ਸਿੰਘ ਕਹਿੰਦਾ ਸੀ ਨਾ ਤੇਰੇ ਵੱਡ ਵਡੇਰਿਆਂ ਤੋਂ ਮਿਟਾਇਆ ਗਿਆ ਤੇ ਨਾ ਤੇਰੇ ਆਉਣ ਵਾਲਿਆਂ ਤੋਂ ਮਿਟਾਇਆ ਜਾ। ਇਹੀ ਕਹਿੰਦਾ ਸੀ ਨਾ ਫਤਿਹ ਸਿੰਘ। ਹੁਣ ਮੈਨੂੰ ਦੱਸਿਓ, ਇਸ ਵੇਲੇ ਸਰਹੰਦ ਵਿੱਚ ਕਿਹਦਾ ਨਾਮੋ ਨਿਸ਼ਾਨ ਹੈਗਾ ਤੇ ਕਿਹਦਾ ਮਿਟ ਗਿਆ? ਬੋਲੋ ਜੀ, ਕਿਹਦਾ ਹੈਗਾ ਭਲਾ? ਸਾਹਿਬਜ਼ਾਦਿਆਂ ਦਾ। ਤੇ ਜਿਹੜਾ ਕਹਿੰਦਾ ਸੀ ਮਿਟਾਤਾ ਹੈਗਾ, ਉਹਦਾ ਕੋਈ ਨਾਮੋ ਨਿਸ਼ਾਨ? ਇਹਦਾ ਮਤਲਬ ਅਸੀਂ ਇਸ ਚੀਜ਼ ਵਿੱਚ ਵੀ ਨਹੀਂ ਪੈਂਦੇ। ਆਪਣੇ ਵੱਲੋਂ ਤੇ ਵਜੀਦ ਖਾਨ ਨੇ ਨੀਹਾਂ 'ਚ ਚਿਣ ਕੇ ਸਾਹਿਬਜ਼ਾਦੇ ਮੁਕਾ ਹੀ ਦਿੱਤੇ ਸਨ, ਪਰ ਅੱਜ ਵੀ ਫਤਿਹ ਸਿੰਘ ਤਾਂ ਉਸੇ ਸਰਹੰਦ ਦੀ ਧਰਤੀ ਤੇ ਉਦਾਂ ਹੀ ਹੈ। ਵਜ਼ੀਰ ਖਾਨ ਨਹੀਂ ਦਿਸਦਾ ਉੱਥੇ। ਅਸੀਂ ਫਤਿਹ ਸਿੰਘ ਨੂੰ ਤੇ ਮਿਲਣ ਜਾਂਦੇ ਆ ਸਾਰੇ ਉੱਥੇ, ਤੁਸੀਂ ਸਾਰੇ ਫਤਿਹ ਸਿੰਘ ਨੂੰ ਤਾਂ ਮਿਲ ਕੇ ਆਉਨੇ ਹੋ, ਪਰ ਵਜ਼ੀਰ ਖਾਨ ਕਿੱਥੇ ਹੈ? ਉਹ ਤਾਂ ਲੱਭਦਾ ਨਹੀਂ ਕਿਤੇ ਵੀ ਉੱਥੇ। ਸੋ ਇਸ ਲਈ ਇਹਨਾਂ ਸਾਰੀਆਂ ਚੀਜ਼ਾਂ ਨੂੰ ਬੜੇ ਧਿਆਨ ਨਾਲ ਸਮਝੋ। ਵਕਤ ਦੀਆਂ ਹਕੂਮਤਾਂ ਨੇ ਆਪਣੀ ਮਰਜ਼ੀ ਨਾਲ ਹਰ ਪੈਂਤੜਾ ਚੱਲਣਾ ਹੁੰਦਾ ਹੈ, ਤਾਂ ਤੁਹਾਨੂੰ ਬਦਨਾਮ ਕੀਤਾ ਜਾਂਦਾ ਹੈ, ਤੁਹਾਡੇ ਬੱਚਿਆਂ ਨੂੰ ਬਦਨਾਮ ਕੀਤਾ ਜਾਂਦਾ ਹੈ, ਤੁਹਾਨੂੰ ਲੜਾਕੂ। ਇਹ ਲੜਨ ਵਾਲੇ ਬੰਦੇ ਨੇ, ਗਾਉਣ ਵਾਲਿਆਂ ਨੇ ਕੋਈ ਕਸਰ ਨਹੀਂ ਛੱਡੀ, ਸਾਨੂੰ ਲੜਨ ਵਾਲੇ ਬਣਾਤਾ। ਹਾਂ, ਅਸੀਂ ਲੜਨ ਵਾਲੇ ਹਾਂ, ਪਰ ਸਾਨੂੰ ਇੰਨਾ ਕੁ ਪਤਾ ਹੈ ਵੀ ਕਿੱਥੇ ਅਸੀਂ ਲੜਨਾ ਹੈ ਤੇ ਕਿੱਥੇ ਅਸੀਂ
नहीं लड़ना। ये थोड़ी है भी असीं हर थां ते लड़दे आ। पर वो कहंदे ने भी ये पंजाबी की होए फिर पंजाब दे लोकां नूं नशिਆਂ नाल जोड़ता, शराब नाल जोड़ता। वो काहदा पंजाबी है जिन्हें कदी नशा ही नहीं किया? हद हो गई। वो किहड़ा पंजाबी है जिन्हें बाणी नहीं पढ़ी? वो काहदा पंजाबी है जिन्हें साहिबजादियां दा इतिहास नहीं पढ़िया? वो काहदा पंजाबी है जिन्हें चमकौर दी गढ़ी का इतिहास नहीं वाचिया? किहड़ी चीज़ नाल सानूं जोड़ना चाहुंदे हो तुसीं? सो बहुत संजीदगी नाल सारिया चीज़ां वाचण वालियां ने। अगले तुहानूं बदनाम करना चाहुंदे ने। किसी दे बदनाम कीतिआं असीं वैसे बदनाम हुंदे नहीं, पर फिर वो तुहाडे विचों बंदे खरीदते हैं, तुहाडे विचों बंदे लभदे ने, तुहाडे विच बंदे पैदा कर लैंदे ने वो, तां कि वो तुहानूं बदनाम करन वास्ते जुबान भी तुहाडी वरत सकण, कलम भी तुहाडी वरत सकण। सो गुरु के प्यारिओ, कोशिश करो इन्हां सारियां चीज़ां नूं समझदिआं उन्हां सारियां उस वेले दीयां पॉलिसियां नूं भी समझीए। अज भी आपां रल के बैठण दा यतन करिए। पंजाब दे पिंडां नूं पंजाब दे पिंड बनाओ। असीं अपने अपने पिंडां नूं अपने अपने पिंड मन्नीए। ये काफले नूं वड्डा करिए, एक दूजे दे सहयोगी बणीए। असीं अज हर पिंड नूं, वो कहिंदे सी अमृतसर शहर नूं पवित्र शहर दा दर्जा नहीं देना। जे सच्ची प्यार करदे हो, लड़ाई की सी भला? इको बेनती करके समाप्त। वो कहते सी अमृतसर शहर नूं पवित्र शहर का दर्जा नहीं देना। जे 1984 के शहीदों नूं प्यार करदे हो, अज इस गुरु की हजूरी च अपने मनो मानी सोचियो, जे उन्हां शहीदों नूं प्यार करदे हो तो आओ आपां पंजाब दा हर नगर पवित्र शहर, पवित्र नगर बना दईए। ताकि अगले तो यह चाहते सी भी अमृतसर भी पवित्र नहीं बनाउणा, ते इन्हां ते अमृतसर दे नाल नाल पंजाब दा हर शहर ते हर पिंड पवित्र बना दिता। तुरना तो इनू चाहिए सी सानूं। पवित्रता की चाहिए है? सोच विच सफाई लियाओ। रौला तो साडियां सोचां दा ही है ना। साडी सोच पवित्र हो जाए, सानूं पिंड दी हर बच्ची अपनी धी लगन लग जाए, पंजाब दा हर बजुर्ग सानूं अपना बजुर्ग लगन लग जाए, पंजाब दी हर छोटी बच्ची सानूं धी लगे, बराबर दी सानूं भैण। जिन्नी अपनी भैण दी इज्जत करदे आ, उन्नी असीं दूजे दी भैण दी इज्जत करिए। जे मेरी भैण वाल कोई अख भर के वेखे तो मेरे कालजे दा रुग भरिया जांदा है, ते फिर किसे मोड़ ते खलो के तू किसे दूजे दी भैण वाल जदों अख भरदा होएगा, कालजे दा रुग तां उहदा भी भरिया ही जांदा होना, भैण तां उहदी भी उन्नी है। लै ओ सोच विच पवित्रता। कालजां यूनीवर्सिटियां दे विच साडे नौजवान जिहड़े पढ़न जांदे ने, जिन्हां ने तुहाडे दिमाग च पाता भी कालजां यूनीवर्सिटियां च पढ़न वालियां भैणां थोड़ी हुंदियां ने, इह किहने पाया तुहाडे दिमाग च? जिहड़े बंदे तुहाडी सोच नूं अपवित्र करना चाहुंदे सी, जिहड़े तुहाडे अमृतसर नूं पवित्र नहीं सी बण देना चाहुंदे, ते तुहाडे गुरु साहब जी ने बाणी च की कहा? पर त्रै रूप न पेखै नेत्र। बाबे ने की कहा? ए नेत्रो मेरे हो, हर तुम मैं जोत तरी, हर बिने अवर ना देखो कोई, नदरी हर ने हालिया। ए विस संसार तुम देख दे, ए हर का रूप है। ते ए विश संसार विच साडे पिंड दी इज्जत भी ते आउंदी होनी है, साडे पिंड दीयां बच्चियां भी ते आउंदियां ही होणियां आ। क्यों नहीं माण करन लग जाणगे? साडे पिंड दे लोग साडे ते माण नहीं करन लग जाणगे? वो कहणगे साडा पिंड बड़ा पवित्र है। साडे पिंड च रात दे 11 बजे 12 बजे 1 बजे कोई आ जाए, सारा पिंड साडा अपना, सानू डर काहदा? ਇਹਦਾ मतलब है अपना पिंड नहीं रहा जे असीं अपने पिंड च ही डरी जाने आ। जे अपने पिंड दे मोड़ ते सानू डर लगदा भी पता नहीं किदां दे लोग खलोते होने आ, फिर दूजे मुल्कां तक कित्थे पहुंच कर लोगे? आओ अपनी सोच नूं पवित्र करिए। बजुर्ग हर एक दा बजुर्ग ही हुंदा है, भरा हर एक दा भरा। जिन्ना जोर किसे नूं बदनाम करन ते लाउने हो ना, इन्ना जोर किसे नूं ठीक करन ते ला दो। बहुत जोर लाउने आ असीं, किसे दी माड़ी जी वीक गल सानू पता लग, किसे दा माड़ा जा कोई पॉइंट लभ जाए ना सानू, तो असीं फिर पता लगा तैनूं फलाने दा, बना बना के गल्लां जिवें सनसनी खेज हुंदा है। कमलिया काहदे स्वाद लैना? जिदन तेरा पता लगा किसे नूं, फिर की होएगा? तेरा अपना पिंड है। मैनूं दसो, साडे अपने घर दी कोई गलत गल होवे ते आपां कहने ना यार ना लिओ किसे कोल, दस्सिओ ना किसे नूं, ते फिर पिंड तेरा अपना क्यों नहीं है? पिंड दी इज्जतां तेरियां अपनियां क्यों नहीं आ? किसे दूजे दी गल तैनूं ऐ क्यों लगदी है भी 4 बंदियां दे कन्नां च पा दिओ फटाफट, ओनूं भी दस दिओ, ओनूं भी दस दिओ, पता लग जाए। ओ जे लगदी है गल यार पर्दा पा ला ओहदे ते,
तेरा अपना पिंड है, अपने परिवारक मैंबर ने तेरे, ਤੇ ਜੇ ਉਹਨਾਂ ਨੂੰ ਪਤਾ ਲੱਗ ਜਾਏਗਾ ਨਾ ਵੀ ਇਸ ਬੰਦੇ ਨੂੰ ਪਤਾ ਲੱਗਾ ਸੀ ਸਾਡੀ ਗੱਲ ਦਾ, ਤੇ ਇਹਨੇ ਆਪਣੇ ਮੂੰਹੋਂ ਆਵਾਜ਼ ਨਹੀਂ ਕੱਢੀ, ਇਹਨੇ ਪਰਦਾ ਪਾ ਲਿਆ, ਜਿੱਦਣ ਤੈਨੂੰ ਕਿਸੇ ਮੋੜ ਤੇ ਖਲੋਤਾ ਵੇਖੇਗਾ, ਤੇਰੇ ਚਿਹਰੇ ਵੱਲ ਵੇਖ ਕੇ ਉਹਦੇ ਚਿਹਰੇ ਤੇ ਮੁਸਕਰਾਹਟ ਆ ਜਾਏਗੀ। ਆ ਮਰਦ ਬੰਦਾ ਸਾਡੇ ਪਿੰਡ ਵਿੱਚ, ਆ ਯੋਧਾ ਬੰਦਾ ਆ, ਇਹਨੂੰ ਪਤਾ ਲੱਗਾ ਸੀ ਮੇਰੀ ਕਮੀ ਦਾ, ਇਹਨੇ ਕਿਸੇ ਨੂੰ ਨਹੀਂ ਦੱਸਿਆ। ਮੇਰੇ ਹਾਂ ਜੇ ਦੱਸਣਾ ਹੈ ਉਹਦੇ ਕੰਨ 'ਚ ਜਾ ਕੇ ਕਹੋ ਮੈਂ ਆਹ ਗੱਲ ਸੁਣੀ ਹੈ, ਆਓ ਰਲ ਕੇ ਆਪਾਂ ਠੀਕ ਕਰ ਲਈਏ। आओ अपने अपने नगर पवित्र करिए। दुश्मना ते की गिला पातशाहां दे पातशाह, तेरे सरदारां ने वेच दित्तियां अज खुद सरदारियां। दुश्मन ते कोई गिला नहीं, अपने तगड़े होइए। आओ अपने अपने नगर पवित्र करिए, अपनी अपनी सोच पवित्र करिए, इज्जतां दे भाईवाल बणीए, तमाशबीन ना बणीए। ना तमाशा वेख्या करो, हथ जोड़ा पी ਕਿਸੇ ਦਾ ਤਮਾਸ਼ਾ ਨਾ ਵੇਖਿਆ ਕਰੋ। ਕੁਝ ਨਹੀਂ ਲੱਭਦਾ ਇਹਨਾਂ ਗੱਲਾਂ ਵਿੱਚ। ਮੈਂ ਬੜੀ ਵਾਰ ਕਹਿਣਾ ਹੁੰਦਾ, ਜੇ ਕਿਸੇ ਲਈ ਚੰਗਾ ਨਹੀਂ ਨਾ ਬੋਲ ਸਕਦੇ ਤੇ ਘੱਟੋ ਘੱਟ ਕਿਸੇ ਲਈ ਮਾੜਾ ਤੇ ਨਾ ਬੋਲ। ਇਹ ਤੈਨੂੰ ਹੱਕ ਕਿਹਨੇ ਦਿੱਤਾ? ਇਹਦੇ ਲਈ ਸਾਡੇ ਉਹ ਪੁਰਖੇ ਜਿਹੜੇ ਨਾ, ਜਿਨ੍ਹਾਂ ਦਾ ਤੁਸੀਂ ਸ਼ਹੀਦੀ ਦਿਹਾੜਾ ਮਨਾ ਰਹੇ ਹੋ, ਉਹ ਇਸ ਲਈ ਤੁਰੇ ਫਿਰਦੇ ਸਨ ਰਾਤ ਬਰਾਤ ਸੱਪਾਂ ਦੀਆਂ ਸਿਰੀਆਂ ਮਿੱਧਦੇ। ਕਿੰਨੇ ਘਰਾਂ ਦੇ ਘਰ ਉੱਜੜ ਗਏ ਉਦੋਂ, ਕਈਆਂ ਘਰਾਂ 'ਚ ਦੀਵੇ ਬਾਲਣ ਵਾਲਾ ਕੋਈ ਨਹੀਂ ਬਚਿਆ। ਕਾਹਦੇ ਲਈ ਨਹੀਂ ਬਚਿਆ? ਉਹ ਇਹੋ ਹੀ ਤੇ ਪੈਦਾ ਕਰਨੇ ਚਾਹੁੰਦੇ ਸੀ ਪੰਜਾਬ ਵਿੱਚ। ਸਵਾਜੂ ਨੂੰ ਪੈਦਾ ਕਰ ਲਈਏ ਆਪਾਂ ਸਾਰੇ। ਸਭਨਾਂ ਦਾ ਧੰਨਵਾਦ, ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਜੀ ਦਾ। ਭੁੱਲਾਂ ਮੇਰੀਆਂ ਸਮਝ ਕੇ ਮਾਫ ਕਰ ਦੇਣੀਆਂ, ਸ਼ਬਦ ਗੁਰਦੇਵ ਪਾਤਸ਼ਾਹ ਜੀ ਦੇ ਸਮਝ ਕੇ ਹਿਰਦੇ 'ਚ ਵਸਾ ਲੈਣੇ। ਜੇ ਕੋਈ ਗੱਲ ਚੰਗੀ ਲੱਗੀ ਹੋਵੇ ਉਹ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹੈ, ਜੇ ਕੋਈ ਭੁੱਲ ਹੋਈ ਹੋਵੇ ਉਹ ਮੇਰੀ ਸਮਝ ਕੇ ਮਾਫ ਕਰਿਓ। ਪ੍ਰਬੰਧਕ ਵੀਰਾਂ ਦਾ ਧੰਨਵਾਦ, ਸੰਗਤਾਂ ਦਾ ਧੰਨਵਾਦ। ਖੁਸ਼ੀ ਵਾਲੀ ਗੱਲ ਹੈ ਵੀ ਤੁਹਾਡੇ ਨਗਰ 'ਚ ਇੱਕ ਗੁਰਦੁਆਰਾ ਹੈ, ਤੁਸੀਂ ਹਰ ਮਹੀਨੇ ਜੁੜ ਕੇ ਬੈਠਦੇ ਹੋ ਤੇ ਆਪਣੇ ਪੁਰਖਿਆਂ ਦੀ, ਆਪਣੇ ਵਡੇਰਿਆਂ ਦੀ ਗੱਲ ਕਰਦੇ ਹੋ। ਇਸ ਗੱਲ ਨੂੰ ਕਰਦਾ ਰਹਿਣਾ ਤੇ ਨਾਲ ਨਾਲ ਇਹਨਾਂ ਗੱਲਾਂ ਨੂੰ ਅਮਲ ਵਿੱਚ ਵੀ ਲਿਆਉਣਾ, ਤਾਂ ਕਿ ਆਪਾਂ ਜੇ ਹਰ ਮਹੀਨੇ ਬਹਿੰਦੇ ਆ ਤੇ ਆਪਾਂ ਰੋਜ਼ ਦਿਸੀਏ ਵੀ ਇੱਦਾਂ, ਤੇ ਸਾਡੇ 'ਚ ਨਜ਼ਰ ਵੀ ਆਉਣ ਇਹ ਗੱਲਾਂ ਵੀ ਯਾਰ ਬੜਾ ਫਰਕ ਪੈ ਗਿਆ। ਬੰਦੇ ਸੋਚਣ ਹੋਰ ਢੰਗ ਨਾਲ ਲੱਗ ਪਏ, ਹੱਸਣ ਲੱਗ ਪਏ, ਚਿਹਰਿਆਂ ਤੇ ਉਦਾਸੀਆਂ ਸਦਾ ਵਾਸਤੇ ਗਾਇਬ ਹੋ ਗਈਆਂ। ਗੁਰੂ ਮਿਹਰ ਕਰੇ, ਸੱਚੇ ਪਾਤਸ਼ਾਹ ਜੀ ਦੇ ਚਰਨਾਂ ਝੁਕਾਓ ਸੀਸ, ਮਾਲਕ ਦਾ ਕਰੋ ਸ਼ੁਕਰਾਨਾ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।